ਤੁਹਾਨੂੰ ਬੀਜੇਪੀ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਤਾਂ ਨਹੀਂ, ਕੋਈ ਵੱਡੀ ਜ਼ਿੰਮੇਵਾਰੀ? ਨਹੀਂ ਮੈਂ ਕਦੇ ਵੀ ਨਹੀਂ। ਤੁਸੀਂ ਅਕਾਲੀ ਦਲ ਨਾਲ ਗੱਠਜੋੜ ਦਾ ਸੁਝਾਅ ਦਿੱਤਾ, ਪਰ ਪੰਜਾਬ ਬੀਜੇਪੀ ਦੇ ਅਸੀਂ ਜਿੰਨੇ ਲੀਡਰਸ ਨੂੰ ਸੁਣਿਆ ਉਹ ਇਸ ਸੁਝਾਅ ਦੇ ਖਿਲਾਫ ਸੀ। ਉਹ ਕਹਿੰਦੇ ਨਹੀਂ, ਅਸੀਂ ਇਕੱਲੇ ਹੀ ਚੱਲਣਾ ਹੈ। ਚਲੋ ਇਕੱਲੇ ਫਿਰ ਆਪਾਂ ਮਾਰ ਖਾਵਾਂਗੇ। ਕਈ ਕਹਿੰਦੇ ਨੇ ਕਿ ਤੁਹਾਡੇ ਬਿਆਨ ਨੇ, ਅਕਾਲੀ ਦਲ ਨਾਲ ਗੱਠਜੋੜ ਵਾਲੇ ਬਿਆਨ ਨੇ ਬੀਜੇਪੀ ਨੂੰ ਡੈਮੇਜ ਕੀਤਾ, ਕਿਉਂਕਿ ਬੀਜੇਪੀ ਸੋਚ ਕੇ ਆਪਾਂ 2027 'ਚ ਸਰਕਾਰ ਬਣਾਉਣ ਦਾ ਲੋਕਾਂ ਅੱਗੇ ਦਾਅਵਾ ਕਰ ਰਹੀ ਹੈ। ਹੁਣ ਹੋਰ ਚੋਣਾਂ ਵੀ ਇਕੱਲੇ ਲੜ ਰਹੀ ਹੈ। ਦੇਖੋ, ਗੱਲਾਂ ਕਰਨੀਆਂ ਇੱਕ ਗੱਲ ਨੇ, ਰਿਐਲਿਟੀ ਕੀ ਹੈ? ਰਿਐਲਿਟੀ ਦੇਖੋ ਨਾ, ਅਸਲੀਅਤ ਕੀ ਹੈ? ਅਸਲੀਅਤ ਹੈ ਕਿ ਬਣਾ ਸਕਦੇ ਜਾਂ ਨਹੀਂ ਬਣਾ ਸਕਦੇ। ਮੇਰੀ ਵਿਊਜ਼ ਨੇ, ਮੈਂ ਵਿਊਜ਼ ਦੇਵਾਂਗਾ ਆਪਣੇ। ਨੋਬਡੀ ਕੈਨ ਸਟਾਪ ਮੀ। ਮੈਨੂੰ ਤਾਂ 60 ਸਾਲ ਹੋ ਗਏ ਸਿਆਸਤ 'ਚ, ਮੈਨੂੰ ਨਹੀਂ ਪਤਾ ਪੰਜਾਬ ਦਾ ਪੋਲੀਟਿਕਸ ਕੀ ਹੈ। ਅਗਰ ਉਹਨਾਂ ਨੂੰ ਨਹੀਂ ਪਸੰਦ ਮੇਰੀ ਗੱਲ ਨਾ ਹੋਣ, ਅਗਰ ਤੁਸੀਂ ਆਪਣੇ ਪੰਜਾਬ ਨੂੰ ਪ੍ਰਾਇੋਰਟੀ ਦੇਣੀ ਹੈ ਫਿਰ ਤੁਹਾਨੂੰ ਕਰਨੀ ਪਏਗੀ ਅਲਾਇੰਸ ਟੂ ਮੇਕ ਅ ਗੁੱਡ ਗਵਰਨਮੈਂਟ। ਅਗਰ ਤੁਸੀਂ ਨਹੀਂ ਕਰੋਗੇ ਤਾਂ ਫਿਰ ਤੁਸੀਂ ਪੰਜਾਬ ਨੂੰ ਖਿਚੜੀ ਛੱਡੋਗੇ ਔਰ ਪੰਜਾਬ ਦੇ ਲੋਕਾਂ ਨੂੰ ਜੋ ਤੁਹਾਡੇ ਤੇ ਭਰੋਸਾ ਕਰਦੇ ਆ ਉਹਨਾਂ ਨੂੰ ਤੁਸੀਂ ਉਹਨਾਂ ਤੇ ਪਿਠੋੜੋਗੇ। ਪ੍ਰਕਾਸ਼ ਸਿੰਘ ਨੂੰ ਤਾਂ ਮੈਂ 1% ਵੀ ਟਰਸਟ ਨਹੀਂ ਕਰਦਾ। ਆਈ ਹੈਵ ਨੋਨ ਪ੍ਰਕਾਸ਼ ਸਿੰਘ ਬਾਦਲ ਬਹੁਤ ਦੇਰ ਤੋਂ। ਉਹ ਤਾਂ ਧੋਖੇਬਾਜ਼ ਹੈ। ਉਹਨੇ ਤਾਂ ਕਈ ਬੰਦਿਆਂ ਦੇ ਪਿੱਠ 'ਚ ਛੁਰੀ ਮਾਰੀ ਹੈ। ਸੁਖਬੀਰ ਮੈਂ ਦੇਖਿਆ, ਉਹ ਗੱਲਾਂ ਜਿਹੜੀ ਕਰਦਾ ਉਹ ਖੜ ਜਾਂਦਾ ਉਸ 'ਤੇ। ਹੀ ਇਜ਼ ਮੋਰ ਇਨ ਦੈਟ ਰਿਸਪੈਕਟ। ਇਹ ਠੀਕ ਹੈ, ਬਾਦਲ ਦੀ ਬੜੀ ਹੈ ਜੀ, ਬਾਦਲ ਸਾਹਿਬ ਡਿੰਗੀ ਜੀ ਪੱਗ ਬੰਨ੍ਹ ਲੈਂਦਾ ਹੈ, ਉਸ ਕਿਸਮ ਦੀ ਲੋਕ ਖੁਸ਼ ਹੋ ਜਾਂਦੇ ਨੇ ਦੇਖ ਕੇ। ਬਟ in reality he is not a good chief minister and Sukhbir would make a better chief minister। ਇਹ ਮੈਂ ਕਹਿਣਾ। ਬੀਜੇਪੀ ਤੇ ਕਾਂਗਰਸ ਦੇ ਹਾਈ ਕਮਾਂਡ ਕਲਚਰ 'ਚ ਤੁਹਾਨੂੰ ਕੀ ਫਰਕ ਲੱਗਦਾ? ਇਟ ਵਾਸ more like a family। ਤੁਸੀਂ ਜਾ ਕੇ ਉੱਥੇ ਜਾ ਕੇ ਤੁਸੀਂ ਕਦੇ ਵੀ ਮਿਲ ਸਕਦੇ ਸੀ। ਮੈਂ ਕੋਈ ਪ੍ਰੋਗਰਾਮ ਵੀ ਨਹੀਂ ਬਣਾਇਆ। ਮੈਂ ਉਹ ਦਿੱਲੀ ਪਹੁੰਚ ਗਿਆ, ਟੈਲੀਫੋਨ ਕੀਤਾ ਕਿ ਮੈਂ ਕਾਂਗਰਸ ਪ੍ਰੈਜ਼ੀਡੈਂਟ ਨੂੰ ਮਿਲਣਾ, ਕਹਿੰਦੇ ਅਭੀ ਆ ਜਾਓ। ਦੈਟ ਵਾਜ਼ ਦ ਸਿਸਟਮ। ਔਰ ਸੁਣਦੇ ਸੀ ਐਂਡ ਅਗਰ ਤੁਹਾਡੇ ਨਾਲ ਸਹਿਮਤ ਸੀ ਦੇ ਵੁੱਡ ਐਗਰੀ ਸਟ੍ਰੇਟ ਅਵੇ। ਬੀਜੇਪੀ 'ਚ ਨਹੀਂ ਹੈ। ਬੀਜੇਪੀ ਇਜ਼ ਵੈਰੀ ਇਨਸੂਲਰ, ਆਪਣੇ ਆਪ ਕੋਲ ਆਪਣੇ ਕੋਲ ਰੱਖਦੀ ਹੈ ਸਾਰੀਆਂ ਗੱਲਾਂ। ਮੈਨੂੰ ਕਿੰਨੇ ਸਾਲ ਹੋ ਗਏ ਬੀਜੇਪੀ? 4 ਸਾਲ ਹੋ ਗਏ। ਲੇਕਿਨ ਮੈਨੂੰ ਇੱਕ ਵਾਰ ਵੀ ਪੁੱਛਿਆ ਕਿ ਪਟਿਆਲੇ ਦੀ ਸੀਟ ਕਿਹਨੂੰ ਦਈਏ ਜੀ ਜਾਂ ਫਲਾਣੀ ਸੀਟ ਕਿਹਨੂੰ ਦਈਏ? ਨੋ। ਇਹ ਤਾਂ ਦੱਸਦੇ ਨੇ ਕਿ ਕੌਣ ਲੜੂਗਾ। ਤੁਹਾਨੂੰ ਲੱਗਦਾ ਹੈ ਗਲਤ ਡਿਸੀਜਨ ਹੈ ਬੀਜੇਪੀ 'ਚ ਆਉਣਾ? ਨਹੀਂ, ਇਹ ਵਾਟ ਇਜ਼ ਦੀ ਆਪਸ਼ਨ? ਇੱਥੇ ਸਾਡੇ ਕੋਲ ਆਪਸ਼ਨ ਕੀ? ਮੈਂ ਤਾਂ ਕਦੇ ਕਾਂਗਰਸ ਨਾ ਛੱਡਦਾ ਅਗਰ ਇਹ ਨਾ ਹੁੰਦੀ, ਇਹਨਾਂ ਨੇ ਮੇਰੇ ਨਾਲ ਨਾ ਕਰਦੇ। ਤੁਹਾਡੇ ਤਜਰਬੇ ਦਾ ਬੀਜੇਪੀ ਫਾਇਦਾ ਲੈਂਦੀ ਹੈ? ਜੈਸੇ ਮੈਂ ਤੁਹਾਨੂੰ ਕਿਹਾ, ਮੈਨੂੰ ਤਾਂ ਪੁੱਛਦੇ ਨਹੀਂ। ਤੁਸੀਂ ਕਾਂਗਰਸ ਨੂੰ ਮਿਸ ਕਰਦੇ ਹੋ? ਵੇ ਆਫ ਫੰਕਸ਼ਨਿੰਗ, ਯੈਸ। ਅਗਰ ਪਾਰਟੀ ਤੁਹਾਡੇ ਸੁਝਾਵਾਂ ਨੂੰ ਸੁਣਦੀ ਹੈ ਜਾਂ ਨਹੀਂ ਸੁਣਦੀ, ਫਿਰ ਕੀ ਤੁਹਾਡਾ ਸਟੈਪ ਹੈ? ਨਹੀਂ ਸੁਣਦੀ ਤਾਂ ਫਿਰ ਬੈਠੇ ਰਵਾਂਗੇ। ਮੈਂ ਮਿਲਟਰੀ ਹਿਸਟਰੀ ਲਿਖਦਾ, ਪੜ੍ਹਦਾ। ਮੈਂ ਗਾਰਡਨਿੰਗ ਦਾ ਬੜਾ ਸ਼ੌਕ ਹੈ। ਬਸ ਫਿਰ ਇਹੀ ਕਰਾਂਗੇ। ਅਗਰ ਨਹੀਂ ਸੁਣਦੀ, ਅਗਰ ਸੁਣਦੀ ਹੈ ਤਾਂ ਫਿਰ ਆਪਾਂ ਬੈਠੇ ਹਾਂ। ਤੁਸੀਂ ਬੰਦੀ ਸਿੰਘਾਂ ਦੇ ਮੁੱਦੇ ਤੇ ਬੀਜੇਪੀ ਨਾਲ ਗੱਲ ਕੀਤੀ? ਮੈਂ ਪ੍ਰਾਈਮ ਮਿਨਿਸਟਰ ਨੂੰ ਕਿਹਾ ਸੀ। ਆਈ ਡਿਡ। ਹਾਊ ਕੈਨ ਯੂ ਕੀਪ ਦਮ ਫॉर ਸੋ ਲੌਂਗ? ਚਲੋ ਠੀਕ ਹੈ, ਇੱਕ ਇਹਨਾਂ ਨੇ ਕੋਈ ਇਹੋ ਜਿਹੀ ਗੱਲਾਂ ਕੀਤੀਆਂ ਨੇ ਜਿਹੜੀ were against the law, but you have held a man for so long। ਇਹ ਤਾਂ ਡਬਲ ਲਾਈਫ ਸੈਂਟੈਂਸ ਹੋ ਗਈ। what is the logic of this? ਤੁਸੀਂ ਪੰਜਾਬ ਦੀਆਂ ਭਾਵਨਾਵਾਂ ਦੀ ਗੱਲ ਕਰ ਰਹੇ ਹੋ। ਹੁਣ ਤੁਸੀਂ ਬੀਜੇਪੀ ਦੇ ਨਾਲ ਕਿਸ ਤਰ੍ਹਾਂ ਤਰਜਮਾਨੀ ਹੋਏਗੀ? ਕਿਉਂਕਿ ਲੋਕ ਤੁਹਾਡੇ ਗੱਲਾਂ ਮੇਰੀ ਡਿਊਟੀ ਹੈ ਬੋਲਣਾ ਫॉर the sake of my state and ਮੇਰੀ ਪਾਰਟੀ ਦੇ ਥਰੂ। ਅਗਰ ਕਈ ਬੰਦੇ ਪਾਰਟੀ 'ਚ ਨਹੀਂ ਪਸੰਦ ਕਰਦੇ ਨਾ ਕਰਨ। ਕਿਉਂਕਿ ਜਦੋਂ ਅਸੀਂ ਅਕਾਲੀ ਦਲ ਦੇ ਲੀਡਰਾਂ ਨਾਲ ਗੱਲ ਕਰਦੇ ਹਾਂ ਬੀਜੇਪੀ ਨਾਲ ਗੱਠਜੋੜ ਨੂੰ ਲੈ ਕੇ, ਉਹ ਕਹਿੰਦੇ ਕਿ ਪਹਿਲੇ ਬੰਦੀ ਸਿੰਘਾਂ ਦਾ ਮੁੱਦਾ ਸਾਡੇ ਲਈ ਮੁੱਖ ਹੈ, ਉਹ ਹੱਲ ਹੋਣਾ ਚਾਹੀਦਾ। ਸਾਡੀ ਮੁੱਖ ਸ਼ਰਤ ਇਹੀ ਹੈ ਗੱਠਜੋੜ ਨੂੰ। ਨਹੀਂ, ਮੈਂ ਤਾਂ ਉਹਨਾਂ ਨਾਲ ਸਹਿਮਤ ਹਾਂ। ਕਈ ਕਹਿੰਦੇ ਨੇ 2002 ਤੇ 2017 ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਕਾਫੀ ਫਰਕ ਸੀ। 2002 ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਦੇ ਖਿਲਾਫ ਪਾਣੀਆਂ ਦੇ ਮੁੱਦੇ ਤੇ ਸਟੈਂਡ ਲਿਆ, ਜਾਂ ਜੋ ਬਾਦਲ ਪਰਿਵਾਰ ਸੀ ਉਹਨਾਂ ਖਿਲਾਫ ਵਿਜੀਲੈਂਸ ਕੇਸਾਂ 'ਚ ਕਾਫੀ ਤੇਜ਼ੀ ਲਿਆਂਦੀ। ਪਰ 2017 ਵਾਲੇ ਕੈਪਟਨ ਕਾਫੀ ਅਲੱਗ ਸੀ। ਜਦ ਕੋਈ ਇਸ਼ੂ ਹੁੰਦਾ ਉਹ ਇਸ਼ੂ ਨਾਲ ਤੁਸੀਂ ਲੜ ਸਕਦੇ ਹੋ ਔਰ ਲਈ ਲੜ ਸਕਦੇ ਹੋ। ਜਦ ਕੋਈ ਇਸ਼ੂ ਨਹੀਂ ਮੰਨੋ ਤੁਸੀਂ ਲੜੀ ਜਾਓ। 2002 ਵਾਲੇ ਕੈਪਟਨ ਅਮਰਿੰਦਰ ਸਿੰਘ 'ਚ ਜੋ ਬਾਦਲਾਂ ਖਿਲਾਫ ਗੁੱਸਾ ਸੀ, ਉਹ 2017 'ਚ ਨਜ਼ਰ ਨਹੀਂ ਆਇਆ। ਮੈਨੂੰ ਯਾਦ ਹੈ 2016 ਦੀ ਤੁਹਾਡੀ ਸਟੇਟਮੈਂਟ ਬੇਅਦਬੀ ਦੇ ਮੁੱਦੇ ਤੇ ਤੁਸੀਂ ਇਹ ਕਿਹਾ ਸੀ ਕਿ ਅਗਰ ਆਪਾਂ ਜਾਂਚ ਸ਼ੁਰੂ ਕਰਾਂਗੇ ਤੇ ਬਾਦਲ ਦੇ ਦਰਵਾਜ਼ੇ ਤੱਕ ਜ਼ਰੂਰ ਪਹੁੰਚੇਗੀ। ਤੇ ਉਸ ਤੋਂ ਬਾਅਦ ਉਹ ਕਹਿੰਦੇ 2017 'ਚ ਨਾ ਡਰੱਗਸ ਨੂੰ ਲੈ ਕੇ ਨਾ ਬੇਅਦਬੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵੱਡਾ ਫੈਸਲਾ ਜਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਹੋਇਆ। ਕਿ ਤੁਸੀਂ ਵੀ ਪੁੱਛ ਰਹੇ ਹੋ ਮੈਨੂੰ ਇਹ ਜਿਹਾ ਸਵਾਲ ਜਿਹੜਾ ਸਾਰੀ ਦੁਨੀਆ ਨੂੰ ਪਤਾ ਹੈ।
ਤੁਹਾਡੇ ਕਾਂਗਰਸੀ ਲੀਡਰਾਂ ਦੀ ਉਸ ਵਕਤ ਇਹ ਵੀ ਸ਼ਿਕਾਇਤ ਰਹਿੰਦੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਫਸਰਸ਼ਾਹੀ ਦੀ ਜ਼ਿਆਦਾ ਸੁਣਦੇ ਨੇ, ਸਾਡੀ ਸੁਣਵਾਈ ਨਹੀਂ ਹੁੰਦੀ, ਮਿਲਣ ਨਹੀਂ ਦਿੱਤਾ ਜਾਂਦਾ, बिल्कुल गलत बात है, टोटल झूठ। ਫੋਨ ਰੱਖੇ ਜਾਂਦੇ ਸੀ, ਇਹ ਵੀ ਕਹਿੰਦੇ ਸੀ ਕਿ ਸਾਡੇ ਫੋਨ ਜਮ੍ਹਾਂ ਕਰਵਾ ਲਏ ਜਾਂਦੇ ਸੀ, ਇੰਨਾ ਸਿਕਿਉਰਿਟੀ ਚੈੱਕ ਹੁੰਦਾ ਸੀ। नॉट एट ऑल। ਹੁਣ ਤੁਸੀਂ ਕਾਂਗਰਸ ਦਾ ਹਾਲ ਕਿਵੇਂ ਦੇਖਦੇ ਹੋ? 2027 ਦੀ ਪਿਕਚਰ ਕਿਵੇਂ ਦੇਖਦੇ ਹੋ? ਕਾਂਗਰਸ ਜੋ ਹੈ ਸਰਕਾਰ ਬਣਾਉਣ ਦਾ ਦਾਵਾ ਕਰ ਰਹੀ ਹੈ, ਕੀ ਲੱਗਦਾ ਹੈ ਕਾਂਗਰਸ ਇਸ ਪੋਜੀਸ਼ਨ 'ਚ ओन ਹੈ? कैन नॉट मेक अ गवर्नमेंट। देखो मैं ਤੁਹਾਨੂੰ ਦੱਸਦਾ, ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ, ਆਲ ਆਫ them। ਕੋਈ ਅੱਜ ਪਹਿਲੇ ਤਾਂ ਤੁਹਾਡੇ 8-9 ਤਾਂ ਤੁਹਾਡੇ ਕੈਂਡੀਡੇਟ ਹੀ ਨੇ ਚੀਫ ਮਿਨਿਸਟਰ ਵਾਸਤੇ, ਉਹ ਲੜੀ ਜਾਣ ਜੋ ਮਰਜ਼ੀ ਕਰਦੇ ਨੇ, ਇੱਕ ਦੂਜੇ ਨੂੰ ਵੱਢਣਗੇ, ਦੈਟਸ ਆਲ। ਬਟ ਮੈਂ ਫੇਰ ਕਹਿ ਰਿਹਾ ਕਿ ਦੇ ਵਿਲ ਨਾਟ ਫਾਰਮ ਅ ਗਵਰਨਮੈਂਟ ਅਗਰ ਬਣ ਸਕਦੀ ਹੈ ਸਟੇਬਲ ਗਵਰਨਮੈਂਟ, ਇਟ ਕੈਨ ਬੀ ਓਨਲੀ ਬੀਜੇਪੀ ਐਂਡ ਅਕਾਲੀ ਦਲ, ਹੋਰ ਕੋਈ ਨਹੀਂ ਬਣ ਸਕਦੀ। ਨਵਜੋਤ ਕੌਰ ਸਿੱਧੂ ਦਾ ਇਹ ਬਿਆਨ ਆਉਂਦਾ ਹੈ ਕਿ ਮੁੱਖ ਮੰਤਰੀ ਬਣਨ ਲਈ 500 ਕਰੋੜ ਚਾਹੀਦੇ ਨੇ, ਤੁਹਾਡਾ ਤਜਰਬਾ ਕੀ ਹੈ? ਬਿਲਕੁਲ ਬਕਵਾਸ। ਦੇਖੋ ਇਹਦੇ 'ਚ ਇਹ ਜੋ ਮਰਜ਼ੀ ਕਹੇ, ਇਹ ਤਾਂ ਸ਼ੀ ਇਜ਼ ਅਨਸਟੇਬਲ, ਹਸਬੈਂਡ ਵਾਈਫ ਆਰ ਨਾਟ ਸਟੇਬਲ। ਹੁਣ ਕਹਿੰਦਾ ਕਿ ਮੈਂ ਅਗਰ ਚੀਫ ਮਿਨਿਸਟਰ ਮੈਨੂੰ ਬਣਾ ਦੇਣਗੇ ਤਾਂ ਮੈਂ ਆ ਜਾਊਂ, ਤੇਰੇ ਬਗੈਰ ਪੰਜਾਬ ਨਹੀਂ ਚੱਲਦਾ। ਹੂ ਆਰ ਯੂ? ਤੁਸੀਂ ਇੱਕ ਲਿਸਟ ਵੀ ਤਿਆਰ ਕੀਤੀ ਸੀ ਆਪਣੇ ਲੀਡਰਾਂ ਦੀ, ਜੋ ਸ਼ਾਇਦ ਤੁਸੀਂ ਹਾਈ ਕਮਾਂਡ ਨਾਲ ਵੀ ਗੱਲ ਕੀਤੀ, ਯੈਸ ਤੁਸੀਂ ਉਹ ਤਿਆਰ ਯੈਸ ਕੀਤੀ ਸੀ ਯੈਸ list? ਯੈਸ। ਮੈਨੂੰ ਕਾਂਗਰਸ ਪ੍ਰੈਜ਼ੀਡੈਂਟ ਕਿਹਾ ਸੀ। ਦੇਖੋ ਕਈ ਲੋਕ ਇਹ ਕਹਿੰਦੇ ਨੇ ਕਿ ਤੁਹਾਡੇ ਕੋਲ ਲਿਸਟ ਸੀ, 40 ਕਾਂਗਰਸੀ ਲੀਡਰਸ ਦੇ ਨਾਮ ਸੀ, ਤੁਸੀਂ ਉਸ ਇਹ ਮੈਂ ਵਕਤ ਤੁਹਾਨੂੰ ਦੱਸ ਰਿਹਾ ਬਿਲਕੁਲ ਤੁਸੀਂ ਉਸ ਵਕਤ ਐਕਸ਼ਨ ਕਿਉਂ ਨਹੀਂ ਲਿਆ ਫਿਰ ਆਪਣੇ ਇਹ ਲੀਡਰਾਂ ਐਕਸ਼ਨ ਲੈਂਦਾ, ਖਿਲਾਫ? ਫਿਰ ਗਵਰਨਮੈਂਟ ਹੀ, ਮੈਂ ਸਾਰੀ ਗਵਰਨਮੈਂਟ ਨੂੰ ਡਿਸਮਿਸ ਹੀ ਕਰਦਾ। ਨਵਜੋਤ ਕੌਰ ਸਿੱਧੂ ਨੇ ਤੁਹਾਡੇ ਦੋਸਤ ਅਰੂਸਾ ਆਲਮ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕਮੈਂਟ ਕੀਤੇ। ਅੱਜ ਬੋਲੀ ਜਾਣਦੇ ਉਹਨੂੰ। ਦੋਸਤੀਆਂ ਹੁੰਦੀਆਂ ਨੇ, ਦੈਟ ਡਜ਼ਨਟ ਮੀਨ ਕਿ ਜਿਹੜਾ ਤੁਹਾਡਾ ਦੋਸਤ ਹੈ ਕੋਈ ਯੂ ਹੈਵ ਸਮ ਇਲਿਸਿਟ ਰਿਲੇਸ਼ਨਸ ਵਿਦ ਦੈਟ ਪਰਸਨ। ਇਹ ਕੀ ਬਣਾ ਦਿੱਤੀ ਹੈ ਇਸ ਮੁਲਕ 'ਚ? ਸਿਰਫ ਹਿੰਦੁਸਤਾਨ ਹੈ, ਬਾਹਰਲੇ ਮੁਲਕਾਂ 'ਚ ਕੋਈ ਨਹੀਂ ਬੌਦਰ ਕਰਦਾ। ਸਾਰਾ ਕੁਝ ਲੁੱਟ ਕੇ ਪੰਜਾਬ ਨੂੰ ਇਹਦੇ ਦੇ ਦਿੱਤਾ। ਆ ਤੂੰ ਬੈਠੀ ਹੈ ਨਾ, ਟਰੱਕ ਭਰ ਕੇ ਮੈਂ ਭੇਜੇ ਨੇ ਜਾਂ ਟ੍ਰੇਨ ਭਰ ਕੇ ਭੇਜੀ ਹੈ, ਤੂੰ बैठी सी ਉੱਥੇ, ऐसी बोली जाती है। सियासत में दुश्मन भी दोस्त बन जाते हैं, वक्त के साथ हालात भी रूप बदल जाते हैं। कदम यहाँ संभाल कर रखना पड़ता है इस मंच पर, क्योंकि यहाँ तालियां भी बजती हैं और पत्थर भी आ जाते हैं। सत श्री अकाल, मेरा नाम है अर्शदीप कौर, तुसीं देख रहे हो दैनिक सवेरा। ਅੱਜ ਸਾਡੇ ਨਾਲ ਨੇ ਪੰਜਾਬ ਦੇ ਸਭ ਤੋਂ ਵੱਧ ਤਜਰਬੇਕਾਰ ਲੀਡਰਾਂ 'ਚੋਂ ਇੱਕ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਬੀਜੇਪੀ ਲੀਡਰ ਕੈਪਟਨ ਅਮਰਿੰਦਰ ਸਿੰਘ। ਇਹਨਾਂ ਦਾ 55 ਸਾਲ ਤੋਂ ਵੱਧ ਦਾ ਸਿਆਸੀ ਤਜਰਬਾ ਹੈ ਤੇ ਇਹਨਾਂ ਦੇ ਸਫ਼ਰ 'ਚੋਂ ਪੰਜਾਬ ਦੀ ਪੋਲਿਟਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਦੇ ਫੈਸਲੇ, ਚੁਣੌਤੀਆਂ ਤੇ ਅੱਗੇ ਦੀ ਰਣਨੀਤੀ ਨੂੰ ਵੀ ਜਾਣਾਂਗੇ। ਬਹੁਤ ਬਹੁਤ ਸਵਾਗਤ ਤੁਹਾਡਾ थैंक दैनिक यू सवेरा। ਮਿਹਰਬਾਨੀ ਮੈਡਮ। ਸਰ, ਬੀਜੇਪੀ 'ਚ ਤੁਹਾਡਾ ਸਫ਼ਰ ਹੁਣ ਤੱਕ ਕਿਵੇਂ ਚੱਲ ਰਿਹਾ? ਦੇਖੋ ਜਦ ਤੋਂ ਮੈਂ ਆਇਆ ਹਾਂ ਬੀਜੇਪੀ 'ਚ, ਮੇਰੀ ਬੈਕ ਦੀ ਪ੍ਰੋਬਲਮ ਸੀ। ਇਹ ਪੁਰਾਣੀ ਕੋਈ ਇੱਕ ਜ਼ਖਮ ਸੀ ਜਿਹੜਾ ਫੌਜ ਦੇ ਵੇਲੇ ਤੋਂ, ਤੇ ਉਹਨੂੰ ਫਿਰ ਮੈਨੂੰ ਆਪਰੇਸ਼ਨ ਕਰਾਉਣਾ ਪਿਆ ਤੇ 2-3 ਸਾਲ ਐਸੇ ਹੀ ਲੰਘੇ ਨੇ, ਬਟ ਹੁਣ ਠੀਕ ਹੈ। ਤੋ ਨੈਚੁਰਲੀ ਮੈਂ ਇਹਦੇ ਪ੍ਰੋਬਲਮਸ ਕਰਕੇ ਮੈਂ ਬਾਹਰ ਘੁੰਮ ਨਹੀਂ ਸਕਿਆ ਜ਼ਿਆਦਾ, ਬਟ ਹੁਣ ਜੈਸੇ ਮੈਂ ਠੀਕ ਹੋ ਰਿਹਾ। ਹੁਣ ਮੈਂ ਕੋਸ਼ਿਸ਼ ਵੀ ਕੀਤੀ ਸੀ ਦੇਖਣ ਨੂੰ ਕਿ ਕੋਈ ਪ੍ਰੋਬਲਮ ਤਾਂ ਨਹੀਂ। ਮੈਂ ਮੋਗੇ ਤੇ ਫਰੀਦਕੋਟ ਗਿਆ ਸੀ ਐਂਡ ਕੋਈ ਪ੍ਰੋਬਲਮ ਨਹੀਂ ਹੋਈ। ਸੋ ਆਈ ਥਿੰਕ ਆਈ ਐਮ ਫਿਟ। ਹੁਣ ਇਲੈਕਸ਼ਨਾਂ ਵੀ ਆ ਰਹੀਆਂ ਨੇ 17 ਕੁ ਮਹੀਨਿਆਂ 'ਚ, ਤੋ ਬਸ ਤਿਆਰ ਹੈ। ਬਿਲਕੁਲ, ਬਹੁਤ ਸਾਰੀਆਂ ਐਸੀਆਂ ਰਿਪੋਰਟਸ ਆਈਆਂ ਕਿ ਤੁਹਾਨੂੰ ਜੰਮੂ ਕਸ਼ਮੀਰ ਤੇ ਮਹਾਰਾਸ਼ਟਰ ਦਾ ਰਾਜਪਾਲ ਲਗਾਇਆ ਜਾ ਰਿਹਾ, ਗਵਰਨਰ ਬਣਾਇਆ ਜਾ ਰਿਹਾ। ਇਹ ਤਾਂ ਮੈਂ ਸੁਣ ਰਿਹਾ ਕਈ ਸਾਲਾਂ ਤੋਂ। ਇਹ ਜੀ ਕੋਈ ਗੱਲ ਨਹੀਂ ਹੈ, ਨਾ ਮੈਨੂੰ ਕਿਸੇ ਨੇ ਮੇਰੇ ਨਾਲ ਗੱਲ ਕੋਈ ਹੈ, ਨਾ ਮੈਂ ਕਿਸੇ ਨੂੰ ਕਿਹਾ ਹੈ, ਨਾ ਮੇਰੀ ਗੱਲ ਪ੍ਰਾਈਮ ਮਿਨਿਸਟਰ ਨਾਲ ਜਾਂ ਹੋਮ ਮਿਨਿਸਟਰ ਨਾਲ ਮੈਂ ਤਾਂ ਕਦੇ ਰੈਫਰੈਂਸ ਵੀ ਨਹੀਂ ਕੀਤੀ ਹੈ। ਪਤਾ ਨਹੀਂ ਕਿਉਂ ਗੱਲਾਂ ਚੱਲ ਪੈਂਦੀਆਂ ਨੇ। ਤੁਹਾਨੂੰ ਬੀਜੇਪੀ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਤਾਂ ਨਹੀਂ, ਕੋਈ ਵੱਡੀ ਜ਼ਿੰਮੇਵਾਰੀ? ਨਹੀਂ, ਮੈਂ ਕਦੇ ਵੀ ਨਹੀਂ। ਦੇਖੋ ਮੇਰਾ ਬੀਜੇਪੀ ਨਾਲ ਆਉਣਾ, ਮੈਂ ਕਾਂਗਰਸ ਨਹੀਂ ਛੱਡਣੀ ਸੀ, ਪਰ ਕਾਂਗਰਸ ਨੇ ਆਪਣੇ ਆਪ ਹਾਲਾਤ ਇਹੋ ਜਿਹੇ ਬਣਾ ਦਿੱਤੇ, ਮੇਰੇ ਵਾਸਤੇ ਮੁਸ਼ਕਿਲ ਸੀ ਰਹਿਣਾ ਉੱਥੇ। ਜੈਸੇ ਅਗਰ ਮੇਰਾ ਅਸਤੀਫਾ ਲੈ ਲੈਂਦੇ ਮੈਨੂੰ ਤਾਂ ਕੋਈ ਓਬਜੈਕਸ਼ਨ ਨਹੀਂ ਸੀ। ਅਸਤੀਫਾ ਤਾਂ ਪ੍ਰੈਜ਼ੀਡੈਂਟ ਦਾ ਹੱਕ ਬਣਦਾ ਹੈ, ਉਹ ਲੈ ਸਕਦੇ ਨੇ। ਲੇਕਿਨ ਜਦੋਂ ਉਹਨਾਂ ਨੇ ਇੱਕ ਮੀਟਿੰਗ ਸੱਦੀ ਮੈਨੂੰ ਲਾਉਣ ਵਾਸਤੇ, ਉਹ ਮੈਨੂੰ ਠੀਕ ਨਹੀਂ ਲੱਗਿਆ ਕਿ ਮੈਨੂੰ 60 ਸਾਲ ਹੋ ਗਏ ਇਸ ਪਾਰਟੀ 'ਚ ਕੰਮ ਕਰਦੇ, ਆਹ ਤਰੀਕਾ ਨਹੀਂ ਹੈ। ਅਸਤੀਫਾ ਲੈ ਲਓ, ਕਰੋ ਜੋ ਮਰਜ਼ੀ। ਫਿਰ ਮੈਂ ਕਿਉਂ ਆਇਆ ਬੀਜੇਪੀ 'ਚ? ਬਿਕੋਜ਼ ਹੋਰ ਕੋਈ ਰਾਹ ਨਹੀਂ ਸੀ ਸਾਡੇ ਕੋਲ। ਮੇਰੀ ਸੋਚ ਸ਼ੁਰੂ ਤੋਂ ਨੈਸ਼ਨਲਿਸਟ ਸੋਚ ਹੈ। ਅਕਾਲੀ ਦਲ 'ਚ ਮੈਂ ਰਿਹਾ, ਅਕਾਲੀ ਦਲ 'ਚ ਮੈਂ ਦੇਖਿਆ ਕਿ ਅਕਾਲੀ ਦਲ ਦੀ ਤਾਂ ਸੋਚ ਘੱਗਰ ਨਹੀਂ ਟੱਪਦੀ। ਮੈਂ ਕਿਆ ਕਰਨਾ, ਇੱਧਰ ਹੀ ਹੈ, ਉੱਧਰ ਤਾਂ ਪਤਾ ਹੀ ਨਹੀਂ ਕਿ ਮੁਲਕ ਦੇ ਵਿੱਚ ਕੀ ਹੋ ਰਿਹਾ।
ਸਾਡੇ ਕੋਲ ਨੈਸ਼ਨਲ ਪਾਰਟੀ ਇੱਕ ਸੀ ਐਂਡ ਮੈਂ ਪ੍ਰਾਈਮ ਮਿਨਿਸਟਰ ਨੂੰ ਜਾਣਦਾ ਸੀ ਕਿਉਂਕਿ ਉਹ ਰਹੇ ਨੇ ਉਰੇ ਦੇ ਪ੍ਰਭਾਰੀ, ਮੈਂ ਉਦੋਂ ਦਾ ਕਾਂਗਰਸ ਪ੍ਰੈਜ਼ੀਡੈਂਟ ਸੀ, PCC ਪ੍ਰੈਜ਼ੀਡੈਂਟ, ਇਕੱਠੇ ਮਿਲੇ ਅਸੀਂ। ਉਸ ਤੋਂ ਬਾਅਦ ਉਹ ਬਣ ਗਏ ਚੀਫ ਮਿਨਿਸਟਰ, ਮੈਂ ਬਣ ਗਿਆ ਚੀਫ ਮਿਨਿਸਟਰ। ਫਿਰ ਉਹ ਬਣ ਗਏ ਚੀਫ ਮਿਨਿਸਟਰ ਦੁਬਾਰਾ, ਮੈਂ ਬਣ ਗਿਆ PCC ਪ੍ਰੈਜ਼ੀਡੈਂਟ ਦੁਬਾਰਾ, ਮਿਲਦੇ ਰਹਿੰਦੇ ਸੀ। ਫਿਰ ਉਹ ਬਣ ਗਏ ਪ੍ਰਾਈਮ ਮਿਨਿਸਟਰ, ਮੈਂ ਬਣ ਗਿਆ ਚੀਫ ਮਿਨਿਸਟਰ। ਸੋ 25 ਸਾਲਾਂ ਤੋਂ ਮੈਂ ਪ੍ਰਾਈਮ ਮਿਨਿਸਟਰ ਨੂੰ ਜਾਣਦਾ ਸੀ। ਸੋ ਨੈਚੁਰਲੀ ਜਦੋਂ ਤੁਸੀਂ ਦੇਖਦੇ ਹੋ ਕਿ ਕਿਸੇ ਪਾਰਟੀ ਜੁਆਇਨ ਕਰਨਾ ਤਾਂ ਆਹ ਵੀ ਦੇਖਣਾ ਪੈਂਦਾ ਕਿ ਕਿਹਦੇ ਨਾਲ ਤੁਹਾਡੀ ਬਣ ਸਕਦੀ ਹੈ, ਕੈਸੇ ਨਹੀਂ। ਔਰ ਮੈਂ ਸਮਝਦਾ ਸੀ ਨੈਸ਼ਨਲ ਸਟੈਬਿਲਿਟੀ ਵਾਸਤੇ, ਮੇਰੇ ਵਾਸਤੇ ਪਰਸਨਲ ਤੌਰ 'ਤੇ BJP ਇਜ਼ ਦ ਰਾਈਟ ਪਾਰਟੀ ਐਂਡ BJP ਦੀ ਜਿਹੜੀ ਸੋਚ ਹੈ ਉਹ ਸਾਡੇ ਨਾਲ ਬਹੁਤ ਮਿਲਦੀ ਹੈ। ਐਜ਼ ਅ ਨੈਸ਼ਨਲ ਪਾਰਟੀ ਡਿਫਰੈਂਸਿਸ ਹੋਣਗੀਆਂ, ਕਾਂਗਰਸ ਦੀ ਆਪਣੀ ਨੈਸ਼ਨਲ ਸੋਚ ਹੈ, ਇਹਨਾਂ ਦੀ ਕੁਛ ਨੈਸ਼ਨਲ ਸੋਚ ਹੋਰ ਹੈ, ਹੋਰਾਂ ਦੀ ਹੋਰ ਹੋਊਗੀ, ਲੇਕਿਨ ਮੇਰੇ ਵਾਸਤੇ ਮੈਂ ਸਮਝ ਸਕਦਾ ਸੀ ਕਿ ਇਹਨਾਂ ਦੇ ਨਾਲ ਮੇਰੇ ਪੋਲੀਟੀਕਲ ਸੋਚ ਮਿਲਦੀ ਹੈ, ਤਾਂ ਉਹਨਾਂ ਦੇ ਨਾਲ ਤਾਂ ਮੈਂ ਗੱਲ ਕੀਤੀ ਸੀ। ਤੁਹਾਡਾ ਇਸ ਤੋਂ ਪਹਿਲਾਂ ਵੀ BJP ਦੇ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਰਿਹਾ ਕਿ BJP ਜੁਆਇਨ ਕਰਨੀ ਹੈ? ਮੇਰੀ ਨਹੀਂ, ਇਹ ਤਾਂ ਹੋਇਆ ਹੀ ਉਦੋਂ ਨਹੀਂ। ਮੈਂ ਕਿਉਂ ਜੁਆਇਨ ਕਰਾਂ, ਮੈਂ ਤਾਂ ਚੀਫ ਮਿਨਿਸਟਰ ਸੀ। ਸੋ ਆਈ ਵੁੰਟ, ਉਹ ਤਾਂ ਜੁਆਇਨ ਕਰਨ ਦਾ ਤਾਂ ਮਤਲਬ ਨਹੀਂ ਸੀਗਾ। ਉਹਨਾਂ ਦੇ ਨਾਲ ਕੀ ਮੇਰੇ ਪਹਿਲਾਂ ਤਾਲੁਕਾਤ ਸੇ, ਵੈਰੀ ਲਿਟਲ, ਮਿਲਦੇ ਰਹਿੰਦੇ ਸੀ। ਮੈਂ ਤਾਂ ਇਸ ਗੱਲ ਦਾ ਬੜਾ ਇੱਕ ਚਾਹਵਾਨ ਵੀ ਹੈ ਔਰ ਮੇਰੀ ਸੋਚ ਵੀ ਰਹੀ ਹੈ ਕਿ ਪੋਲੀਟਿਕਸ ਦੀ ਆਪਣੀ ਜਗ੍ਹਾ ਔਰ ਦੋਸਤੀ ਦੀ ਆਪਣੀ ਜਗ੍ਹਾ। ਐਂਡ ਜਦੋਂ ਅਸੀਂ ਪਾਰਲੀਮੈਂਟ ਦੇ ਵਿੱਚ ਹੁੰਦੇ ਸੀ, BJP ਦੇ ਬੰਦੇ ਮਿਲਿਆ ਕਰਦੇ ਸੀ, ਕੋਈ ਪ੍ਰੋਬਲਮ ਨਹੀਂ ਮੈਨੂੰ। ਜਦੋਂ ਉਹਨਾਂ ਦੀ ਅਕਾਲੀਆਂ ਨਾਲ ਰਲ ਕੇ ਉਰੇ ਸਰਕਾਰ ਸੀ, ਉਦੋਂ ਵੀ ਮੈਂ ਉਹਨਾਂ ਨੂੰ ਮਿਲਿਆ ਕਰਦਾ ਸੀ। ਆਈ ਹੈਡ ਨੋ ਪ੍ਰੋਬਲਮ ਐਟ ਆਲ। ਜੈਸੇ ਮੈਂ ਤੁਹਾਨੂੰ ਦੱਸਿਆ, ਮੈਂ PCC ਦਾ ਪ੍ਰਧਾਨ, ਮੋਦੀ ਜੀ ਸਾਡੇ ਚੀਫ ਮਿਨਿਸਟਰ ਗੁਜਰਾਤ, ਜਦੋਂ ਮੈਂ ਅੰਮ੍ਰਿਤਸਰ ਸੀ ਇੱਕ ਦਿਨ, ਉਹ ਮੈਨੂੰ ਪਤਾ ਲੱਗਿਆ ਉਹ ਆ ਰਹੇ ਨੇ, ਤਾਂ ਮੈਂ ਉਹਨਾਂ ਨੂੰ ਜਾ ਕੇ ਏਅਰਪੋਰਟ 'ਤੇ ਰਿਸੀਵ ਕੀਤਾ। ਉਹ ਦੈਟ ਇਜ਼ ਨਥਿੰਗ। ਇਹ ਤਾਂ ਜਦੋਂ ਮੈਂ ਕਾਂਗਰਸ ਵਿੱਚ ਸੀ। ਸੋ ਮੈਂ ਸਮਝਦਾ ਕਿ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਜਦ ਤੁਸੀਂ ਪਾਰਟੀ ਕੋਈ ਛੱਡੋ ਤਾਂ ਪਿੱਠ ਮੋੜ ਲਓ। ਹੁਣ ਮੇਰੇ ਅੱਜ ਦੇਖੋ, 2 ਅਕਾਲੀ ਦਲ ਛੱਡੇ ਨੂੰ ਮੈਨੂੰ ਕਿੰਨੇ ਸਾਲ ਹੋ ਗਏ, 30 ਸਾਲ ਹੋ ਗਏ ਹੋਣੇ ਆ। ਮੇਰੇ ਬੜੇ ਅੱਛੇ ਦੋਸਤ ਨੇ, ਇਨਫੈਕਟ ਵਨ ਆਫ ਮਾਈ ਬੈਸਟ ਫਰੈਂਡਸ ਰਵਿੰਦਰ ਸਿੰਘ ਅਕਾਲੀ ਦਲ ਦੇ ਵਿੱਚ ਨੇ, ਔਰ ਉਦੋਂ ਦੇ ਨੇ ਔਰ ਹੁਣ ਵੀ ਨੇ। ਐਂਡ ਇਹੀ ਗੱਲ ਹੈਗੀ ਜਿਹੜੀ ਕਾਂਗਰਸ ਪਾਰਟੀ ਨਾਲ ਮੇਰੇ ਬੜੇ ਵੀ ਦੋਸਤ ਨੇ। ਠੀਕ ਹੈ, ਪੋਲੀਟੀਕਲ ਗੱਲਾਂ ਹੋਰ ਹੁੰਦੀਆਂ ਨੇ, ਲੇਕਿਨ ਅੱਜ ਵੀ ਮੈਨੂੰ 4-5 ਸਾਲ ਹੋ ਗਏ, ਬਟ ਮੇਰੇ ਦੋਸਤ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਨੇ, ਕਿਉਂਕਿ ਇੰਨੇ ਸਾਲ ਤਾਂ ਮੈਂ ਰਿਹਾ ਉਹਨਾਂ ਨਾਲ। ਹਾਊ ਕੈਨ ਯੂ ਸੇ ਕਿ ਅਸੀਂ ਦੋਸਤੀ ਨਹੀਂ ਰੱਖ ਸਕਦੇ ਜਾਂ ਪਿੱਠ ਮੋੜ ਲਈਏ ਜਦ ਕੋਈ ਦੋਸਤ ਆਉਂਦਾ। ਮੈਂ ਇਸ 'ਚ ਸਹਿਮਤ ਨਹੀਂ। ਐਂਡ ਪੋਲੀਟਿਕਸ 'ਚ ਰਿਸ਼ਤੇ ਬਦਲਦੇ ਨੇ ਜਾਂ ਪੋਲੀਟਿਕਸ ਰਿਸ਼ਤਿਆਂ 'ਤੇ ਅਸਰ ਪਾਉਂਦੀ ਹੈ, ਦੋਸਤੀ 'ਤੇ, ਹੋਰ ਚੀਜ਼ਾਂ 'ਤੇ? ਇਹ ਸਿਰਫ ਹਿੰਦੁਸਤਾਨ 'ਚ ਦੈਟ ਇਜ਼ ਦੀ ਪ੍ਰੋਬਲਮ ਕਿ ਇੱਥੇ ਹੈ ਕਿ ਅਗਰ ਤੁਸੀਂ ਆਪਣੀ ਪਾਰਟੀ ਛੱਡ ਜਾਓ ਤਾਂ ਤੁਸੀਂ ਆਪਣੀ ਦੋਸਤੀ ਵੀ ਛੱਡ ਦਿਓ। ਇਹ ਨਹੀਂ ਹੋ ਸਕਦਾ। ਪਾਰਟੀ ਛੱਡ ਦਿਓ, ਉਹ ਪੋਲੀਟੀਕਲ ਸੋਚ ਹੈ। ਦੋਸਤੀ ਦੀ ਆਪਣੀ ਜਗ੍ਹਾ ਹੈ ਐਂਡ ਤੁਸੀਂ ਦੋਸਤੀ ਆਪਣੇ ਦੋਸਤਾਂ ਨਾਲ ਬਣਾਓ। ਮੈਂ ਇੱਕ ਦੱਸਿਆ ਕਰਦਾ, ਇੱਕ ਪਿਕਚਰ ਹੈ ਅੰਗਰੇਜ਼ੀ ਕਾਲ ਫਸਟ ਅਮੰਗ ਇਕੁਅਲਸ। ਤਿੰਨੋਂ ਬੰਦੇ, ਇਹ UK ਦੀ ਪਿਕਚਰ ਹੈ, ਕੰਜ਼ਰਵੇਟਿਵ ਪਾਰਟੀ, ਲੇਬਰ ਪਾਰਟੀ, ਲਿਬਰਲ ਪਾਰਟੀ, ਤਿੰਨੋਂ ਇਕੱਠੇ ਪੜ੍ਹੇ, ਤਿੰਨੋਂ ਬੜੇ ਦੋਸਤ। ਲੇਕਿਨ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ, ਆਪਣੇ ਪਾਰਟੀ ਦਾ ਸਟੈਂਡ ਉਹਨਾਂ ਦਾ ਵੱਖਰਾ, ਉਹ ਲੜਦੇ ਨੇ ਔਰ ਉਹ ਲੜਾਈ ਤੋਂ ਬਾਅਦ ਫਿਰ ਸਭ ਤੋਂ ਵੱਡੇ ਦੋਸਤ ਆਪਸ 'ਚ। ਦੈਟ ਸ਼ੁੱਡ ਬੀ ਆਰ ਕੈਰੈਕਟਰ ਹਿੰਦੁਸਤਾਨ 'ਚ। ਕਿਉਂ ਅਸੀਂ ਕਿਸੇ ਦੇ ਨਾਲ, ਕੱਲ੍ਹ ਵੀ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਜਿਹੜਾ ਮੇਰੇ ਨਾਲ ਪਹਿਲਾਂ ਕਾਂਗਰਸ ਹੁੰਦਾ ਸੀ, ਹੁਣ ਕਾਂਗਰਸ 'ਚ ਨਹੀਂ ਹੈ, ਲੇਕਿਨ ਕਿਸੇ ਹੋਰ ਪਾਰਟੀ 'ਚ ਨੇ। ਬੜੇ ਪੁਰਾਣੇ ਦੋਸਤ ਨੇ, ਬੜੇ ਪਿਆਰ ਨਾਲ ਗੱਲਾਂ ਕੀਤੀਆਂ। ਦੈਟਸ ਆਲ ਰਾਈਟ, ਦਿਸ ਇਜ਼ ਪਾਰਟ ਆਫ ਲਾਈਫ ਐਂਡ ਪੋਲੀਟੀਕਲ ਲਾਈਫ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਝਗੜਾ ਤੁਸੀਂ ਕਰੋ। ਇੱਕ ਦਿਨ ਮੈਂ ਤੁਹਾਨੂੰ ਦੱਸਾਂ, ਮੈਂ ਜਦੋਂ ਅੰਮ੍ਰਿਤਸਰ ਤੋਂ ਜਿੱਤ ਕੇ ਗਿਆ ਸੀ ਪਾਰਟੀ ਉੱਥੇ ਪਾਰਲੀਮੈਂਟ 'ਚ, ਮੈਂ ਥੋੜ੍ਹੇ ਮਿੰਟ ਪਹਿਲਾਂ ਪਹੁੰਚ ਗਿਆ ਉੱਥੇ, ਅਤੇ ਜਨਰਲ VK ਸਿੰਘ ਆਏ। ਉਹ BJP ਦੇ ਸੀ, ਮੈਂ ਕਾਂਗਰਸ ਸੀ। ਸੋ ਮੈਂ ਵੈਲ 'ਚ ਅਸੀਂ ਖੜ੍ਹੇ ਸੀ ਨੀਚੇ, ਮੈਂ ਉਹਨਾਂ ਅਸੀਂ ਜੱਫੀ ਪਾ ਕੇ ਮਿਲੇ ਅਤੇ ਬਹੁਤ ਮੇਰਾ ਉਹਨਾਂ ਦੇ ਨਾਲ ਜਦ ਤੋਂ ਬ੍ਰਿਗੇਡੀਅਰ ਸੇ, ਫਿਰ ਮੇਜਰ ਜਨਰਲ ਬਣੇ, ਲੈਫਟੀਨੈਂਟ ਜਨਰਲ ਬਣੇ, ਚੀਫਸ ਬਣੇ, ਸਭ ਕੁਝ ਦੋਸਤੀ ਰਹੀ ਸਾਡੀ। ਅਤੇ ਮੈਨੂੰ ਬਾਅਦ 'ਚ ਕੋਈ ਪੁੱਛ ਰਿਹਾ ਸੀ, ਲੀਡਰਸ਼ਿਪ ਨੇ ਨਹੀਂ ਪੁੱਛਿਆ, ਸਾਡੇ ਸਾਥੀਆਂ ਨੇ, ਤੁਸੀਂ ਉਹਨੂੰ ਜੱਫੀ ਕਿਉਂ ਪਾਈ? ਮੈਂ ਕਿਹਾ ਵਾਈ ਨਾਟ, ਮੇਰੇ ਦੋਸਤ ਨੇ, ਇੰਨੇ ਸਾਲਾਂ ਤੋਂ ਅਸੀਂ ਇਕੱਠੇ ਰਹੇ। ਸੋ ਅੱਛਾ ਬਸ ਠੀਕ ਹੈ, ਬਸ। ਬਟ ਹੀ ਡਿਡ ਨਾਟ ਲਾਈਕ ਇਟ। ਮੇਰਾ ਮਤਲਬ ਇਹ ਸੋਚਦੇ ਨੇ ਕਿ ਅਗਰ ਇੱਕ ਵਾਰ ਤੋੜ ਲਿਆ ਕੰਮ ਤਾਂ ਪਾਸੇ ਰਹਿ ਜਾਓ ਤੁਸੀਂ, ਉਹ ਵੀ ਰਹਿ ਜਾਣ ਪਾਸੇ, ਔਰ ਤੁਸੀਂ ਆਪਣੇ ਨਵੀਂ ਪਾਰਟੀ ਨਾਲ ਕਰੋ। ਤਾਂ ਮੈਂ ਕਹਿ ਰਿਹਾ ਕਿ
ਦੋਸਤੀਆਂ ਦੋਸਤੀ ਜਗ੍ਹਾ ਹੁੰਦੀਆਂ ਨੇ, ਪੋਲੀਟੀਕਲ ਸੋਚ ਥੋੜ੍ਹੀ ਕਿਤੇ ਹੋਰ ਹੁੰਦੀ ਹੈ। ਬਿਲਕੁਲ ਉਹੀ ਸਿਆਸਤ ਦੇ ਵਿੱਚ ਦੋਸਤੀ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ, ਕਿਉਂਕਿ ਅਸੀਂ ਦੇਖਿਆ 2002 ਵਾਲੀ ਤੁਹਾਡੀ ਸਰਕਾਰ 'ਚ, 2017 ਵਾਲੀ ਤੁਹਾਡੀ ਸਰਕਾਰ 'ਚ ਬਹੁਤ ਸਾਰੇ ਐਸੇ ਲੀਡਰ ਸੀ ਜੋ ਤੁਹਾਡੇ ਸਮਰਥਕ ਸੀ, ਤੁਹਾਡੇ ਫੈਨ ਸੀ, ਤੁਹਾਡੀਆਂ ਤਾਰੀਫਾਂ ਕਰਦੇ ਸੀ, ਪਰ ਬਹੁਤ ਛੇਤੀ ਪਾਲਾ ਬਦਲ ਗਏ। ਉਹੀ ਤਾਂ ਮੈਂ ਕਹਿ ਰਿਹਾ ਤੁਹਾਨੂੰ, ਜਿਹੜੇ ਦੋਸਤ ਸੀ ਵਿਚਾਰੇ ਮੇਰੇ ਨਾਲ ਰਹੇ, ਸ਼ਾਇਦ ਉਹ ਡਰਦੇ ਸੀ ਕਿ ਅਗਰ ਅਸੀਂ ਉਹਦੇ ਨਾਲ ਰੱਖੀਏ ਸੰਪਰਕ ਤੇ ਸਾਡੀ ਲੀਡਰਸ਼ਿਪ ਔਖੀ ਹੋ ਜੂ। ਪਰ ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਮੈਂ ਲੀਡਰਸ਼ਿਪ ਨੂੰ ਨਹੀਂ ਮਿਲਿਆ ਹੁਣ ਇਹਨੇ 4-5 ਸਾਲ ਕਾਂਗਰਸ ਦੀ ਲੀਡਰਸ਼ਿਪ ਨੂੰ, ਉਹਨਾਂ ਨੂੰ ਦੇ ਵੁੱਡ ਨਾਟ ਬੋਦਰ, ਬਟ ਇਹ ਲੋਕ ਬੋਦਰ ਕਰਦੇ ਨੇ। ਇਹ ਆਪਣੀ ਫਿਊਚਰ ਸੋਚਦੇ ਨੇ ਕਿ ਅਗਰ ਅਸੀਂ ਦੋਸਤੀ ਰੱਖੀਏ, ਜੈਸੇ ਕਈ ਰੱਖ ਰਹੇ ਨੇ ਮੇਰੇ ਨਾਲ, ਪਰ ਉਹ ਸ਼ਾਮ ਨੂੰ ਆ ਜਾਂਦੇ ਨੇ ਮਿਲਣ ਜਾਂ ਕਦੇ ਹੋਰ ਆ ਜਾਂਦੇ ਨੇ, ਬਟ ਅਗਰ ਅਸੀਂ ਪਬਲਿਕਲੀ ਮਿਲੀਏ ਤਾਂ ਸਾਡੀ ਸੀਟ ਦਾ ਡਰ ਹੈ ਜੀ, ਕੋਈ ਖਰਾਬ ਹੋ ਜਾਊਗਾ ਜੀ, ਫਲਾਣਾ ਹੋ ਜਾਊਗਾ। ਬਟ ਇਹ ਗਲਤ ਗੱਲ ਹੈ ਸਾਡੇ ਮੁਲਕ 'ਚ, ਇਹ ਨਹੀਂ ਹੋਣੀ ਚਾਹੀਦੀ। ਤੁਸੀਂ ਅਕਾਲੀ ਦਲ ਬਾਰੇ ਕਿਹਾ ਕਿ ਇਹਨਾਂ ਦੀ ਸੋਚ ਜਿਹੜੀ ਆ ਉਹ ਘੱਗਰ ਨਹੀਂ ਟੱਪਦੀ, ਪਰ ਉਸੇ ਅਕਾਲੀ ਦਲ ਦੇ ਨਾਲ ਤੁਸੀਂ ਗੱਠਜੋੜ ਦਾ ਆਪਣੀ ਪਾਰਟੀ ਨੂੰ ਸੁਝਾਅ ਦਿੱਤਾ, ਉਸ ਸੁਝਾਅ ਨੂੰ ਕਿਵੇਂ ਲਿਆ ਗਿਆ? ਆਈ ਟੈਲ ਯੂ ਰੀਜ਼ਨ ਮੇਰਾ ਇਹ ਕਹਿਣ ਦਾ ਇਹ ਹੈ ਕਿ ਇਸ ਵੇਲੇ ਆਪਾਂ ਆਮ ਆਦਮੀ ਪਾਰਟੀ ਹੈ ਜਿਹਦੇ ਪੋਲੀਟੀਕਲ ਸਿਸਟਮ ਤਾਂ ਜੋ ਮਰਜ਼ੀ ਹੋਵੇ, ਗਵਰਨਮੈਂਟਲ ਸਿਸਟਮ ਬਿਲਕੁਲ ਜ਼ੀਰੋ ਹੈ। ਮੈਂ ਤਾਂ ਰਿਹਾ 9.5 ਸਾਲ ਚੀਫ ਮਿਨਿਸਟਰ, ਆਈ ਨੋ ਹਾਊ ਗਵਰਨਮੈਂਟਸ ਰਨ। ਇਹ ਕੋਈ ਤਰੀਕਾ ਨਹੀਂ ਗਵਰਨਮੈਂਟ ਚਲਾਉਣ ਦਾ। ਕੋਈ ਸਿਸੋਦੀਆ ਨੂੰ ਬਿਠਾ ਦਿਓ ਰੇ, ਕੋਈ ਹੋਰ ਬੰਦਾ ਜਿਹੜੇ ਉਹ ਲੇਡੀ MP ਨੂੰ ਥੱਪੜ ਮਾਰਿਆ ਸੀ ਉਹਨੂੰ ਵੀ ਬਿਠਾ ਦਿਓ ਰੇ, ਔਰ ਸਭ ਕੁਝ ਵੱਡੀਆਂ ਫਾਈਲਾਂ ਜਾਂਦੀਆਂ ਨੇ ਕੇਜਰੀਵਾਲ ਕੋਲ। ਇਹ ਸਰਕਾਰ ਚਲਾਉਣ ਦਾ ਕੰਮ ਹੈ। ਮੇਰੇ 9.5 ਸਾਲ 'ਚ ਨਾ ਡਾਕਟਰ ਮਨਮੋਹਨ ਸਿੰਘ, ਨਾ ਕਾਂਗਰਸ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਜੀ ਨੇ ਇੱਕ ਵਾਰ ਵੀ ਮੈਨੂੰ ਨਹੀਂ ਕਿਹਾ ਫਲਾਣਾ ਕਰੋ ਜਾਂ ਫਲਾਣਾ ਕਰੋ, ਜਾਂ ਜੋ ਮੈਂ ਕਰਦਾ ਸੀ ਇੱਕੋ ਵਾਰ ਮੇਰੇ ਨਾਲ ਔਖੇ ਹੋਏ ਜਦੋਂ ਮੈਂ ਪਾਣੀ ਦਾ ਮੁੱਦਾ ਬਸ, ਦੈਟਸ ਆਲ, ਹੋਰ ਕੁਛ ਨਹੀਂ। ਅਦਰਵਾਈਜ਼ ਮੇਰੇ ਨਾਲ ਕਦੇ ਵੀ ਨਹੀਂ ਮੈਨੂੰ ਕਿਹਾ ਕੁਛ ਕੋਈ ਵੀ ਇਸ਼ੂ 'ਤੇ। ਤੋ ਇਹੀ ਮੈਂ ਕਹਿ ਰਿਹਾ ਕਿ ਇੱਥੇ ਅਗਰ ਤੁਸੀਂ ਗਵਰਨਮੈਂਟ ਚੰਗੀ ਚਾਹੁੰਦੇ ਵਿੱਚ ਪੰਜਾਬ ਨੂੰ ਲੋੜ ਹੈ ਅੱਜ ਅੱਛੀ ਗਵਰਨੈਂਸ ਦੀ, ਫਿਰ ਤੁਹਾਨੂੰ ਇੱਕ ਗਵਰਨਮੈਂਟ ਲਿਆਓ ਜੋ ਸਟੇਬਿਲਿਟੀ ਦੇ ਸਕਦੀ ਹੈ, ਸਥਿਰਤਾ ਦੇ ਸਕਦੀ ਹੈ ਪੰਜਾਬ ਨੂੰ। ਕਿਹੜੀ ਦੇ ਸਕਦੀ ਹੈ? ਇਸ ਵੇਲੇ ਕੋਈ ਵੀ ਨਹੀਂ। ਯੂ ਹੈਵ ਟੂ ਥਿੰਕ ਆਫ ਕੌਣ ਬਣਾ ਸਕਦਾ ਹੈ ਇੱਕ ਅਲਾਇੰਸ ਜਿਹਦੇ ਨਾਲ ਸਟੇਬਲ ਗਵਰਨਮੈਂਟ ਚੱਲ ਸਕੇ। ਅੱਛਾ, ਇੱਕ ਉਹ ਹੈ ਅਕਾਲੀ ਦਲ ਔਰ BJP, ਇਹੀ ਇਹਨਾਂ ਨੇ ਕੀਤੀ ਹੈ ਪਹਿਲਾਂ 1900 ਜਦੋਂ ਮੈਂ ਜਿੱਤਿਆ ਸੀ ਉਹ ਇਲੈਕਸ਼ਨ ਜਿਹੜੀ ਅਸੀਂ 2007 ਵਿੱਚ, ਉਦੋਂ ਮੇਰੇ ਆਏ ਸੀ 46 ਸੀਟਾਂ, ਬਾਦਲ ਦੀਆਂ ਆਏ ਸੀ 42। ਗਵਰਨਮੈਂਟ ਕੈਸੇ ਬਣੀ? BJP ਨੂੰ ਜੋੜ ਕੇ। ਸੋ ਹੁਣ ਕਿਉਂ ਤੁਹਾਨੂੰ ਕੀ ਤਕਲੀਫ ਹੈ BJP ਨਾਲ ਜੁੜਨ ਦੀ? ਜਿਹੜੇ ਮੈਂ ਸੁਣਦਾ ਹੈ ਕੋਈ ਅਕਾਲੀ ਬੋਲਦੇ ਕਿ ਜੀ ਸਾਡੀ ਸੋਚ ਹੋਣੀ, ਉਦੋਂ ਕਿੱਥੇ ਸੀ ਸੋਚ? ਪੁਆਇੰਟ ਇਜ਼ ਤੁਸੀਂ ਅਗਰ BJP ਔਰ ਅਕਾਲੀ ਦਲ ਇਕੱਠੇ ਹੋਣਗੇ, ਇੱਕ ਸਟੇਬਲ ਗਵਰਨਮੈਂਟ ਪੰਜਾਬ ਨੂੰ ਮਿਲ ਸਕਦੀ ਹੈ। ਔਰ ਅੱਜ ਸਟੇਬਲ ਗਵਰਨਮੈਂਟ ਦੀ ਬਹੁਤ ਸਾਨੂੰ ਲੋੜ ਹੈ ਅਗਰ ਪੰਜਾਬ ਦਾ ਫਿਊਚਰ ਆਪਾਂ ਸੋਚ ਰਹੇ ਹਾਂ। ਤੁਸੀਂ ਅਕਾਲੀ ਦਲ ਨਾਲ ਗੱਠਜੋੜ ਦਾ ਸੁਝਾਅ ਦਿੱਤਾ, ਪਰ ਪੰਜਾਬ BJP ਦੇ ਅਸੀਂ ਜਿੰਨੇ ਲੀਡਰਸ ਨੂੰ ਸੁਣਿਆ ਉਹ ਇਸ ਸੁਝਾਅ ਦੇ ਖਿਲਾਫ ਸੀ। ਉਹ ਕਹਿੰਦੇ ਨਹੀਂ, ਅਸੀਂ ਇਕੱਲੇ ਹੀ ਚੱਲਣਾ ਹੈ। ਚਲੋ ਇਕੱਲੇ ਫਿਰ ਆਪਾਂ ਮਾਰ ਖਾਵਾਂਗੇ, ਕਰਨੀ ਹੈ ਕਰੋ, ਪਰ ਗਵਰਨਮੈਂਟ ਨੁਕਸਾਨ ਦਾ ਤਾਂ ਪੰਜਾਬ ਦਾ ਤਾਂ ਨੁਕਸਾਨ ਹੋਊਗਾ। ਪੰਜਾਬ ਨੂੰ ਫਿਰ ਗਵਰਨਮੈਂਟ ਕੌਣ ਬਣਾਊਗਾ? ਫਿਰ ਤੁਸੀਂ ਦੇਖੋਗੇ ਆਮ ਆਦਮੀ ਦੇ 20 ਸੀਟਾਂ, ਕਿਸੇ ਦੀਆਂ 40 ਸੀਟਾਂ, ਕਿਸੇ ਦੀਆਂ 10 ਸੀਟਾਂ, ਫਿਰ ਜਾ ਕੇ ਖਿਚੜੀ ਬਣਾ ਲਓਗੇ ਤੁਸੀਂ। ਨੁਕਸਾਨ ਕਿਹਦਾ ਹੋਊਗਾ? ਪੰਜਾਬ ਦਾ। ਤੁਹਾਨੂੰ ਲੱਗਦਾ BJP ਆਈ ਡੋਂਟ ਐਗਰੀ ਵਿਦ BJP ਦੀ ਆਪਣੀ ਸੋਚ ਹੈ, ਫਾਈਨਲ ਡਿਸੀਜਨ ਗਵਰਨਮੈਂਟ ਲਊਗੀ ਇਹਨਾਂ ਦੀ BJP ਦੀ ਲੀਡਰਸ਼ਿਪ ਦੀ ਲੀਡ, ਲੇਕਿਨ ਉਰੇ ਦੀ ਮੇਰੀ ਵਿਊਜ਼ ਨੇ, ਮੈਂ ਵਿਊਜ਼ ਦੇਊਂਗਾ ਆਪਣੇ। ਨੋਬਡੀ ਕੈਨ ਸਟਾਪ ਮੀ। ਮੈਨੂੰ ਤਾਂ 60 ਸਾਲ ਹੋ ਗਏ ਸਿਆਸਤ 'ਚ, ਮੈਨੂੰ ਨਹੀਂ ਪਤਾ ਪੰਜਾਬ ਦਾ ਪੋਲੀਟਿਕਸ ਕੀ ਹੈ। ਅਗਰ ਉਹਨਾਂ ਨੂੰ ਨਹੀਂ ਪਸੰਦ ਮੇਰੀ ਗੱਲਾਂ ਨਾ ਹੋਣ, ਪਰ ਮੈਂ ਆਪਣੇ ਵਿਊਜ਼ ਤਾਂ ਦੇ ਸਕਦਾ। ਜਦੋਂ ਤੁਸੀਂ ਬਿਆਨ ਦਿੱਤਾ ਤੁਹਾਨੂੰ ਫੋਨ ਵੀ ਆਏ BJP ਲੀਡਰਸ ਦੇ ਕਿ ਬਈ ਇਹ ਇਸ ਤਰ੍ਹਾਂ ਦਾ? ਮੈਂ ਅਖਬਾਰ 'ਚ ਹੀ ਪੜ੍ਹੇ ਸੀ ਇੱਕ ਦੋ ਜਿਹੜੇ ਬੋਲ ਰਹੇ ਨੇ, ਦੈਟਸ ਆਲ, ਨੋਬਡੀ ਸੇਜ਼। ਤੇ BJP ਦੀ ਹਾਈ ਕਮਾਂਡ ਨੇ ਤੁਹਾਡੇ ਬਿਆਨ ਨੂੰ ਕਿਵੇਂ ਲਿਆ? ਮੈਂ ਤਾਂ ਗੱਲ ਹੀ ਨਹੀਂ ਕੀਤੀ ਉਹਨਾਂ ਨਾਲ, ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦਾ। ਉਦੋਂ ਜਦੋਂ ਹੋ ਰਹੀ ਸੀ, ਉਦੋਂ ਮੇਰਾ ਖਿਆਲ ਬਿਹਾਰ ਦੀ ਇਲੈਕਸ਼ਨ ਚੱਲ ਰਹੀ ਸੀ, ਫਿਰ ਪਾਰਲੀਮੈਂਟ ਆ ਗਿਆ, ਇਹ ਸਾਰੇ ਬਿਆਨ ਬੂਨ ਸਾਰੇ ਲੋਕ ਭੁੱਲ ਜਾਂਦੇ ਨੇ, ਬਸ ਉਹੀ ਹੈ। ਕਈ ਕਹਿੰਦੇ ਨੇ ਕਿ ਤੁਹਾਡੇ ਬਿਆਨ ਨੇ, ਅਕਾਲੀ ਦਲ ਨਾਲ ਗੱਠਜੋੜ ਵਾਲੇ ਬਿਆਨ ਨੇ BJP ਨੂੰ ਡੈਮੇਜ ਕੀਤਾ, ਕਿਉਂਕਿ BJP ਸੋਚ ਰਹੀ ਆਪਾਂ 2027 'ਚ ਸਰਕਾਰ ਬਣਾਉਣ ਦਾ ਲੋਕਾਂ ਅੱਗੇ ਦਾਅਵਾ ਕਰ ਰਹੀ ਹੈ, ਹੁਣ ਹੋਰ ਚੋਣਾਂ ਵੀ ਇਕੱਲੇ ਲੜ ਰਹੀ ਹੈ। ਦੇਖੋ ਗੱਲਾਂ ਕਰਨੀਆਂ ਇੱਕ ਗੱਲ ਨੇ, ਰਿਐਲਿਟੀ ਕੀ ਹੈ? ਰਿਐਲਿਟੀ ਦੇਖੋ ਨਾ, ਅਸਲੀਅਤ ਕੀ ਹੈ? ਅਸਲੀਅਤ ਹੈ ਕਿ ਬਣਾ ਸਕਦੇ ਜਾਂ ਨਹੀਂ ਬਣਾ ਸਕਦੇ। ਪੁਆਇੰਟ ਇਜ਼ ਕਿ BJP ਨੇ ਕਦੇ ਵੀ ਪਿਛਲੇ 70 ਸਾਲਾਂ ਦੀ ਇਲੈਕਸ਼ਨ ਦਾ ਤੋਂ ਚੱਲ ਰਹੀ ਹੈ, ਕਦੇ ਵੀ ਇੰਡੀਪੈਂਡੈਂਟਲੀ ਲੜੇ ਨਹੀਂ। ਦੇ ਹੈਵ ਆਲਵੇਜ਼ ਹੈਡ ਅਲਾਈਨਮੈਂਟ ਅਕਾਲੀ ਦਲ ਦੇ ਨਾਲ ਅਲਾਈਨਮੈਂਟ। ਫਾਇਦਾ ਕਿਹਨੂੰ ਹੋਇਆ? ਅਕਾਲੀਆਂ ਨੂੰ ਹੋਇਆ, ਇਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ। ਅਗਰ ਪਹਿਲੀ ਇਲੈਕਸ਼ਨ ਤੋਂ ਲੜਦੇ ਇੰਡੀਪੈਂਡੈਂਟਲੀ
ਫਿਰ ਤਾਂ ਇਹਨਾਂ ਦੀ ਕੋਈ ਹੋਂਦ ਬਣ ਜਾਂਦੀ ਸੀ ਆਪਣੇ ਜ਼ਿਲ੍ਹਿਆਂ ਦੇ ਵਿੱਚ। ਇਸ ਵੇਲੇ ਤਾਂ ਹੈ ਨਹੀਂ। ਇਸ ਵੇਲੇ ਤਾਂ ਕਦੇ 10 ਲੜਦੇ ਨੇ, ਕਦੇ 17 ਲੜਦੇ ਨੇ, ਕਦੇ 20 ਲੜਦੇ ਨੇ, ਐਂ ਕਰਕੇ ਚੱਲ ਰਿਹਾ ਕੰਮ। ਤੁਸੀਂ ਫਿਰ ਕਿੱਥੋਂ ਲਿਆਓਗੇ ਆਪਣੇ ਵੋਟ ਬੈਂਕ? ਵੋਟ ਬੈਂਕ ਨੂੰ ਤਾਂ ਅਗਰ ਤੁਸੀਂ ਲੜਨੀ ਹੈ ਇੰਡੀਪੈਂਡੈਂਟਲੀ, ਫਿਰ ਤਿਆਰ ਹੋ ਜਾਓ, 2-3 ਇਲੈਕਸ਼ਨਾਂ ਤੁਹਾਨੂੰ ਛੱਡਣੀਆਂ ਪੈਣਗੀਆਂ। ਉਹਦੇ ਵਿੱਚ ਤੁਸੀਂ ਆਪਣੀ ਸੀਟਾਂ ਲੜੋ ਔਰ ਫਿਰ ਹੋਂਦ ਬਣਾਓ, ਫਿਰ ਲੜੋ, ਫਿਰ ਸੋਚੋ। ਬਟ ਅਗਰ ਆ ਤੁਸੀਂ ਸੋਚਦੇ ਕਿ 2027 'ਚ ਬਣਾਵਾਂਗੇ, ਨਹੀਂ ਬਣਨੀ। ਨੰਬਰ 1। ਨੰਬਰ 2 ਕਿ ਆਪਾਂ ਨੂੰ ਪੰਜਾਬ ਵਾਸਤੇ ਕੀ ਚਾਹੁੰਦੇ ਹਾਂ? ਡੂ ਵੀ ਵਾਂਟ ਕਿ ਆਪਾਂ ਪੰਜਾਬ ਐਂ ਚੱਲਦਾ ਰਹੇ ਜਾਂ ਸਟੇਬਿਲਿਟੀ ਆਵੇ, ਪੋਲੀਟੀਕਲ ਸਟੇਬਿਲਿਟੀ? ਅਗਰ ਤੁਸੀਂ ਆਪਣੇ ਪੰਜਾਬ ਨੂੰ ਪ੍ਰਾਇਓਰਟੀ ਦੇਣੀ ਹੈ, ਫਿਰ ਤੁਹਾਨੂੰ ਕਰਨੀ ਪਏਗੀ ਅਲਾਇੰਸ ਟੂ ਮੇਕ ਅ ਗੁੱਡ ਗਵਰਨਮੈਂਟ। ਅਗਰ ਤੁਸੀਂ ਨਹੀਂ ਕਰੋਗੇ ਤਾਂ ਫਿਰ ਤੁਸੀਂ ਪੰਜਾਬ ਨੂੰ ਖਿਚੜੀ ਛੱਡੋਗੇ ਔਰ ਪੰਜਾਬ ਦੇ ਲੋਕਾਂ ਨੂੰ ਜੋ ਤੁਹਾਡੇ 'ਤੇ ਭਰੋਸਾ ਕਰਦੇ ਆ ਉਹਨਾਂ ਨੂੰ ਤੁਸੀਂ ਉਹਨਾਂ 'ਤੇ ਪਿਠੋੜੋਗੇ। ਅਕਾਲੀ ਦਲ ਨਾਲ, ਸੁਖਬੀਰ ਸਿੰਘ ਬਾਦਲ ਨਾਲ ਇਸ ਗੱਠਜੋੜ ਨੂੰ ਲੈ ਕੇ ਤੁਹਾਡੀ ਗੱਲ ਹੋਈ? ਕਿਉਂਕਿ 2024 'ਚ ਤੁਸੀਂ ਕਿਹਾ ਸੀ ਕਿ ਹੋਈ ਸੀ। ਮੇਰੀ ਸਿਰਫ ਹੋਈ ਸੀ ਉਹਨਾਂ ਨੂੰ ਪਾਰਲੀਮੈਂਟਰੀ ਇਲੈਕਸ਼ਨ 'ਚ। ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਅਗਰ ਸਾਡੇ ਨਾਲ ਕਰੋਗੇ 7-8 ਸੀਟਾਂ ਆ ਜਾਣਗੀਆਂ ਆਪਣੀਆਂ, ਐਂਡ ਵੀ ਕੈਨ ਗੈਟ ਐਟਲੀਸਟ ਆਵਾਜ਼ ਪੰਜਾਬ ਦੀ ਉੱਠੂ। ਨਹੀਂ ਮੰਨੇ। ਕਿੰਨੀ ਰਹਿ ਗਈਆਂ ਸੀਟਾਂ? 1। ਵਾਟ ਹੈਵ ਵੀ ਗੇਨਡ? ਕੁਛ ਵੀ ਨਹੀਂ। ਨੁਕਸਾਨ ਆਪਣਾ ਹੀ ਕਰਾ ਲਿਆ, ਨਹੀਂ ਤਾਂ ਆਵਾਜ਼ ਬੜੀ ਉੱਠ ਜਾਣੀ ਸੀ ਉੱਥੇ ਸਾਡੀ। ਤੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਇਹ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦੇ ਏਜੰਟ ਨੇ, ਬੀਜੇਪੀ ਦਾ ਉਹਨਾਂ ਪਿੱਛੇ ਹੱਥ ਇਹ ਹੈ। ਤਾਂ ਉਵੇਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ, ਕੋਈ ਕਿਸੇ ਦਾ ਏਜੰਟ ਬਣਾ ਦਿੰਦਾ, ਕੋਈ ਕਿਸੇ ਦਾ। ਦਿਸ ਇਜ਼ ਇੰਡੀਅਨ ਦੀ ਪੋਲੀਟਿਕਸ ਇਹੀ ਹੈ। ਬਟ ਫੈਕਟ, ਮੈਂ ਉਹਨਾਂ ਦੇ ਨਾਲ ਦਰਸ਼ਨ ਨਹੀਂ ਕਦੇ ਹੋਏ। ਆਈ ਹੈਵ ਨੈਵਰ ਮੈਟ ਹਿਮ। ਉਹਨਾਂ ਦੇ ਸੁਣਦਾ ਰਹਿਣਾ ਟੈਲੀਵਿਜ਼ਨ 'ਤੇ ਜੋ ਕੁਝ ਬੋਲਦੇ ਨੇ। ਲੇਕਿਨ ਰਵੀ ਜੀ ਫॉर ਇੰਸਟੈਂਸ, ਲੈਟ ਮੀ ਟੈਲ ਯੂ, ਰਵੀ ਜੀ ਉਹਨਾਂ ਦੇ ਪਾਰਟੀ 'ਚ ਨੇ ਔਰ ਰਵੀ ਜੀ ਨੂੰ ਮੈਂ ਬੜੇ ਅੱਛੀ ਤਰ੍ਹਾਂ ਜਾਣਦਾ। ਅਸੀਂ ਉਹ ਔਖੀ ਘੜੀ ਵਿੱਚ ਅਸੀਂ ਇਕੱਠਾ ਕੰਮ ਕੀਤਾ ਹੈ। ਜਦੋਂ ਸੰਤ ਲੌਂਗੋਵਾਲ, ਸੰਤ ਭਿੰਡਰਾਂਵਾਲੇ ਨਾਲ ਸਭ ਕੁਝ ਗੱਲਾਂ ਬਾਤਾਂ ਕਰ ਰਹੀਆਂ ਸੀ। ਉਹ ਇਹੋ ਜਿਹੇ ਬੰਦੇ ਨਹੀਂ। ਉਹ ਤਾਂ ਤੁਹਾਨੂੰ ਪਤਾ, ਜਦ ਮੈਂ ਜਾਂਦਾ ਸੀ ਸੰਤ ਭਿੰਡਰਾਂਵਾਲੇ ਨੂੰ ਮਿਲਦੇ, ਗੁਰੂ ਨਾਨਕ ਨਿਵਾਸ ਦੇ ਉੱਪਰਲੇ ਪਾਸੇ ਔਰ ਨੀਚੇ ਸੰਤ ਲੌਂਗੋਵਾਲ ਰਹਿੰਦੇ ਸੀ, ਮੇਰੇ ਨਾਲ ਕਦੇ ਨਹੀਂ ਗਏ ਭਿੰਡਰਾਂਵਾਲੇ ਨੂੰ ਮਿਲਣ। ਉਹ ਤਾਂ ਲੌਂਗੋਵਾਲ ਕੋਲ ਬਹਿੰਦੇ ਸੀ ਕਿਉਂਕਿ ਉਹਨਾਂ ਦੀ ਪਾਰਟੀ ਸੀ। ਹੀ ਇਜ਼ ਨਾਟ ਅ ਟਾਈਪ। ਇਹ ਜੇ ਇਹਨਾਂ ਦੀ ਕੋਈ ਇਹ ਸੋਚ ਹੀ ਨਹੀਂ ਹੋ ਸਕਣੀ ਕਿ ਮੈਂ ਫਲਾਣੀ ਪਾਰਟੀ ਨਾਲ ਆਪਣੇ ਤੌਰ 'ਤੇ ਜਾਵਾਂ। ਨੋ, ਇਹ ਤਾਂ ਸਿਰਫ ਹੈ ਲੋਕਾਂ ਦੀ ਸੋਚ ਜਿਹੜੀ ਇਹੋ ਜਿਹੀਆਂ ਗੱਲਾਂ ਬਣਾ ਦਿੰਦੇ ਨੇ। ਬਟ ਆਈ ਡੋਂਟ ਨੋ ਉਹਨਾਂ ਦੀ ਕੀ ਆਪਣੀ ਪੋਲੀਟੀਕਲ ਸੋਚ ਹੈ, ਕਿਉਂਕਿ ਉਹਨਾਂ ਦਾ ਤਾਂ ਕੋਈ ਮੈਂਬਰ ਨਹੀਂ ਮੈਨੂੰ ਮਿਲਿਆ। ਨਾ ਮੈਨੂੰ ਉਸ ਜਦ ਤੋਂ ਇਹ ਬਣੀ ਹੈ ਜਥੇਦਾਰ ਨਾਮ, ਇਹ ਜਥੇਦਾਰ ਬਣੇ ਨੇ ਨਵੇਂ ਅਕਾਲੀ ਦਲ ਦੇ, ਉਹਨਾਂ ਨਾਲ ਮੁਲਾਕਾਤ ਹੋਈ ਹੈ ਜਾਂ ਉਹਨਾਂ ਦੇ ਪਾਰਟੀ ਨਾਲ ਕਿਸੇ ਨਾਲ ਮੁਲਾਕਾਤ ਹੋਈ। ਆਈ ਹੈਵ ਨਾਟ ਮੈਟ। ਬਿਲਕੁਲ। ਅੰਮ੍ਰਿਤਪਾਲ ਵਾਲੇ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਹਾਡੀ ਪਾਰਟੀ ਦੇ ਲੀਡਰ ਰਵਨੀਤ ਬਿੱਟੂ ਜੋ ਹੈ, ਉਹ ਅੰਮ੍ਰਿਤਪਾਲ ਦੀ ਵਕਾਲਤ ਕਰਦੇ ਵਿਖਾਈ ਦਿੱਤੇ ਕਿ ਸੰਸਦ ਦੇ ਲਈ ਉਸ ਨੂੰ ਛੁੱਟੀ ਮਿਲਣੀ ਚਾਹੀਦੀ ਹੈ, ਉਸ ਨੂੰ ਹਾਜ਼ਰੀ ਉਸ ਦੀ ਹੋਣੀ ਚਾਹੀਦੀ। ਮੈਂ ਇਨ ਜਨਰਲ ਅੰਮ੍ਰਿਤਪਾਲ ਤਾਂ ਮੈਂ ਨਹੀਂ ਜਾਣਦਾ ਉਹਨਾਂ ਨੂੰ, ਉਹਨਾਂ ਦੀ ਸੁਣਿਆ ਹੀ ਨੇ ਗੱਲਾਂ। ਲੇਕਿਨ ਮੈਂ ਜਨਰਲ ਆਈ ਡੋਂਟ ਨੋਟ ਨੋ ਉਹਨਾਂ ਨੂੰ ਤਾਂ ਕੀ ਚਾਰਜ ਇਹਨਾਂ ਨੇ ਕੀਤਾ ਹੈ। ਲੇਕਿਨ ਮੇਰੀ ਵਿਊਜ਼ ਨੇ ਬੜੀ ਕਲੀਅਰ ਔਨ ਜਿਹੜੇ ਲੋਕਾਂ ਨੂੰ ਤੁਸੀਂ ਅੰਦਰ ਰੱਖਿਆ ਕਿ ਇਸ ਹਿੰਦੁਸਤਾਨ ਦਾ ਕਾਨੂੰਨ ਹੈ। ਯੂ ਹੈਵ ਕੌਨਸਟੀਟਿਊਸ਼ਨ। ਇਹ ਹੁਣ ਥੋੜਾ ਜਿਹਾ ਤਬਦੀਲੀ ਆ ਗਈ ਕਿ ਜੈਸੇ ਉਮਰ ਕੈਦ ਹੈ। ਉਮਰ ਕੈਦ ਮੀਨਸ ਉਮਰ ਕੈਦ। ਲੇਕਿਨ ਜਦੋਂ ਇਹ ਲੋਕ ਜਿਹੜੇ ਹੁਣ ਬੈਠੇ ਨੇ ਅੰਦਰ, ਇਹ ਅੰਦਰ ਗਏ ਸੀ ਅੰਡਰ ਸਮ ਚਾਰਜ, ਉਦੋਂ ਉਮਰ ਕੈਦ 14 ਸਾਲ ਦੀ ਸਜ਼ਾ ਹੁੰਦੀ ਸੀ। ਬੰਦੀ ਸਿੰਘਾਂ ਦੀ ਗੱਲ ਕਰ ਰਿਹਾ ਮੈਂ। ਆਈ ਐਮ ਟਾਕਿੰਗ ਅਬਾਊਟ ਐਨੀਵਨ ਜਿਹੜੇ ਵੀ ਬੈਠੇ ਹੋਣ ਉੱਥੇ, ਔਰ ਉਹਨਾਂ ਨੂੰ ਅੱਜ ਤੁਸੀਂ 30 ਸਾਲਾਂ ਦੇ ਅੰਦਰ ਰੱਖੇ ਨੇ। ਵਾਟ ਇਜ਼ ਦਿਸ ਲਾਅ? ਕਿਹੜਾ ਕਾਨੂੰਨ ਹੈ ਤੁਹਾਨੂੰ ਇਜਾਜ਼ਤ ਦਿੰਦਾ ਰੱਖਣ ਨੂੰ? ਦਿਸ ਇਜ਼ ਨਾਟ ਅ ਵੇ ਟੂ ਡੂ ਇਟ। ਤੁਸੀਂ ਕਾਨੂੰਨ ਦੇ ਮੁਤਾਬਿਕ ਚੱਲਣਾ ਤਾਂ ਦੇ ਹੈਵ ਨੋ ਬਿਜ਼ਨਸ ਟੂ ਬੀ ਇਨ ਜੇਲ੍ਹ। ਕਿਉਂ ਜੇਲ੍ਹ 'ਚ ਬੈਠੇ ਨੇ? ਇਹੀ ਮੈਨੂੰ ਪਤਾ ਨਹੀਂ ਅੰਮ੍ਰਿਤਪਾਲ ਨੂੰ ਕਿਹੜੇ ਚਾਰਜ ਦੇ ਥੱਲੇ ਇਹਨਾਂ ਨੇ ਕੀਤਾ। ਅੰਡਰ ਸਮ NS ਨੈਸ਼ਨਲ ਸਿਕਿਉਰਿਟੀ ਐਕਟ ਕੁਛ ਹੋਏਗਾ। ਆਈ ਡੋਂਟ ਨੋ। ਬਟ ਵਾਟ ਕੈਨ ਅੰਮ੍ਰਿਤਪਾਲ ਕੀ ਕਦੇ ਤੁਸੀਂ ਸਦਾ ਵਾਸਤੇ ਰੱਖੋਗੇ ਬਿਠਾ ਕੇ ਉੱਥੇ? ਹੀ ਇਜ਼ ਅ ਮੈਂਬਰ ਆਫ ਪਾਰਲੀਮੈਂਟ। ਆ ਕੇ ਉਹ ਚਾਹੁੰਦਾ ਸੀ ਕਿ ਮੈਂ ਮੈਂਬਰ ਜਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਬੋਲਣਾ, ਤਾਂ ਬੋਲਣ ਦਿਓ। ਸਿਮਰਨਜੀਤ ਸਿੰਘ ਮਾਨ ਨੂੰ ਵੀ ਇਜਾਜ਼ਤ ਦਿੱਤੀ ਸੀ। ਹੋਰ ਵੀ ਜਿਹੜੇ ਜੇਲ੍ਹਾਂ 'ਚ ਹੁੰਦੇ ਸੀ, ਜਦੋਂ MP ਨਿਕਲੇ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਪਾਰਲੀਮੈਂਟ ਅਟੈਂਡ ਕਰਨ ਨੂੰ। ਲੈਟ ਹਿਮ ਅਟੈਂਡ। ਜੋ ਬਾਤਾਂ ਹੋਣੀਆਂ ਨੇ ਉੱਥੇ, ਜੋ ਗੱਲਾਂ ਹੋਣੀਆਂ ਨੇ, ਬੋਲਣ ਦਿਓ। ਜਦੋਂ ਬੋਲਣਗੇ ਤਾਂ ਹੋਰ ਬਥੇਰੇ ਬੈਠੇ ਨੇ। ਹਾਊਸ 500-350 ਦਾ ਹਾਊਸ ਹੈ, ਕੋਈ ਉੱਠ ਕੇ ਉਹਨੂੰ ਨਿਊਟਰਲ ਕਰ ਦੇਗਾ। ਬਟ ਡੋਂਟ ਡਿਨਾਈ ਪੀਪਲ। ਇਟ ਇਜ਼ ਗੋਇੰਗ ਅਗੇਂਸਟ ਦ ਲਾਅ ਆਫ ਦ ਲੈਂਡ, ਅਗੇਂਸਟ ਦ ਕੌਨਸਟੀਟਿਊਸ਼ਨ, ਅਗੇਂਸਟ ਦ ਰਾਈਟਸ ਆਫ ਦ ਪੀਪਲ। ਸਭ ਕੁਛ ਜਿਹੜਾ ਕੌਨਸਟੀਟਿਊਸ਼ਨ ਸਾਨੂੰ ਦਿੰਦੀ ਹੈ ਅਧਿਕਾਰ, ਉਹਨਾਂ ਨੂੰ ਤੁਸੀਂ ਕਿਲ ਕਰ ਰਹੇ ਹੋ। ਤੁਸੀਂ ਬੰਦੀ ਸਿੰਘਾਂ ਦੇ ਮੁੱਦੇ ਤੇ ਬੀਜੇਪੀ ਨਾਲ ਗੱਲ ਕੀਤੀ? ਨਹੀਂ, ਮੈਂ ਪ੍ਰਾਈਮ ਮਿਨਿਸਟਰ ਨੂੰ ਕਿਹਾ ਸੀ। ਆਈ ਡਿਡ। ਇੱਕ ਵਾਰ ਮੈਂ ਕਿਹਾ ਸੀ ਕਿ ਬੰਦੀ ਸਿੰਘਾਂ ਨੂੰ
they must be released. How can you keep them for so long? ਚਲੋ ਠੀਕ ਹੈ, ਇੱਕ ਇਹਨਾਂ ਨੇ ਕੋਈ ਇਹੋ ਜਿਹੀ ਗੱਲਾਂ ਕੀਤੀਆਂ ਨੇ ਜਿਹੜੀ were against the law, but you have held a man for so long. ਇਹ ਤਾਂ ਡਬਲ ਲਾਈਫ ਸੈਂਟੈਂਸ ਹੋ ਗਈ। ਹੁਣ ਹਵਾਰਾ ਹੈ, ਕਿੰਨੇ ਸਾਲ ਹੋ ਗਏ ਉਹਨੂੰ ਬੈਠੇ ਨੂੰ? 14 ਸਾਲ ਨੂੰ ਡਬਲ ਕਰ ਦਿਓ, 28 ਸਾਲ ਹੋ ਗਏ। 28 ਸਾਲ ਤੋਂ ਜ਼ਿਆਦਾ ਡਬਲ ਤੁਸੀਂ ਉਹਨੂੰ ਦੇ ਕਰ ਬੈਠੇ ਹੋ। ਵਾਟ ਇਜ਼ ਦ ਲੌਜਿਕ ਆਫ ਦਿਸ? ਤੁਸੀਂ ਪੰਜਾਬ ਦੀਆਂ ਭਾਵਨਾਵਾਂ ਦੀ ਗੱਲ ਕਰ ਰਹੇ ਹੋ, ਹੁਣ ਤੁਸੀਂ ਬੀਜੇਪੀ ਦੇ ਨਾਲ ਹੋ, ਕਿਸ ਤਰ੍ਹਾਂ ਤਰਜਮਾਨੀ ਹੋਏਗੀ? ਕਿਉਂਕਿ ਲੋਕ ਤੁਹਾਡੇ ਗੱਲਾਂ ਮੇਰੀ ਡਿਊਟੀ ਹੈ ਸੁਣਦੇ ਬੋਲਣਾ ਫॉर द ਸੇਕ ਆਫ ਮਾਈ ਸਟੇਟ ਐਂਡ ਮੇਰੀ ਪਾਰਟੀ ਦੇ ਥਰੂ। ਅਗਰ ਕਈ ਬੰਦੇ ਪਾਰਟੀ 'ਚ ਨਹੀਂ ਪਸੰਦ ਕਰਦੇ ਨਾ ਕਰਨ, ਅਗਰ ਉਹਨਾਂ ਨੂੰ ਪਸੰਦ ਹੈ ਜੋ ਮੈਂ ਕਹਿ ਰਿਹਾ, ਇਫ ਦੇ ਥਿੰਕ ਇੱਕ ਕੌਨਸਟੀਟਿਊਸ਼ਨਲੀ ਮੈਂ ਸਹੀ ਗੱਲ ਕਰ ਰਿਹਾ ਔਰ ਲੀਗਲੀ ਮੈਂ ਸਹੀ ਗੱਲ ਕਰ ਰਿਹਾ, ਫਿਰ ਉਹਨਾਂ ਨੂੰ ਮੇਰੀ ਗੱਲਾਂ ਸੁਣਨੀਆਂ ਚਾਹੀਦੀਆਂ ਨੇ। ਜਦੋਂ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਬੰਦੀ ਸਿੰਘਾਂ ਦੀ ਗੱਲ ਕੀਤੀ, ਉਦੋਂ ਉਹਨਾਂ ਦਾ ਕੀ ਜਵਾਬ ਸੀ? ਨਹੀਂ ਜਵਾਬ ਆਈ ਕਾਂਟ ਸੇ ਦੈਟ, ਬਟ ਸੁਣੀ ਮੇਰੀ ਗੱਲ ਔਰ ਜੋ ਅਸੀਂ ਗੱਲਾਂ ਕੀਤੀਆਂ ਨੇ ਉਹਨਾਂ ਦੀ ਵੀ ਸੋਚ ਪੋਜ਼ਿਟਿਵ ਸੀ ਕਿ ਯੈਸ ਜੋ ਤੁਸੀਂ ਕਹਿ ਰਹੇ ਹੋ ਠੀਕ ਹੈ, ਆਈ ਵਿਲ ਲੁੱਕ ਇਨਟੂ ਦ ਮੈਟਰ। ਤਾਂ ਆਈ ਐਮ ਸ਼ੋਰ ਉਹਨਾਂ ਨੇ ਦੇਖੀ ਹੋਣੀ, ਬਿਕੋਜ਼ ਉਹ ਇਹੋ ਜਿਹੇ ਬੰਦੇ ਨਹੀਂ ਜਿਹੜੇ ਕਹਿਣ ਕੁਛ ਔਰ ਕਰਨ ਕੁਛ, ਜੋ ਉਹ ਕਹਿੰਦੇ ਨੇ। ਸੋ ਦੈਫੋਰ ਮੈਨੂੰ ਭਰੋਸਾ ਹੈ ਕਿ ਉਹਨਾਂ ਨੇ ਜ਼ਰੂਰ ਗੱਲਾਂ ਕੀਤੀਆਂ, ਅੱਗੇ ਪਹੁੰਚਾਈ ਹੋਣੀ ਹੈ ਗੱਲ। ਕਿਉਂਕਿ ਜਦੋਂ ਅਸੀਂ ਅਕਾਲੀ ਦਲ ਦੇ ਲੀਡਰਾਂ ਨਾਲ ਗੱਲ ਕਰਦੇ ਹਾਂ ਬੀਜੇਪੀ ਨਾਲ ਗੱਠਜੋੜ ਨੂੰ ਲੈ ਕੇ, ਉਹ ਕਹਿੰਦੇ ਕਿ ਪਹਿਲੇ ਬੰਦੀ ਸਿੰਘਾਂ ਦਾ ਮੁੱਦਾ ਸਾਡੇ ਲਈ ਮੁੱਖ ਹੈ, ਉਹ ਹੱਲ ਹੋਣਾ ਚਾਹੀਦਾ, ਸਾਡੀ ਮੁੱਖ ਸ਼ਰਤ ਇਹੀ ਹੈ ਗੱਠਜੋੜ ਨੂੰ। ਨਹੀਂ ਮੈਂ ਤਾਂ ਉਹਨਾਂ ਨਾਲ ਸਹਿਮਤ ਹਾਂ। ਆਈ ਡੋਂਟ ਨੋ ਇਹਨੂੰ ਇਸ਼ੂ ਬਣਾਉਣਾ ਚਾਹੀਦਾ ਹੈ ਕਿ ਅਸੀਂ ਉਹ ਮੁੱਖ ਸਾਡੀ ਮੰਗ ਹੈ। ਜੈਸੇ ਅੱਜ ਮਿਸਿਸ ਸੁਖਬੀਰ ਬਾਦਲ ਨੇ ਕਿਹਾ ਕੱਲ੍ਹ ਪਰਸੋਂ ਜਦੋਂ ਮੈਂ ਬਿਆਨ ਦਿੱਤਾ ਸੀ ਕਿ ਸਾਡੀ ਸੋਚ ਇੱਕੋ ਹੀ ਹੋਣੀ ਚਾਹੀਦੀ ਹੈ, ਤਾਂ ਫਿਰ ਜਿਹੜੇ 5 ਸਾਲ ਤੁਸੀਂ ਸਰਕਾਰ 'ਚ ਇਕੱਠੇ ਰਹੇ ਉਦੋਂ ਸੋਚ ਇਕੱਠੀ ਨਹੀਂ ਸੀ ਤੁਹਾਡੀ? ਵੈਨ ਇਨ 2012 ਤੋਂ ਲੈ ਕੇ 7 ਤੋਂ ਲੈ ਕੇ 12 ਤੱਕ ਸਰਕਾਰ ਬਣੀ ਹੈ, ਉਦੋਂ ਤੁਹਾਡੀ ਅੱਡ ਸੋਚ ਸੀ ਕਿਆ? ਅਗਰ ਸੋਚ ਇਕੱਠੀ ਹੈ ਤਾਂ ਹੀ ਤਾਂ ਤੁਸੀਂ ਇਕੱਠੇ ਹੋਏ ਹੋ, ਤਾਂ ਹੀ ਤਾਂ ਤੁਹਾਡੇ ਕਈ ਬੀਜੇਪੀ ਦੇ ਬੰਦੇ ਤੁਹਾਡੇ ਮਿਨਿਸਟਰ ਬਣੇ ਹੋਏ ਸੀ। ਸੋ ਹੁਣ ਕਿਉਂ ਚੇਂਜ ਹੈ ਇਸ ਗੱਲ 'ਤੇ? ਲੋਕਾਂ ਦੀ ਨਾਰਾਜ਼ਗੀ ਤਾਂ ਰਹੀ ਅਕਾਲੀ ਦਲ ਨਾਲ ਇਹਨਾਂ ਮੁੱਦਿਆਂ ਨੂੰ ਲੈ ਕੇ। ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਹੁਣ ਤਾਂ ਸੁਖਬੀਰ ਬਾਦਲ ਹੈਜ਼ ਨਾਟ ਬੀਨ ਚੀਫ ਮਿਨਿਸਟਰ। ਪ੍ਰਕਾਸ਼ ਸਿੰਘ ਹੈ, ਪ੍ਰਕਾਸ਼ ਸਿੰਘ ਨੂੰ ਤਾਂ ਮੈਂ 1% ਵੀ ਟਰਸਟ ਨਹੀਂ ਕਰਦਾ। ਆਈ ਹੈਵ ਨੋਨ ਪ੍ਰਕਾਸ਼ ਸਿੰਘ ਬਾਦਲ ਬਹੁਤ ਦੇਰ ਤੋਂ। ਉਹ ਤਾਂ ਧੋਖੇਬਾਜ਼ ਹੈ, ਉਹਨੇ ਤਾਂ ਕਈ ਬੰਦਿਆਂ ਦੇ ਪਿੱਠ 'ਚ ਛੁਰੀ ਮਾਰੀ ਹੈ। ਸੋ ਵਾਈ ਹੀ ਇਜ਼ ਨਾਟ ਟਰਸਟਵਰਦੀ ਐਟ ਆਲ। ਸੁਖਬੀਰ ਮੈਂ ਦੇਖਿਆ ਉਹ ਗੱਲਾਂ ਜਿਹੜੀ ਕਰਦਾ ਉਹ ਖੜ ਜਾਂਦਾ ਉਸ 'ਤੇ। ਹੀ ਇਜ਼ ਮੋਰ ਇਨ ਦੈਟ ਰਿਸਪੈਕਟ। ਇਹ ਠੀਕ ਹੈ ਬਾਦਲ ਦੀ ਬੜੀ ਹੈ ਜੀ, ਬਾਦਲ ਸਾਹਿਬ ਬਿੰਗੀ ਜੀ ਪੱਗ ਬੰਨ੍ਹ ਲੈਂਦਾ ਹੈ, ਉਸ ਕਿਸਮ ਦੀ ਲੋਕ ਖੁਸ਼ ਹੋ ਜਾਂਦੇ ਨੇ ਦੇਖ ਕੇ, ਬਟ ਇਨ ਰਿਐਲਿਟੀ ਹੀ ਵਾਜ਼ ਨਾਟ ਅ ਗੁੱਡ ਚੀਫ ਮਿਨਿਸਟਰ ਐਂਡ ਸੁਖਬੀਰ ਵੁੱਡ ਮੇਕ ਅ ਬੈਟਰ ਚੀਫ ਮਿਨਿਸਟਰ, ਇਹ ਮੈਂ ਕਹਿਣਾ। ਲੇਕਿਨ ਉਹਨਾਂ ਦੀ ਕੀ ਚਾਹੁੰਦੇ ਨੇ ਦੈਟ ਉਹ ਬੀਜੇਪੀ ਲੀਡਰਸ਼ਿਪ ਨਾਲ ਜਦ ਗੱਲ ਕਰਨਗੇ ਫਿਰ ਆਈਡੀਆਜ਼ ਹੋ ਜਾਣੀਆਂ ਨੇ। ਪੰਜਾਬ ਦਾ ਇਸ਼ੂ ਕੌਣ ਨਹੀਂ ਚਾਹੁੰਦਾ? ਦੱਸੋ ਕਿਹੜਾ ਬੀਜੇਪੀ ਵਾਲਾ ਨਹੀਂ ਚਾਹੁੰਦਾ ਕਿ ਚੰਡੀਗੜ੍ਹ ਦਾ ਇਸ਼ੂ ਬਣੇ ਜਾਂ ਸਾਡੇ ਪਾਣੀ ਦੇ ਮਸਲੇ ਸੋਲਵ ਹੋਣ? ਸਾਰੇ ਹੀ ਚਾਹੁੰਦੇ ਨੇ। ਜਦੋਂ ਹੁਣ ਇਹ ਬਿਆਨ ਦਿੱਤਾ ਹੈ ਕਿ ਉਦੋਂ ਸਾਰੇ ਬੀਜੇਪੀ ਵਾਲੇ ਬੋਲ ਪਏ ਕਿ ਗਲਤ ਬਿਆਨ ਹੈ। ਪੰਜਾਬ ਦਿਸ ਚੰਡੀਗੜ੍ਹ ਬਿਲੋਂਗਸ ਟੂ ਪੰਜਾਬ ਬੋਲਦੇ ਇਲਾਕੇ ਹੋਣੇ ਚਾਹੀਦੇ ਨੇ, ਸਭ ਕੁਛ ਪਾਣੀ ਦਾ ਮਸਲਾ ਵੀ। ਸੋ ਇਹੋ ਜਿਹੀ ਕੋਈ ਗੱਲ ਨਹੀਂ ਹੈ। ਆਈ ਥਿੰਕ ਸਾਡੀ ਅੰਡਰਸਟੈਂਡਿੰਗ ਕਿਤੇ ਕੋਈ ਇਸ਼ੂ ਨਹੀਂ ਜਿਹਦੇ 'ਤੇ ਅਸੀਂ ਇਕੱਠੇ ਨਹੀਂ ਹੋ ਸਕਦੇ। ਬਿਲਕੁਲ, ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜ਼ਿਕਰ ਕੀਤਾ ਕਿ ਤੁਹਾਡਾ ਉਹਨਾਂ 'ਤੇ ਕਦੇ ਵੀ ਵਿਸ਼ਵਾਸ ਨਹੀਂ ਰਿਹਾ। ਕੋਈ ਖਾਸ ਵਾਕਿਆ, ਕੋਈ ਖਾਸ ਕਾਰਨ? ਉਹ ਤਾਂ ਕਈ ਵਾਰ ਮੇਰੇ ਨਾਲ ਗੱਲ ਕਰਕੇ ਮੁੱਕਰ ਜਾਂਦੇ ਸੀ। ਕਈ ਵਾਰ ਟੌੜਾ ਇਸ ਤੋਂ ਚੰਗਾ ਸੀ, ਟੌੜੇ ਨਾਲ ਮੇਰੀ ਨਹੀਂ ਬਣਦੀ ਸੀ। ਵੇਖੋ ਟੌੜਾ ਪਟਿਆਲੇ ਦਾ ਸੀ, ਮੈਂ ਪਟਿਆਲੇ ਦਾ ਸੀ, ਪੋਲੀਟੀਕਲ ਸਾਡੀ ਰਾਈਵਲਰੀ ਸੀ। ਲੇਕਿਨ ਟੌੜੇ ਦੀ ਇਹੀ ਗੱਲ ਸੀ ਕਿ ਮੈਂ ਅਗਰ ਸਾਡੀ ਕੋਈ ਗੱਲ ਹੁੰਦੀ ਤਾਂ ਮੈਨੂੰ ਉਹ ਨਹੀਂ ਕਰ ਸਕਦਾ ਸੀ, ਮੈਨੂੰ ਰਿੰਗ ਕਰ ਲੈਂਦਾ ਕਿ ਆਪਣੀ ਕੱਲ੍ਹ ਗੱਲ ਹੋਈ ਸੀ, ਇਹ ਕਾਰਨ ਹੈ ਕਿ ਮੈਂ ਇਸ 'ਤੇ ਸਿਰੇ ਨਹੀਂ ਚੜ੍ਹਾ ਸਕਦਾ। ਮੈਂ ਕਿ ਕੋਈ ਗੱਲ ਨਹੀਂ ਰਹਿਣ ਦਿਓ। ਪ੍ਰਕਾਸ਼ ਸਿੰਘ ਬਾਦਲ ਤਾਂ 100 ਖਾ ਕੇ ਮੁੱਕਰ ਜਾਂਦਾ ਸੀ। ਸੋ ਹੀ ਇਜ਼ ਟੋਟਲੀ ਅਨਟਰਸਟਵਰਦੀ ਆਦਮੀ। ਤੁਹਾਡੇ ਨਾਲ ਕੋਈ ਖਾਸ ਵਾਕਿਆ ਕੋਈ ਪ੍ਰਕਾਸ਼ ਸਿੰਘ ਬਾਦਲ? ਵਾਕਿਆ ਤਾਂ ਮੈਂ ਤਾਂ ਇਹਨੂੰ ਬਣਾਇਆ ਪ੍ਰਧਾਨ। ਉਦੋਂ ਸਾਡਾ ਬਰਨਾਲਾ ਗਵਰਨਮੈਂਟ ਤੋਂ ਬਾਅਦ ਸਾਡੀ 22 MLA ਦੀ ਸਾਡੀ ਬਣ ਗਈ ਸੀ ਗੱਠਜੋੜ ਐਂਡ ਵੀ ਹੈਡ ਲੈਫਟ ਦੀ ਬਰਨਾਲਾ ਗਵਰਨਮੈਂਟ। ਤੁਹਾਨੂੰ ਯਾਦ ਹੋਏਗਾ ਮੈਂ CLP ਦਾ ਲੀਡਰ ਸੀ ਔਰ ਉਧਰ ਬਰਨਾਲਾ ਸੀਗਾ। ਉਦੋਂ ਇਹ ਸਾਡੇ ਨਾਲ ਅਸੀਂ ਸਾਰੇ ਇਕੱਠੇ ਸੀ। ਫਿਰ ਅਸੀਂ ਕਿਸੇ ਇਸ਼ੂ 'ਤੇ ਸਾਡਾ ਅਣਬਣ ਹੋ ਗਈ ਸੀ ਐਂਡ ਉਹਦੇ ਵਿੱਚ ਬਾਦਲ ਅਲੱਗ ਹੋ ਗਿਆ ਐਂਡ ਅਕਾਲ ਤਖਤ ਸਾਹਿਬ ਨੇ ਸਾਨੂੰ ਸੱਦਿਆ। ਅਸੀਂ ਸਾਰੇ ਚਲੇ ਗਏ, ਬਾਦਲ ਜਾਣ ਤੋਂ ਮੁੱਕਰ ਗਿਆ ਸੀ
ਤੇ ਅਸੀਂ ਉਦੋਂ ਅਸੀਂ ਕਿਹਾ ਅਸੀਂ ਤੇਰੇ ਨਾਲ ਨਹੀਂ, ਵੀ ਕਾਂਟ ਗੋ ਵਿਦ ਯੂ। ਫਿਰ ਅਸੀਂ ਸਾਲ ਕੁ ਬਾਅਦ ਮੈਂ ਇਹਨਾਂ ਆਪਣੇ ਬੰਦਿਆਂ ਨੂੰ ਕਿਹਾ ਜੋ ਮੈਂ ਤੁਹਾਨੂੰ ਅੱਜ ਕਹਿ ਰਿਹਾ ਕਿ ਪੰਜਾਬ ਨੂੰ ਅੱਜ ਸਟੇਬਲ ਗਵਰਨਮੈਂਟ ਦੀ ਲੋੜ ਹੈ। ਤੁਸੀਂ ਅਗਰ ਅਸੀਂ ਆਪਾਂ ਲੜਦੇ ਰਵਾਂਗੇ ਪੰਜਾਬ ਦਾ ਨੁਕਸਾਨ ਹੋਊ। ਸੋ ਲੈਟ ਅਸ ਗੈਟ ਟੂਗੇਦਰ ਈਵਨ ਇਫ ਈਵਲ ਇਹ ਹੈ ਕਿ ਆਪਾਂ ਨੂੰ ਬਾਦਲ ਨਾਲ ਕਰਨੀ ਪਏਗੀ ਗੱਲ। ਇਹ ਮੈਂ ਇਹਨੂੰ ਈਵਲ ਗੱਲ ਕਹਿਣਾ ਹੈ, ਜੋ ਮਰਜ਼ੀ ਤੁਸੀਂ ਉਹਨੂੰ ਸਮਝ ਲਓ। ਤੇ ਮੈਂ ਕਿਹਾ ਉਹਦੇ ਨਾਲ ਕਰਨੀ ਪਊ। ਸਾਰਿਆਂ ਨੇ ਕਿਹਾ ਨਹੀਂ ਜੀ ਇਹ ਤਾਂ ਬੜਾ ਝੂਠਾ ਆਦਮੀ ਹੈ, ਫਲਾਣਾ ਟਿਮਕਾ ਵਗੈਰਾ। ਮੈਂ ਕਿਹਾ ਨਹੀਂ ਕੋਈ ਗੱਲ ਨਹੀਂ। ਵਿਸਾਖੀ ਤੇ ਦਮਦਮਾ ਸਾਹਿਬ ਅਸੀਂ ਇਕੱਠੇ ਹੋਏ ਤੇ ਮੇਰੇ ਮਨ ਸੀ ਕਿ ਆਪਾਂ ਇਹ ਮੌਕਾ ਹੈ, ਬੜੇ ਭਰਮਾਂ ਘੱਟ ਸੀ। ਤੇ ਮੈਂ ਉੱਠ ਕੇ ਕਿਹਾ ਕਿ ਅਸੀਂ ਅੱਜ ਅਸੀਂ ਇਕੱਠੇ ਹੋ ਰਹੇ ਹਾਂ, ਬਾਦਲ ਨਾਲ ਇਕੱਠੇ ਹੋ ਰਹੇ ਹਾਂ। ਇਹ ਮੈਂ ਕੀਤਾ ਨਾ, ਗੱਲ ਖਤਮ ਹੋ ਗਈ। ਅਸੀਂ ਹੋ ਗਏ, ਮੇਰੇ ਬੰਦੇ ਬੜੇ ਔਖੇ ਹੋ ਗਏ। ਮੈਂ ਕਿਹਾ ਚਲੋ ਪੰਜਾਬ ਵਾਸਤੇ ਤੁਸੀਂ ਕੁੱਟ ਜਿਹੜੀ ਹੈ ਪੀ ਲਓ ਤੇ ਲੈਟ ਅਸ ਗੈਟ ਟੂਗੇਦਰ। ਇਲੈਕਸ਼ਨ ਆਈਆਂ ਥੋੜ੍ਹੀ ਦਿਨਾਂ 'ਚ, ਉਹਦੇ ਵਿੱਚ ਮੈਨੂੰ ਵੀ ਨਹੀਂ ਉਹਨੇ ਟਿਕਟ ਦਿੱਤੀ। ਪ੍ਰਕਾਸ਼ ਸਿੰਘ ਬਾਦਲ ਆਫਟਰ ਪ੍ਰੋਮਿਸਿੰਗ, ਨਾ ਪ੍ਰੋਮਿਸ ਕਰਦਾ, ਮੈਂ ਮੰਗੀ ਤਾਂ ਨਹੀਂ, ਮੈਂ ਤਾਂ ਨਹੀਂ ਉਹਨੂੰ ਕਿਹਾ ਕਿ ਮੈਨੂੰ ਟਿਕਟ ਦਿਓ। ਉਹਨੇ ਕਿਹਾ ਕਿ ਤੁਸੀਂ ਕਿੱਥੋਂ ਲੜਨਾ ਚਾਹੁੰਦੇ ਹੋ। ਮੈਂ ਕਿਹਾ ਡਕਾਲਾ। ਕਹਿੰਦੇ ਕਿਉਂ ਡਕਾਲਾ? ਮੈਂ ਕਿਹਾ ਮੇਰੇ ਫਾਦਰ ਦਾ ਹਲਕਾ ਹੁੰਦਾ ਸੀ। ਉਹ ਕਹਿੰਦੇ ਫਿਰ ਨਹੀਂ ਉਹ ਤਾਂ ਨਹੀਂ ਮੈਂ ਦੇ ਸਕਦਾ, ਉਹ ਤਾਂ ਮੈਂ ਟੌੜਾ ਸਾਹਿਬ ਦੇ ਜਵਾਈ ਨੂੰ ਦੇ ਰਿਹਾ। ਮੈਂ ਕਿਹਾ ਤੁਸੀਂ ਦੇਖ ਲਓ ਫਿਰ। ਕਹਿੰਦੇ ਪਟਿਆਲਾ ਲੜ ਲਓ। ਮੈਂ ਕਿਹਾ ਪਟਿਆਲਾ ਠੀਕ ਹੈ, ਸ਼ਹਿਰ ਠੀਕ ਹੈ, ਨੋ ਪ੍ਰੋਬਲਮ। ਕਹਿੰਦੇ ਉਹ ਤਾਂ ਮੈਂ ਸਰਦਾਰਾ ਸਿੰਘ ਕੋਹਲੀ ਨੂੰ ਪ੍ਰੋਮਿਸ ਕਰ ਬੈਠਾ। ਮੈਂ ਕਿਹਾ ਅੱਛਾ ਚਲੋ ਕੋਈ ਗੱਲ ਨਹੀਂ, ਤੁਸੀਂ ਜਾਓ ਜੀ ਉੱਥੇ ਜਾਓ ਧੂਰੀ। ਮੈਂ ਕਿਹਾ ਧੂਰੀ ਮੇਰਾ ਕਿਆ ਕਨੈਕਸ਼ਨ ਹੈ ਧੂਰੀ ਨਾਲ? ਨਹੀਂ ਜੀ ਬੜਾ ਚੰਗੀ ਸੀਟ ਹੈ। ਮੈਂ ਕਹਿੰਦੇ ਮੈਂ ਨਹੀਂ ਧੂਰੀ ਜਾ ਸਕਦਾ। ਕਹਿੰਦੇ ਕਿ ਫਿਰ ਕਹਿੰਦੇ ਉਹ ਵੀ ਮੈਂ ਕਿਸੇ ਨੂੰ ਪਤਾ ਨਹੀਂ ਪ੍ਰੋਮਿਸ ਕਰ ਬੈਠਾ ਹੈ ਸੰਬੜੀ। ਮੇਰਾ ਖਿਆਲ ਉਹ ਸਾਡੇ ਹੀ ਸੀ, ਆਪਣੇ ਜ਼ੈਲਦਾਰ ਸੰਤ ਸਿੰਘ ਜੀ, ਉਹਨਾਂ ਨੂੰ ਧੂਰੀ ਅਸੀਂ ਦੇ ਦਾਂ। ਮੈਂ ਕਿਹਾ ਚਲੋ ਉਹਨਾਂ ਨੂੰ ਦੇਤੀ, ਉਹ ਵੀ ਸਾਡੇ ਹੀ ਨੇ, ਉਹਨਾਂ ਨੂੰ ਦੇ ਦਿਓ, ਨੋ ਪ੍ਰੋਬਲਮ। ਫਿਰ ਉਹ ਗੇੜੇ ਕੱਟਦੇ ਪਹੁੰਚ ਗਏ ਬਠਿੰਡੇ। ਪਹਿਲਾਂ ਤਲਵੰਡੀ, ਫਿਰ ਰਾਮਪੁਰਾ ਫੂਲ। ਤਲਵੰਡੀ ਤੋਂ ਮੈਂ ਇਲੈਕਟ ਹੋਇਆ ਪਹਿਲਾਂ, ਫਿਰ ਰਾਮਪੁਰਾ ਫੂਲ, ਫਿਰ ਉੱਥੇ। ਫਿਰ ਮੈਨੂੰ ਕਹਿੰਦੇ ਚਲੋ ਪੱਕਾ ਹੋ ਗਿਆ ਬਠਿੰਡਾ ਪ੍ਰੋਪਰ। ਮੈਂ ਕਿਹਾ ਠੀਕ ਹੈ। ਸ਼ਾਮ ਨੂੰ ਜਦ ਮੈਂ ਖਬਰਾਂ ਪੜ੍ਹੀਆਂ ਸੁਣੀਆਂ, ਉਹਦੇ 'ਚੋਂ ਟਿਕਟ ਦਿੱਤੀ ਹੋਈ ਉਹਨੂੰ ਸੰਬੜੀ ਫਰਮ ਕਿਸੇ ਹੋਰ ਨੂੰ ਦਿੱਤੀ। ਰਵੀ ਇੰਦਰ ਜੀ ਸਵੇਰੇ 4 ਵਜੇ ਚਲੇ ਗਏ ਉੱਥੇ ਉਹਨੂੰ ਸਮਝਾਉਣ ਨੂੰ ਕਿ ਤੂੰ ਕਰ ਕੀ ਰਿਹਾ। ਉਹਨਾਂ ਦੀ ਵਾਈਫ ਵੀ ਮਿਸਿਸ ਬਾਦਲ ਵੀ ਰਵੀ ਨਾਲ ਇਹ ਪਿੰਡ ਗਿਆ ਹੋਇਆ ਸੀ ਕਿਤੇ, ਉਹਨੂੰ ਪਿੰਡ ਲੈ ਗਏ ਔਰ ਉੱਥੇ ਕੋਸ਼ਿਸ਼ ਕੀਤੀ। ਇਹਨੇ ਕਹਿੰਦੇ ਜੀ ਹੁਣ ਤਾਂ ਫੈਸਲਾ ਹੋ ਗਿਆ ਫੈਸਲੇ। ਤਾਂ ਇਹ ਪਿੱਠ 'ਚ ਛੁਰੀ ਮਾਰਨ ਦਾ 2 ਮਿੰਟ ਲਾਉਂਦਾ ਹੈ। ਦਿਸ ਵਾਜ਼ ਹਿਜ਼ ਨੇਚਰ। ਇਹ ਸਾਡੇ ਕਾਂਗਰਸ ਨਹੀਂ ਮੈਂ ਬਾਹਰ ਰਿਹਾ। ਆਈ ਸਟੇਡ ਆਊਟ ਫॉर ਅ ਲੌਂਗ ਟਾਈਮ। ਫਿਰ ਲੌਂਗੋਵਾਲ ਮੈਨੂੰ ਲੈ ਕੇ ਆਏ ਦੈਟ ਟਾਈਮ। ਨਹੀਂ ਉਹ ਸੌਰੀ ਲੌਂਗੋਵਾਲ ਦੀ ਤਾਂ ਪਹਿਲੀ ਗੱਲ ਹੈ। ਫਿਰ ਮੈਂ ਇਹਦੇ 'ਚ ਕਾਂਗਰਸ ਆ ਗਿਆ ਸੀ। ਬੀਜੇਪੀ ਤੇ ਕਾਂਗਰਸ ਦੇ ਹਾਈ ਕਮਾਂਡ ਕਲਚਰ 'ਚ ਤੁਹਾਨੂੰ ਕੀ ਫਰਕ ਲੱਗਦਾ ਹੈ? ਬੀਜੇਪੀ ਦੀ ਹਾਈ ਕਮਾਂਡ ਕਲਚਰ ਇਜ਼ ਵੈਰੀ ਡਿਫਰੈਂਟ। ਜਿਹੜੀ ਤੁਹਾਡੀ ਆਪਣੀ ਹੈ ਕਾਂਗਰਸ ਦੀ, ਜਦੋਂ ਜੀ ਕਰਦਾ ਆਈ ਕੁਡ ਆਸਕ ਮਿਸਿਸ ਗਾਂਧੀ ਨੂੰ ਜਾਂ ਜੋ ਵੀ ਕਾਂਗਰਸ ਦੇ ਹੋਰ, ਇਟ ਵਾਜ਼ ਮੋਰ ਲਾਈਕ ਅ ਫੈਮਿਲੀ। ਤੁਸੀਂ ਜਾ ਕੇ ਉੱਥੇ ਜਾ ਕੇ ਤੁਸੀਂ ਕਦੇ ਵੀ ਮਿਲ ਸਕਦੇ ਸੀ। ਮੈਂ ਕੋਈ ਪ੍ਰੋਗਰਾਮ ਵੀ ਨਹੀਂ ਬਣਾਇਆ। ਮੈਂ ਉਹ ਦਿੱਲੀ ਪਹੁੰਚ ਗਿਆ, ਟੈਲੀਫੋਨ ਕੀਤਾ ਕਿ ਮੈਂ ਕਾਂਗਰਸ ਪ੍ਰੈਜ਼ੀਡੈਂਟ ਨੂੰ ਮਿਲਣਾ। ਕਹਿੰਦੇ ਅਭੀ ਆ ਜਾਓ। ਦੈਟ ਵਾਜ਼ ਦ ਸਿਸਟਮ। ਔਰ ਸੁਣਦੇ ਸੀ ਐਂਡ ਅਗਰ ਤੁਹਾਡੇ ਨਾਲ ਸਹਿਮਤ ਸੀ ਦੇ ਵੁੱਡ ਐਗਰੀ ਸਟ੍ਰੇਟ ਅਵੇ। ਬੀਜੇਪੀ 'ਚ ਨਹੀਂ ਹੈ। ਬੀਜੇਪੀ ਇਜ਼ ਵੈਰੀ ਇਨਸੂਲਰ, ਆਪਣੇ ਕੋਲ ਰੱਖਦੀ ਹੈ ਸਾਰੀਆਂ ਗੱਲਾਂ। ਐਂਡ ਹੁਣ ਦੇਖ ਲਓ ਮੈਨੂੰ ਕਿੰਨੇ ਸਾਲ ਹੋ ਗਏ ਬੀਜੇਪੀ, 4 ਸਾਲ ਹੋ ਗਏ। ਠੀਕ ਹੈ, ਆਈ ਐਮ ਫੀਲਿੰਗ ਬੈਟਰ ਨਾਓ, ਉਹ ਵੱਖਰੀ ਗੱਲ ਹੈ। ਲੇਕਿਨ ਮੈਨੂੰ ਇੱਕ ਵਾਰ ਵੀ ਪੁੱਛਿਆ ਕਿ ਪਟਿਆਲੇ ਦੀ ਸੀਟ ਕਿਹਨੂੰ ਦਈ ਹੈ ਜੀ, ਜਾਂ ਫਲਾਣੀ ਸੀਟ ਕਿਹਨੂੰ ਦਈ ਹੈ? ਨੋ, ਇਹ ਤਾਂ ਦੱਸਦੇ ਨੇ ਕਿ ਕੌਣ ਲੜੂਗਾ। ਇਟਸ ਅ ਡਿਫਰੈਂਟ ਸਿਸਟਮ ਆਫ ਫੰਕਸ਼ਨਿੰਗ। ਤੇ ਮਤਲਬ ਤੁਸੀਂ ਇੱਥੇ ਮਿਸਫਿਟ ਫੀਲ ਤਾਂ ਨਹੀਂ ਕਰਦੇ ਬੀਜੇਪੀ 'ਚ ਫਿਰ? ਕਿ ਮੈਨੂੰ ਤੁਹਾਨੂੰ ਲੱਗਦਾ ਹੈ ਗਲਤ ਡਿਸੀਜਨ ਹੈ ਬੀਜੇਪੀ 'ਚ ਆਉਣਾ? ਨਹੀਂ, ਇਹ ਵਾਟ ਇਜ਼ ਦੀ ਆਪਸ਼ਨ? ਇੱਥੇ ਸਾਡੇ ਕੋਲ ਆਪਸ਼ਨ ਕੀ? ਅਕਾਲੀ ਦਲ ਤਾਂ ਮੈਂ ਸੋਚ ਹੀ ਨਹੀਂ ਸਕਦਾ। ਹੋਰ ਪਾਰਟੀਆਂ ਕਿਹੜੀਆਂ ਨੇ ਉਰੇ? ਇੱਕ ਕਾਂਗਰਸ ਹੈ, ਇੱਕ ਅਕਾਲੀ ਦਲ ਹੈ। ਮੈਂ ਤਾਂ ਕਦੇ ਕਾਂਗਰਸ ਨਾ ਛੱਡਦਾ ਅਗਰ ਇਹ ਨਾ ਹੁੰਦੀ। ਇਹਨਾਂ ਨੇ ਮੇਰੇ ਨਾਲ ਨਾ ਕਰਦੇ। ਦੇਖੋ ਕਾਂਗਰਸ ਦੀ ਇਹ ਸੀ ਕਿ ਪ੍ਰੈਜ਼ੀਡੈਂਟ ਬਣਾ ਸਕਦਾ ਜਿਹਨੂੰ ਮਰਜ਼ੀ।
ਅਗਰ ਉਹ ਸਮਝਦੇ ਸੀ, ਮੇਰਾ ਖਿਆਲ ਇਹਨਾਂ ਨੂੰ ਐਡਵਾਈਸ ਦਿੱਤੀ ਸੀ ਉਸਨੇ, ਉਹ ਜਿਹੜਾ ਬਿਹਾਰ ਦਾ ਬੰਦਾ ਸੀਗਾ ਸਾਡੇ ਕੋਲ, ਉਹ ਪ੍ਰਸ਼ਾਂਤ ਕਿਸ਼ੋਰ ਨੇ, ਉਹਨੇ ਦਿੱਤੀ ਸੀ ਕਿ ਅਮਰਿੰਦਰ ਸਿੰਘ ਦੇ ਅਧੀਨ ਤੁਸੀਂ ਜਿੱਤ ਨਹੀਂ ਸਕੋਗੇ ਅਤੇ ਤੁਸੀਂ ਲੀਡਰਸ਼ਿਪ ਤੁਹਾਨੂੰ ਬਦਲਣੀ ਪਊ। ਤਾਂ ਲਿਆਏ ਉਹਨੂੰ ਐਟ ਦੈਟ ਟਾਈਮ। 2021 ਚ ਪ੍ਰਸ਼ਾਂਤ ਕਿਸ਼ੋਰ ਤੁਹਾਡੇ ਮੇਰੇ ਪ੍ਰਮੁੱਖ ਮੇਰੇ ਸਲਾਹਕਾਰ ਮੇਰਾ ਬਣ ਤਾਂ ਕੇ ਆਏ ਮੇਰਾ ਸੀ। ਤਾਂ ਮੈਂ ਤਾਂ ਇਹਨੂੰ ਕੈਬਨਿਟ ਰੈਂਕ ਦਿੱਤੀ ਸੀ। ਸੋ ਇਹਨੇ ਉਸ ਤੋਂ ਬਾਅਦ ਦੀ ਗੱਲ ਹੈ, ਕਹਿੰਦੇ ਉਹ ਬਣਾਉਣੀ, ਇਹ ਚਾਹੁੰਦਾ ਸੀ ਕਿ ਕਾਂਗਰਸ ਪਾਰਟੀ ਦਾ ਇਹ ਨੈਸ਼ਨਲ ਐਡਵਾਈਜ਼ਰ ਬਣੇ, ਉਹਨਾਂ ਨਹੀਂ ਬਣਾਇਆ ਉਹਨਾਂ ਨੇ। ਤੋ ਬਟ ਐਨੀਵੇ ਉਹਨਾਂ ਨੇ ਮੇਰੇ ਵਾਸਤੇ ਉਹਨੇ ਸੋਚਿਆ ਕਿ ਇਹਨੂੰ ਉਹਨਾਂ ਨੂੰ ਕਹਿਤਾ ਕਿ ਉਹ ਨਹੀਂ ਬਣਾ ਸਕੇਗਾ। ਇਹੀ ਪਹਿਲਾਂ ਵੀ ਕਿਹਾ ਸੀ ਉਹਨਾਂ ਨੇ, ਔਰ ਮੈਂ ਉਦੋਂ 77 ਸੀਟਾਂ ਲੈ ਕੇ ਆਇਆ ਸੀ 2 ਵਾਰ। ਸੋ ਬਟ ਪਰ ਉਦੋਂ ਪ੍ਰਸ਼ਾਂਤ ਕਿਸ਼ੋਰ ਨੂੰ ਬਹੁਤ ਕ੍ਰੈਡਿਟ ਗਿਆ ਸੀ ਕਿ ਉਹਨਾਂ ਨੇ ਜਿਸ ਤਰ੍ਹਾਂ ਤੁਹਾਡੀ ਕੈਂਪੇਨ ਚਲਾਈ ਨੇ 2017 ਚ, ਤਾਂ ਉਹ ਵੀ ਇੱਕ ਕਾਰਨ ਰਿਹਾ ਕਿ 77 ਸੀਟਾਂ। ਨਹੀਂ, ਮੈਂ ਅਗਰੀ ਕਰਦਾ, 70 ਸੀਟਾਂ ਨਹੀਂ, ਸਾਡੀਆਂ 62 ਆਈਆਂ ਸੀ। 2077 2000 ਪਹਿਲੀ ਤਾਂ ਜਿਹੜੀ ਸੀ 2062 ਦੀ ਸੀ, ਅਗਲੀ ਸੀ 46 ਜਿਹੜੀ ਅਸੀਂ ਹਾਰ ਗਏ ਸੀ, ਬਾਦਲ ਆ ਗਿਆ ਸੀ ਬੀਜੇਪੀ ਨਾਲ, ਔਰ ਤੀਸਰੀ ਸੀ 77। ਹਾਂ 2017 ਚ 77 ਸੀਟਾਂ ਜੀ। ਉਹ 70 ਸੀਟਾਂ ਦੇ ਵਿੱਚ ਹੀ ਵਾਜ਼ ਨਾਟ ਇਨ ਦੈਟ, ਉਹਦੇ 'ਚ ਨਹੀਂ ਸੀ ਉਹ ਸੀਗਾ ਪਹਿਲਾਂ 70 ਸੀਟਾਂ ਦੇ, ਨਹੀਂ ਸੌਰੀ 77 ਸੀਟਾਂ ਵਿੱਚ ਸੀ, ਹੀ ਵਾਜ਼ 70। ਹਾਂ ਉਹ ਚੜਾਏ ਸੀ, ਕਾਫੀ ਵਿਦ ਕੈਪਟਨ ਵਗੈਰਾ ਉਹ ਚੜਾਈ ਸੀ। ਯਸ, ਚੰਗੀ ਮੈਮਰੀ ਹੈ ਤੁਹਾਡੀ। ਇਟ ਵਾਜ਼ ਗੁੱਡ। ਸੋ ਪ੍ਰਸ਼ਾਂਤ ਕਿਸ਼ੋਰ ਇਹ ਕਾਰਨ ਸੀ ਕਿ 2021 ਚ ਉਹਨਾਂ ਨੇ ਹਾਈ ਕਮਾਂਡ ਨੂੰ ਕਹਿ ਦਿੱਤਾ ਕਿ ਬਈ ਕੈਪਟਨ ਉਹ ਅਮਰਿੰਦਰ ਕਹਿੰਦਾ ਸਿੰਘ ਅੰਡਰ ਸਰਕਾਰ ਨਹੀਂ ਬਣਾ ਪਾ ਰਹੇ। ਕੈਪਟਨ ਦੀ ਲੀਡਰਸ਼ਿਪ ਦੇ ਅਧੀਨ ਆਪਾਂ ਜਿੱਤ ਨਹੀਂ ਸਕਾਂਗੇ। ਦਿਸ ਇਜ਼ ਆਫਟਰ ਦੈਟ। ਤੋ ਇਹੀ ਪਹਿਲਾਂ ਹੋ ਗਿਆ ਸੀ, ਪਹਿਲਾਂ ਉਹਨਾਂ ਨੇ ਕਹਿਤਾ ਸੀ ਕਿ ਜਿੱਤ ਨਹੀਂ ਸਕੋਗੇ। ਇਨਫੈਕਟ ਸ਼ਰਤਾਂ ਲੱਗੀਆਂ ਸੀਆਂ ਕਿ ਕਾਂਗਰਸ ਪੰਜਾਬ 'ਚ ਹਾਰੂਗੀ, ਔਰ ਜਿੰਨੀਆਂ ਮੈਂ ਸੀਟਾਂ ਲਿਆਇਆ ਸੀ ਸਿਰਫ ਇੱਕ ਵਾਰ ਪਹਿਲਾਂ ਸਰਦਾਰ ਬੇਅੰਤ ਸਿੰਘ ਲਿਆਏ ਸੀ ਉਸ ਸਮੇਂ ਵੇਲੇ, ਔਖੀ ਘੜੀ ਵੇਲੇ। ਲੇਕਿਨ ਇਹ ਜਦੋਂ ਮੈਂ ਲੈ ਕੇ ਆਇਆ, ਇਹਨਾਂ ਉਹ ਵੀ ਬੜੇ ਸਰਪ੍ਰਾਈਜ਼ ਸੀ ਸਰ, ਬੋਲੇ ਨਹੀਂ ਚੰਡੀਗੜ੍ਹ ਦਿੱਲੀ ਵਿੱਚ ਲੋਕ, ਸਿਰਫ ਮਿਸਿਸ ਗਾਂਧੀ ਕਹਿੰਦੇ ਯੈਸ ਆਈ ਟੋਲਡ ਯੂ ਹੀ ਵਿਲ ਬ੍ਰਿੰਗ ਇਟ। ਤੋ ਇਹ ਐਤਕੀ ਜਰਾ ਇਹ ਕਿਸੇ ਨੇ ਉਹਨਾਂ ਨੂੰ ਸਮਝਾਤਾ ਹੋਣਾ ਹੈ, ਤਾਂ ਉਹਨਾਂ ਨੇ ਮੈਨੂੰ ਮੈਂ ਇੱਕ ਦਿਨ ਮੈਨੂੰ ਪਤਾ ਲੱਗਿਆ ਤੇ ਹਲਚਲ ਹੋ ਰਹੀ ਸੀ, ਅਤੇ ਮੈਂ ਚਲਾ ਗਿਆ ਉਹਨਾਂ ਦੇ ਟਾਈਮ ਮੰਗ ਕੇ, ਅਤੇ ਕਹਿੰਦੇ ਦੱਸੋ। ਮੈਂ ਕਿਹਾ ਮੈਂ ਮੇਰਾ ਅਸਤੀਫਾ ਲੈ ਲਓ। ਤੋ ਕਹਿੰਦੇ ਕਿਉਂ? ਆਈ ਸੈਡ ਬਿਕੋਜ਼ ਆਈ ਐਮ ਹੀਅਰਿੰਗ ਕਿ ਤੁਸੀਂ ਚੇਂਜ ਚਾਹੁੰਦੇ ਹੋ, ਲੈ ਲਓ, ਬਣਾ ਦਿਓ ਜਿਹਨੂੰ ਮਰਜ਼ੀ। ਨੋ ਯੂ ਕਾਂਟ ਡੂ ਦਿਸ। ਫਿਰ ਉਹਨੇ ਬਣਾਇਆ ਉਹਨੂੰ, ਸਾਡੇ ਜਨਰਲ ਸੈਕਟਰੀ ਨੂੰ, ਰਾਵਤ ਨੂੰ, ਤੂੰ ਜਾ ਕੇ ਪੰਜਾਬ ਠੀਕ ਕਰ ਸਭ ਕੁਛ ਹੋਇਆ। ਬਸ ਇੱਥੋਂ ਸ਼ੁਰੂ ਹੋਇਆ ਕੰਮ। ਔਰ ਫਿਰ ਮੈਂ ਇੱਕ ਦਿਨ ਬੈਠਾ ਸੀ, ਕੋਈ 2-3 ਹਫ਼ਤਿਆਂ ਬਾਅਦ ਉਹਨਾਂ ਨੇ ਕਿਹਾ ਕਿ ਮੇਰਾ ਖਿਆਲ ਅਮਰਿੰਦਰ ਤੁਸੀਂ ਰਿਜ਼ਾਈਨ ਨਹੀਂ ਕਰਦੇ। ਮੈਂ ਕਿਹਾ ਠੀਕ ਹੈ ਮੈਮ, ਆਈ ਰਿਜ਼ਾਈਨ, ਨੋ ਪ੍ਰੋਬਲਮ। ਲੇਕਿਨ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਅੱਜ CLP ਦੀ ਮੀਟਿੰਗ ਕਿਉਂ ਕਾਲ ਕੀਤੀ? ਮੈਂ ਕਿਹਾ ਮੈਂ ਤਾਂ ਨਹੀਂ ਕੀਤੀ, ਔਰ CLP ਦੀ ਮੀਟਿੰਗ ਕੋਈ ਵੀ ਨਹੀਂ ਕਰ ਸਕਦਾ, ਸਿਰਫ ਚੀਫ ਮਿਨਿਸਟਰ ਕਰ ਸਕਦਾ। ਸੋ ਆਈ ਸੈਡ ਇਟਸ ਨਾਟ, ਮੈਂ ਤਾਂ ਬੁਲਾਈ ਨਹੀਂ। ਕਹਿੰਦੇ ਸਾਰੀ ਰਾਤ ਦਿੱਲੀੋਂ ਟੈਲੀਫੋਨ ਆਏ ਨੇ ਕਿ 4 ਵਜੇ ਤੁਸੀਂ ਪਹੁੰਚੋ ਕਾਂਗਰਸ ਭਵਨ, ਅਤੇ ਮੈਂ ਕਿਹਾ ਮੈਂ ਤਾਂ ਕੀਤੀ ਨਹੀਂ। ਸੋ ਦੈਨ ਆਈ ਰੈਂਗ ਅਪ ਸੋਨੀਆ ਜੀ ਨੂੰ, ਮੈਂ ਕਿਹਾ ਮੈਮ ਵਾਟ ਐਮ ਆਈ ਹੀਅਰਿੰਗ ਯੂ? ਸ਼ੀ ਸੇਡ ਨੋ ਉਹਨਾਂ ਦਾ ਟੈਲੀਫੋਨ ਆਇਆ। She said, Amrinder. I said, yes, ma'am. She says, I think you should resign. I said, that's fine. I'll resign. I'll call the governor. Governor ਨੂੰ ਮੈਂ ਕਿਹਾ ਮੈਨੂੰ ਦਿਓ। ਫਿਰ ਮੈਨੂੰ ਟਾਈਮ, ਤਾਂ ਮੈਨੂੰ ਫਿਰ ਕਿਸੇ ਦਾ ਆਇਆ ਕਿ ਜੀ ਉਹ ਤਾਂ ਮੀਟਿੰਗਾਂ ਤੋਂ ਪਹਿਲਾਂ ਹੀ ਅਰੇਂਜਮੈਂਟ ਹੋ ਰਹੀਆਂ ਸੀ, ਮੈਂ ਤਾਂ ਮੀਟਿੰਗ ਕਾਲ ਕਰਨਾ ਚਾਹੁੰਦਾ ਸੀ ਕਰਨ ਵਾਸਤੇ। ਅਤੇ ਫਿਰ ਮੈਂ ਕਿਹਾ ਅਗਰ ਮੇਰੇ ਨਾਲ ਇਹੋ ਜਿਹਾ ਗੱਲ ਕਰ ਰਹੇ ਹੋ ਕਿ 60 ਸਾਲ ਬਾਅਦ ਤੁਸੀਂ ਮੈਨੂੰ ਪਬਲਿਕਲੀ ਰਿਮੂਵ ਕਰਨਾ ਚਾਹੁੰਦੇ ਹੋ, ਫਿਰ ਮੈਂ ਕਾਂਗਰਸ ਨਹੀਂ ਰਹਿ ਸਕਦਾ। ਐਂਡ ਦੈਟ ਇਜ਼ ਵਾਈ ਆਈ ਰਿਜ਼ਾਈਨਡ। ਤੇ ਹਾਈ ਕਮਾਂਡ ਦਾ ਤੁਹਾਨੂੰ ਹਟਾਉਣ ਦਾ ਜਿਹੜਾ ਡਿਸੀਜਨ ਸੀ, ਤੁਹਾਨੂੰ ਕੀ ਲੱਗਦਾ ਕਿ ਇਹਦੇ ਪ੍ਰਭਾਵ 'ਚ ਲਿਆ ਗਿਆ? ਪਤਾ ਨਹੀਂ, ਸੁਣਿਆ ਸੀ ਕਿ ਇਸਨੇ ਉਦੋਂ ਇਹ ਮਿਲਦਾ ਸੀ ਉਹਨਾਂ ਨੂੰ, ਪ੍ਰਸ਼ਾਂਤ ਕਿਸ਼ੋਰ, ਉਹਨੇ ਕਿਹਾ ਸੀ ਕਿ ਅਗਲੀ ਗਵਰਨਮੈਂਟ 'ਚ ਅਮਰਿੰਦਰ ਸਿੰਘ ਨਹੀਂ ਲਿਆ ਸਕੇਗਾ। ਤੁਹਾਡੇ ਕਾਂਗਰਸ ਦੇ ਜਿਹੜੇ ਸਾਥੀ ਸੀ ਉਹ ਵੀ ਤੁਹਾਡੇ ਬਹੁਤ ਖਿਲਾਫ ਹੋ ਗਏ ਸੀ ਉਸ ਵਕਤ 2021 ਆਉਂਦੇ ਇਸ ਕਮਰੇ 'ਚ ਅਸੀਂ ਬੈਠੇ ਸੀ, ਔਰ ਇਹ ਆਏ ਸੀ, ਅਸੀਂ ਇਹਨਾਂ ਨੂੰ ਮਾਝਾ ਬ੍ਰਿਗੇਡ ਕਹਿੰਦੇ ਸੀ, ਔਰ ਇਹ 5-7 ਸੀਗੇ, ਉਰੇ ਆ ਕੇ ਬੈਠੇ, ਕੋਈ ਗੱਲਾਂ ਸੀ ਇਹਨਾਂ ਦੀਆਂ ਆਪਣੀਆਂ, ਤਾਂ ਮੈਂ ਕਰਤੀ ਮਿਨਿਸਟਰ ਸੇ ਜ਼ਿਆਦਾ, ਅਤੇ ਬਸ ਬਾਹਰ ਗਏ। ਇੱਥੇ ਪੋਰਚ ਵਿੱਚ ਮੇਰਾ ਪ੍ਰਿੰਸੀਪਲ ਸੈਕਟਰੀ ਆ ਗਿਆ। ਅੱਛਾ, ਮੇਰੇ ਪ੍ਰਿੰਸੀਪਲ ਸੈਕਟਰੀ ਨੂੰ ਬੜੀ ਅੱਛੀ ਤਰ੍ਹਾਂ ਜਾਣਦੇ ਸੀ, ਰੋਜ਼ ਇਹਦੇ ਨਾਲ 11 ਵਜੇ ਕੌਫੀ ਪੀਂਦੇ ਸੀ ਉਹਦੇ ਦਫ਼ਤਰ 'ਚ, ਔਰ ਜੋ ਕੋਈ ਕੰਮ ਕਰਾਉਣਾ ਸੀ ਕਰਾਉਂਦੇ ਸੀ ਉੱਥੇ। ਅਤੇ ਇਹਨਾਂ ਨੇ ਕੁਛ ਕਹਿ ਤਾ ਪ੍ਰਿੰਸੀਪਲ ਸੈਕਟਰੀ ਨੇ ਇੰਨਾ ਹੀ ਹੱਸਦੇ ਹੋਏ ਕਿ
ਤੁਸੀਂ ਕੰਮ ਕਰਵਾਉਣ ਆਉਂਦੇ ਹੋ, ਤੁਸੀਂ ਥੋੜ੍ਹਾ ਬਹੁਤਾ ਪੰਜਾਬ ਵਾਸਤੇ ਦਾ ਕੰਮ ਕਰਾਓ। ਤੇ ਆ ਗਏ ਜੀ ਵਾਪਸ, ਕਹਿੰਦੇ ਇਹਨੂੰ ਕੱਢੋ ਅੱਜ ਹੀ। ਮੈਂ ਕਿਹਾ ਕਿਉਂ? ਕਹਿੰਦੇ ਆ ਕਹਿ ਕੇ ਆਇਆ, ਤੁਹਾਡੇ ਬਾਹਰ ਖੜਾ ਪ੍ਰਿੰਸੀਪਲ ਸੈਕਟਰੀ। ਮੈਂ ਕਿਹਾ ਕੀ ਕਹਤਾ? ਤੁਸੀਂ ਰੋਜ਼ ਤਾਂ ਮਿਲਦੇ ਹੋ, ਤੁਸੀਂ ਤਾਂ ਦੋਸਤ ਹੋ, ਤੁਹਾਨੂੰ ਤਾਂ ਕੀ ਤਕਲੀਫ ਹੋ ਗਈ ਅੱਜ? ਪਰ ਇਹ ਪਲਾਨ ਕੀਤਾ ਹੋਇਆ ਸੀ ਸਾਰਾ। ਮੈਂ ਕਿਹਾ ਮੈਂ ਨਹੀਂ ਕਰਦਾ। ਕਹਿੰਦੇ ਫਿਰ ਅਸੀਂ ਜਾਂਦੇ ਹਾਂ। ਮੈਂ ਕਿਹਾ ਜਾਓ ਫਿਰ, ਹੋਰ ਕੀ ਕਰ ਸਕਦੇ ਹਾਂ। ਮੈਂ ਆਈ ਵਿਲ ਨਾਟ ਡਿਸਮਿਸ ਸਮਬਡੀ ਫॉर ਸੱਚ ਅ ਥਿੰਗ। ਜਾਂ ਤਾਂ ਤੁਸੀਂ ਨਾ ਜਾਓ, ਕਿਉਂ ਜਾਂਦੇ ਰਹੇ ਹੋ ਪਿਛਲੇ ਕਈ ਮਹੀਨੇ? ਹਰ ਡੇਲੀ ਤੁਸੀਂ ਜਾ ਕੇ ਚਾਹ ਜਾਂ ਕੌਫੀ ਉਹਦੇ ਨਾਲ ਪੀਂਦੇ ਸੀ। ਹੁਣ ਇੱਕਦਮ ਤੁਹਾਨੂੰ ਥੋੜ੍ਹਾ ਬਹੁਤਾ ਕੁਝ ਕਹਿਤਾ, ਇੰਨਾ ਹੀ ਕਿਹਾ ਹੈ ਕਿ ਪੰਜਾਬ ਵਾਸਤੇ ਕੰਮ ਕਰੋ, ਕੁਝ ਮਾੜੀ ਗੱਲ ਹੈ ਉਹਦੇ 'ਚ? ਤੇ ਉਹ ਪੰਜਾਬ ਲਈ ਕੰਮ ਨਹੀਂ ਕਰ ਰਹੇ ਸੀ? ਕੌਣ? ਜਿਹੜੇ ਲੀਡਰ ਸੀ ਜਿਨ੍ਹਾਂ ਨੂੰ ਨਹੀਂ ਉਹਨੇ ਪਤਾ ਨਹੀਂ ਇਹਨਾਂ ਦੀ ਡੇਲੀ ਕੀ ਗੱਲ ਹੁੰਦੀਆਂ ਸੀ ਦਫ਼ਤਰ 'ਚ ਬੈਠੇ, ਮਸ ਵੀ ਆਪਣੇ ਹਲਕੇ ਵਾਸਤੇ ਜਾਂ ਸਮਥਿੰਗ ਲਾਈਕ ਦੈਟ। ਉਹਨੇ ਵੀ ਮਖੌਲ 'ਚ ਹੀ ਕਹਿਤਾ। ਉਹ ਕਿਹੜਾ ਸੀਰੀਅਸ ਕਹਿ ਰਿਹਾ ਸੀ? ਕੈਨ ਐਨੀ ਸੈਕਟਰੀ ਸੀਰੀਅਸਲੀ ਕਿਸੇ ਮਿਨਿਸਟਰ ਨੂੰ ਕੰਮ ਕਹੇ ਕਿ ਤੁਸੀਂ ਜਾ ਕੇ ਆਪਣਾ ਕੰਮ ਕਰੋ? ਕਦੇ ਵੀ ਨਹੀਂ ਹੋ ਸਕਦੀ ਸੀ। ਇਹ ਤਾਂ ਐਜ਼ ਅ ਫਰੈਂਡ ਕਹਿਤਾ ਹੋਣਾ ਉਹਨਾਂ ਨੇ, ਬਸ ਉਹਨਾਂ ਨੇ ਕੋਈ ਮਨ ਬਣਾ ਕੇ ਆਏ ਹੋਣੇ, ਉਹਨਾਂ ਨੇ ਕਰਤਾ ਕਿਉਂਕਿ ਜਾਂਦੇ ਸੀ। ਇਹ ਇਹਨਾਂ ਦੇ ਵਿੱਚੋਂ ਵੀ ਸੇ ਕੁਛ ਜਿਹੜੇ ਮੈਂ ਪੁੱਛਿਆ ਕਰਦਾ ਸੀ। ਮੈਂ ਕਿਹਾ ਤੁਸੀਂ ਹਰ ਦੂਜੇ ਦਿਨ ਦਿੱਲੀ ਚਲੇ ਜਾਂਦੇ ਹੋ, ਸਵੇਰੇ ਦੀ ਫਲਾਈਟ ਸ਼ਾਮ ਨੂੰ। ਮੈਨੂੰ ਇੰਟੈਲੀਜੈਂਸ ਦੱਸ ਦਿੰਦੀ ਸੀ ਕਿ ਸ਼ਾਮ ਨੂੰ ਤੁਸੀਂ ਆ ਜਾਂਦੇ ਹੋ। ਕਿੱਥੇ ਜਾਂਦੇ, ਕੀ ਕਰਨ ਜਾਂਦੇ ਹੋ? ਉਹਦੀ ਪਰਸਨਲ ਕੰਮ ਹੈ, ਕੁਛ ਹੈ ਫਲਾਣਾ ਟਿਮਕਾ ਕੰਮ ਹੈ। ਬੇਸਿਕਲੀ ਜਾ ਕੇ ਉੱਥੇ ਮਿਲ ਕੇ ਮੇਰੇ ਖਿਲਾਫ ਚੁਗਲੀਆਂ। ਤੁਹਾਡੇ ਕਾਂਗਰਸੀ ਲੀਡਰਾਂ ਦੀ ਉਸ ਵਕਤ ਇਹ ਵੀ ਸ਼ਿਕਾਇਤ ਰਹਿੰਦੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਫਸਰਸ਼ਾਹੀ ਦੀ ਜ਼ਿਆਦਾ ਸੁਣਦੇ ਨੇ, ਸਾਡੀ ਸੁਣਵਾਈ ਨਹੀਂ ਹੁੰਦੀ, ਸਾਡੇ ਫੋਨ ਰੱਖ ਲਏ ਜਾਂਦੇ ਨੇ, ਮਿਲਣ ਨਹੀਂ ਦਿੱਤਾ ਜਾਂਦਾ। ਬਿਲਕੁਲ ਗਲਤ ਬਾਤ ਹੈ, ਟੋਟਲ ਝੂਠ। ਹੁਣ ਜਦੋਂ ਬਹਾਨੇ ਮਾਰਨੇ ਪੈਂਦੇ ਨੇ, ਫਿਰ ਅਗਰ ਤੁਹਾਨੂੰ ਇੰਨੀ ਤਕਲੀਫ ਸੀ ਕਿ ਰਹੇ ਕਿਉਂ ਮੇਰੇ ਮਿਨਿਸਟਰ ਛੱਡ ਜਾਂਦੇ? ਹੂ ਆਸਕਡ ਯੂ ਟੂ ਸਟੇ? ਮੈਂ ਕਿਹਾ ਸੀ ਕਿ ਮੇਰੇ ਨਾਲ ਬੈਠੇ ਰਹੋ। ਅਗਰ ਤੁਹਾਨੂੰ ਇੰਨੀ ਔਖ ਸੀ ਮੇਰੇ ਸਰਕਾਰ 'ਚ ਰਹਿਣ ਦੀ ਤਾਂ ਜਾਓ, ਛੱਡ ਦਿਓ। ਇਹ ਜਿਹੜਾ ਸੀ ਸਿੱਧੂ ਵੀ ਛੱਡ ਕੇ ਚਲਾ ਗਿਆ ਸੀ, ਠੀਕ ਹੈ, ਤੁਸੀਂ ਵੀ ਚਲੇ ਜਾਂਦੇ। ਲੇਕਿਨ ਨਹੀਂ, ਇਹ ਤਾਂ ਬਾਅਦ 'ਚ ਗੱਲਾਂ ਉੱਠਦੀਆਂ ਨੇ ਕਿ ਸਾਨੂੰ ਨਹੀਂ ਮਿਲਦੇ ਜੀ। ਕਿਹੜਾ ਚੀਫ ਮਿਨਿਸਟਰ ਜਿਹੜਾ ਆਪਣੇ ਮਿਨਿਸਟਰਾਂ ਨੂੰ ਨਹੀਂ ਮਿਲ ਸਕਦਾ ਜਾਂ ਆਪਣੇ MLA ਨੂੰ ਨਹੀਂ ਮਿਲ ਸਕਦਾ? ਕਈ ਵਾਰ ਮੇਰਾ ਖਿਆਲ ਜਦੋਂ ਕੋਵਿਡ ਹੋਇਆ, ਮੈਂ ਉਦੋਂ ਰਾਤ ਨੂੰ ਇੱਥੇ ਆ ਜਾਂਦਾ ਸੀ। ਡਾਕਟਰ ਨੇ ਕਿਹਾ ਸੀ ਕਿ ਚੰਡੀਗੜ੍ਹ ਤੋਂ ਬਾਹਰ ਨਿਕਲੋ। ਦਿਨੇ ਮੈਂ ਜਾਂਦਾ ਸੀ ਆਫਿਸ, ਸ਼ਾਮ ਨੂੰ ਉਰੇ ਆ ਜਾਂਦਾ। ਜਦ ਮੈਂ ਉਰੇ ਆਉਂਦਾ ਸੀ, ਉਰੇ ਕਮਰਾ ਭਰਿਆ ਹੁੰਦਾ ਸੀ, ਲੋਕ ਉਹਨਾਂ ਨੂੰ ਪਤਾ ਸੀ ਕਿ ਮੈਂ ਮੁੰਡਾ ਹੈ, ਤਾਂ ਆ ਕੇ ਮੈਨੂੰ ਮਿਲਿਆ ਕਰਦੇ ਸੀ ਉਰੇ। ਸੋ ਦਿਸ ਇਜ਼, ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਬਾਅਦ 'ਚ ਆਪਣਾ ਬਹਾਨਾ ਬਣਾਉਣ ਵਾਸਤੇ। ਦੱਸੋ, ਫੋਨ ਰੱਖੇ ਜਾਂਦੇ ਸੀ, ਇਹ ਵੀ ਕਹਿੰਦੇ ਸੀ ਕਿ ਸਾਡੇ ਫੋਨ ਜਮ੍ਹਾਂ ਕਰਵਾ ਲਏ ਜਾਂਦੇ ਸੀ, ਨਾ ਸਿਕਿਉਰਿਟੀ ਚੈੱਕ ਹੁੰਦਾ ਸੀ। ਨਹੀਂ, ਨਾਟ ਐਟ ਆਲ। ਇੱਕ ਵਾਰ ਫੋਨ ਅਗਰ ਜਮ੍ਹਾਂ ਮੇਰੀ ਪਹਿਲੀ ਗਵਰਨਮੈਂਟ ਵੇਲੇ 2002 ਵੇਲੇ, ਉਦੋਂ ਦੇਵਰ ਸਮ ਕੁਛ ਉਹ ਟੈਲੀਫੋਨਾਂ ਦੇ ਵਿੱਚ ਕੋਈ ਬੰਬ ਚੱਲੇ ਸੀ ਕਿਤੇ, ਆਈ ਡੋਂਟ ਨੋ ਕਿਹੜੀ ਜਗ੍ਹਾ 'ਚ, ਦਿੱਲੀ ਜਾਂ ਸਮ ਕਿਸੇ ਜਗ੍ਹਾ 'ਚ। ਉਦੋਂ ਤੋਂ ਇਹ ਵਾਰਿਡ ਹੋ ਗਈ ਸੀ। ਸੋ ਸਿਕਿਉਰਿਟੀ ਚੱਕ ਦਿੰਦੀ ਸੀ ਕਦੇ ਕਦੇ, ਉਹ ਪਹਿਲੀ ਗਵਰਨਮੈਂਟ ਵੇਲੇ। ਹੁਣ ਤੁਸੀਂ ਕਾਂਗਰਸ ਦਾ ਹਾਲ ਕਿਵੇਂ ਦੇਖਦੇ ਹੋ? 2027 ਦੀ ਪਿਕਚਰ ਕਿਵੇਂ ਦੇਖਦੇ ਹੋ? ਕਾਂਗਰਸ ਜੋ ਹੈ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ, ਕੀ ਲੱਗਦਾ ਹੈ ਕਾਂਗਰਸ ਇਸ ਪੋਜੀਸ਼ਨ 'ਚ ਓਨ ਕੈਨ ਨਾਟ ਮੇਕ ਅ ਗਵਰਨਮੈਂਟ? ਦੇਖੋ, ਮੈਂ ਤੁਹਾਨੂੰ ਦੱਸਦਾ, ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ, ਆਲ ਆਫ ਦਮ। ਕੋਈ ਅੱਜ ਪਹਿਲੇ ਤਾਂ ਤੁਹਾਡੇ 8-9 ਤਾਂ ਤੁਹਾਡੇ ਕੈਂਡੀਡੇਟ ਹੀ ਨੇ ਚੀਫ ਮਿਨਿਸਟਰ ਵਾਸਤੇ। ਉਹ ਲੜੀ ਜਾਣ, ਜੋ ਮਰਜ਼ੀ ਕਰਦੇ ਨੇ, ਇੱਕ ਦੂਜੇ ਨੂੰ ਵੱਢਣਗੇ, ਦੈਟਸ ਆਲ। ਬਟ ਮੈਂ ਫੇਰ ਕਹਿ ਰਿਹਾ ਕਿ ਦੇ ਵਿਲ ਨਾਟ ਫਾਰਮ ਅ ਗਵਰਨਮੈਂਟ ਅਗਰ ਬਣ ਸਕਦੀ ਹੈ ਸਟੇਬਲ ਗਵਰਨਮੈਂਟ, ਇਟ ਕੈਨ ਬੀ ਓਨਲੀ BJP ਐਂਡ ਅਕਾਲੀ ਦਲ, ਹੋਰ ਕੋਈ ਨਹੀਂ ਬਣ ਸਕਦੀ, ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਆਈ ਨੋ ਦੇਅਰ ਫੰਕਸ਼ਨਿੰਗ, ਮੈਨੂੰ ਪਤਾ ਹੈ ਕਿ ਕੀ ਇਹਨਾਂ ਦੇ ਬਾਰੇ ਸੋਚ ਹੈ। ਹਾਲਾਤ ਹੀ ਹੋਰ ਨੇ ਹੁਣ। ਤੁਹਾਨੂੰ ਹੰਗ ਅਸੈਂਬਲੀ ਨਜ਼ਰ ਆ ਰਹੀ ਹੈ 2027 'ਚ? ਅਗਰ BJP ਅਕਾਲੀ ਇਕੱਠੇ ਨਾ ਹੋਣ, ਹੰਗ ਅਸੈਂਬਲੀ ਇਜ਼ ਵਰਸ ਦੈਨ ਆਪ। ਅਗਰ ਆਪ ਮਾੜੀ ਹੈ, ਹੰਗ ਅਸੈਂਬਲੀ ਤਾਂ ਇਸ ਤੋਂ ਵੀ ਮਾੜਾ ਹੋਊਗਾ। ਫਿਰ ਤੁਹਾਨੂੰ 4-5 ਪਾਰਟੀਆਂ ਇਕੱਠੀਆਂ ਕਰਕੇ ਸਰਕਾਰ ਬਣਾਉਣੀ ਪਊ, ਫਿਰ ਤਾਂ ਬਿਲਕੁਲ ਖਿਚੜੀ ਹੋ ਜਾਊ ਸਾਡੇ ਪੰਜਾਬ ਦੀ। ਇਹੀ ਤਾਂ ਮੈਂ ਕਾਰਨ ਕਹਿ ਰਿਹਾ। ਇਹ ਨਹੀਂ ਕਿ ਅਮਰਿੰਦਰ ਸਿੰਘ ਬਗੈਰ ਗਵਰਨਮੈਂਟ ਦੀ ਕੋਈ ਪਾਰਟੀ ਦੀ ਨਾਲ ਨਹੀਂ ਰਹਿ ਸਕਦਾ। ਅਗਰ ਸਾਡੀ ਪਾਰਟੀ ਬਣਾਏ ਜਾਂ ਨਹੀਂ, ਆਈ ਐਮ BJP, ਆਈ ਵਿਲ ਸਟੇ ਵਿਦ BJP, ਚਾਹੇ ਬਣੇ ਜਾਂ ਨਾ ਬਣੇ। ਲੇਕਿਨ ਨੁਕਸਾਨ ਕਿਹਦਾ ਹੋਊਗਾ? ਪੰਜਾਬ ਦਾ। ਪਰ ਤੁਹਾਨੂੰ ਲੱਗਦਾ ਤੁਸੀਂ ਗੱਠਜੋੜ ਵਾਲਾ ਬਿਆਨ ਦੇ ਕੇ ਪੰਜਾਬ 'ਚ BJP ਲੀਡਰਸ ਦੀ ਨਾਰਾਜ਼ਗੀ ਸਹੇੜ ਲਈ ਹੈ? ਨਹੀਂ, ਮੈਨੂੰ ਕੀ ਹੈ, ਇਫ ਦੇ ਕੈਨ ਬੀ ਨਾਰਾਜ਼, ਆਈ ਡੋਂਟ ਨੋ। ਮੇਰੇ ਨਾਲ ਤਾਂ ਕਿਸੇ ਨੇ ਗੱਲ ਨਹੀਂ ਕੀਤੀ। ਅਗਰ ਨਾਰਾਜ਼ ਨੇ ਟੂ ਬੈਡ, ਉਹਨਾਂ ਦੀ ਮਰਜ਼ੀ ਹੈ, ਨਾਰਾਜ਼ ਹੋ ਜਾਣ। ਪਰ ਇਹਦਾ ਮਤਲਬ ਤਾਂ ਨਹੀਂ ਕਿ 60 ਸਾਲ ਦੀ ਐਕਸਪੀਰੀਅੰਸ ਤੋਂ ਬਾਅਦ, ਮੇਰੇ 8 ਸਾਲ ਮੈਂ ਰਿਹਾ ਸਿਆਸਤ ਵਿੱਚ, 60 ਸਾਲ ਤੋਂ ਬਾਅਦ ਮੇਰੀ ਆਪਣੀ ਰਾਏ ਨਹੀਂ ਹੋ ਸਕਦੀ। ਮੇਰੀ ਰਾਏ ਹੈ ਪੰਜਾਬ ਵਾਸਤੇ। ਮੇਰੀ ਰਾਏ ਹੈ ਇਸ ਲਈ ਨਹੀਂ
ਕਿ ਬੀਜੇਪੀ ਬਗੈਰ ਸਰਕਾਰ ਅਸੀਂ ਨਹੀਂ ਚੱਲ ਸਕਦੇ ਜਾਂ ਅਕਾਲੀ ਦਲ ਨਹੀਂ ਚੱਲ ਸਕਦੇ। ਮੇਰੀ ਰਾਏ ਹੈ ਕਿ ਪੰਜਾਬ ਨੂੰ ਸਟੇਬਲ ਗਵਰਨਮੈਂਟ ਦੀ ਲੋੜ ਹੈ ਔਰ ਇਸ ਕਰਕੇ ਸਾਨੂੰ ਦੋਨੋਂ ਇਕੱਠੇ ਹੋਣੇ ਜ਼ਰੂਰੀ ਨੇ। ਔਰ ਇਹ ਬਹਾਨੇ ਮਾਰਨੇ ਕਿ ਸਾਡੀ ਰਾਏ ਨੇ ਮਿਲਦੀ ਨਹੀਂ, ਕਿਉਂ ਨਹੀਂ ਮਿਲਦੀ? ਫਿਰ ਕਿਉਂ ਤੁਸੀਂ ਉਹਨਾਂ ਦੇ ਨਾਲ ਉਦੋਂ ਜਦੋਂ ਇਹ ਬਾਦਲ ਔਰ ਬੀਜੇਪੀ ਇਕੱਠੀ ਹੋਈ ਹੈ ਸਨ 2012 'ਚ ਔਰ ਗਵਰਨਮੈਂਟ ਬਣਾਈ ਹੈ, ਉਦੋਂ ਮਿਲੀ ਸੀ, ਹੁਣ ਨਹੀਂ ਮਿਲਦੀ? ਤੁਹਾਡੀ ਕੀ ਕਾਰਨ? ਇਹ ਤਾਂ ਗੱਲਾਂ ਕਰਨ ਜਦੋਂ ਜੀ ਕਰਦਾ ਜੋ ਮਰਜ਼ੀ ਕਹਾਣੀ ਬਣਾ ਲੈਂਦੇ ਹੋ। ਨਵਜੋਤ ਕੌਰ ਸਿੱਧੂ ਦਾ ਇਹ ਬਿਆਨ ਆਉਂਦਾ ਹੈ ਕਿ ਮੁੱਖ ਮੰਤਰੀ ਬਣਨ ਲਈ 500 ਕਰੋੜ ਚਾਹੀਦੇ ਨੇ। ਤੁਹਾਡਾ ਤਜਰਬਾ ਕੀ ਹੈ? ਨੌਨਸੈਂਸ, ਬਿਲਕੁਲ ਬਕਵਾਸ। ਦੇਖੋ ਇਹਦੇ 'ਚ ਇਹ ਜੋ ਮਰਜ਼ੀ ਕਹੇ, ਹਸਬੈਂਡ ਵਾਈਫ ਆਰ ਨਾਟ ਸਟੇਬਲ। ਮੇਰਾ ਤਾਂ ਮਿਨਿਸਟਰ ਹੈ, ਮੈਂ ਤਾਂ ਇਹਨੂੰ ਕੱਢਣਾ ਪਿਆ, ਇਹਨੇ ਅਸਤੀਫਾ ਦਿੱਤਾ। ਮੈਂ ਇਹਦੇ 'ਤੇ ਬੜਾ ਔਖਾ ਹੋਇਆ ਸੀ। ਤੁਹਾਨੂੰ ਪਤਾ 7-7 ਮਹੀਨੇ ਆਪਣੀ ਫਾਈਲ ਨਹੀਂ ਕੱਢਦਾ ਸੀ। ਮੈਨੂੰ ਕੰਪਲੇਂਟਸ ਆਈਆਂ ਕਿ ਇਹਦੀ ਫਾਈਲ ਨਹੀਂ ਪਾਸ ਹੋ ਰਹੀ ਆ, ਅਤੇ ਮੈਨੂੰ ਬੁਲਾ ਕੇ ਕਿਹਾ ਕਿ ਤੂੰ ਕਰ ਕੀ ਰਿਹਾ? 7 ਮਹੀਨੇ ਤੇਰੇ ਫਾਈਲ ਉਹ ਜੀ ਮੇਰਾ ਇਹ ਕੰਮ ਸੀ, ਉਹ ਕੰਮ ਸੀ, ਟਿਮਕਾ ਕੰਮ ਸੀ। ਮੈਂ ਕਿਹਾ ਦੈਟ ਡਜ਼ਨਟ ਮੈਟਰ, ਤੂੰ ਮਿਨਿਸਟਰ ਹੈ, ਤੇਰਾ ਕੰਮ ਹੈ। ਮੇਰੇ ਕੋਲ 12-13 ਪੋਰਟਫੋਲੀਓ ਹੁੰਦੇ ਸੀ। ਆਈ ਨੈਵਰ ਯੂਜ਼ਡ ਟੂ ਸਲੀਪ ਐਟ ਨਾਈਟ ਜਦ ਤੱਕ ਮੇਰੀ ਫਾਈਲ ਕੰਪਲੀਟ ਨਹੀਂ ਹੁੰਦੀਆਂ ਸੀ। ਸਵੇਰੇ ਮੈਂ ਦੇ ਦਿੰਦਾ। ਸਾਰੇ ਮਿਨਿਸਟਰਾਂ ਦਾ ਇਹ ਕੰਮ ਸੀ, ਇਹ ਕਰ ਲਾ, 7 ਮਹੀਨੇ ਫਾਈਲ ਨਹੀਂ। ਔਰ ਫਿਰ ਜਦੋਂ ਮੈਂ ਉਹਨੂੰ ਕਿਹਾ ਕਿ ਤੂੰ ਐਂ ਕਰ, ਉਹ ਡੇਲੀ ਤੇਰਾ ਬਿਆਨ ਆਉਂਦਾ ਅਖਬਾਰਾਂ 'ਚ ਕਿ ਪਾਵਰ ਸਿਚੁਏਸ਼ਨ ਪੰਜਾਬ ਦੀ ਮਾੜੀ ਹੈ। ਮੈਂ ਵੀ ਐਗਰੀ ਕਰਦਾ ਕਿ ਪਾਵਰ ਸਿਚੁਏਸ਼ਨ ਮਾੜੀ ਹੈ। ਤੂੰ ਹੁਣ ਐਂ ਕਰ, ਤੂੰ ਪਾਵਰ ਪੋਰਟਫੋਲੀਓ ਲੈ ਲੈ। ਮੇਰੇ ਕੋਲ ਸੀ ਪਾਵਰ ਪੋਰਟਫੋਲੀਓ। ਮੈਂ ਕਿਹਾ ਤੂੰ ਲੈ ਲੈ ਔਰ ਇਹ 2 ਛੱਡ ਦੇ, ਕਿਸੇ ਹੋਰ ਨੂੰ ਮੈਂ ਦੇ ਦੂੰਗਾ। ਉਹ ਮੈਨੂੰ ਕੁਝ ਨਹੀਂ ਕਿਹਾ, ਬਾਹਰ ਜਾ ਕੇ ਅਸਤੀਫਾ ਦੇਤਾ। ਕਹਿਣ ਨੂੰ ਇਸ਼ੂ ਬਣਾਉਣ ਵਾਸਤੇ ਤਿਆਰ ਹੈ, ਪਰ ਜ਼ਿੰਮੇਵਾਰੀ ਲੈਣ ਵਾਸਤੇ ਨਹੀਂ ਤਿਆਰ। ਇਹ ਇਹਦੀ ਨੇਚਰ ਹੈ। 2017 ਤੋਂ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਵਿੱਚ ਆਉਣਾ ਸੀ ਤਾਂ ਹਾਈ ਕਮਾਂਡ ਨੇ ਤੁਹਾਨੂੰ ਪੁੱਛਿਆ ਸੀ ਕਿ ਪਤਾ ਕਰੋ ਕਿ ਕਿਵੇਂ ਦਾ ਬੰਦਾ ਹੈ, ਅਤੇ ਤੁਸੀਂ ਇਹ ਕਿਹਾ ਸੀ ਕਿ ਮੈਨੂੰ ਇਹ ਠੀਕ ਨਹੀਂ ਲੱਗਾ, ਨਹੀਂ ਠੀਕ ਹੈ ਪਾਰਟੀ ਦੇ ਲਈ। ਪਰ ਇਸੇ ਬਾਵਜੂਦ ਪਾਰਟੀ ਨੇ ਕਿਹਨੇ ਤੁਹਾਨੂੰ ਇਹ ਗੱਲ ਦੱਸੀ? ਗੱਲ ਕੁਛ ਹੋਰ ਸੀ ਜੀ। ਮੈਨੂੰ ਕਾਂਗਰਸ ਪ੍ਰੈਜ਼ੀਡੈਂਟ ਨੇ ਪੁੱਛਿਆ, ਦੇयर इज अ पर्सन कॉल्ड नवजोत सिद्धू जो पार्टी ज्वाइन करना चाहता है, ਤੁਸੀਂ जरा उसको देखो। मैं क्या, मैं जानता तो हूँ, पर मैं आई मीट हिम अगेन। तो मैं ਉਹਦੇ ਨਾਲ ਫਿਕਸ ਕੀਤਾ ਲੰਚ, ਐਂਡ ਅਸੀਂ ਲੰਚ ਇੰਪੀਰੀਅਲ ਹੋਟਲ 'ਚ ਖਾਇਆ। ਇਹਨੂੰ ਮੈਂ ਲੈ ਗਿਆ ਉੱਥੇ, ਤੇ ਮੈਂ ਕਿਹਾ ਬਸ ਜਨਰਲ ਸਮਝਣ ਨੂੰ ਕਿ ਇਹਦੀ ਸੋਚ ਕੀ ਹੈ, ਗੱਲਾਂ ਗੁੱਲਾਂ ਕਰਦੇ ਰਹੇ। ਤੇ ਬਾਅਦ 'ਚ ਮੈਨੂੰ ਕਹਿੰਦਾ ਕਿ ਮੈਂ 6 ਘੰਟੇ ਮੈਡੀਟੇਟ ਕਰਦਾ ਇੱਕ ਦਿਨ 'ਚ। ਅੱਛਾ, ਮੈਂ ਕਿਹਾ 6 ਘੰਟੇ ਬਹੁਤ ਜ਼ਿਆਦਾ। 3 ਘੰਟੇ ਸਵੇਰੇ ਜੀ, ਕਹਿੰਦੇ 3 ਘੰਟੇ ਸ਼ਾਮ। 3 ਘੰਟੇ। ਮੈਂ ਕਿਹਾ ਤੁਸੀਂ ਇੰਨੀ ਮੈਡੀਟੇਸ਼ਨ ਕੈਸੇ ਕਰਦੇ ਹੋ? ਨਹੀਂ, ਕਹਿੰਦੇ 2 ਘੰਟੇ ਮੈਡੀਟੇਸ਼ਨ ਸਵੇਰੇ ਸ਼ਾਮ ਔਰ 1 ਘੰਟਾ ਸਵੇਰੇ ਸ਼ਾਮ ਮੈਂ ਰੱਬ ਨਾਲ ਗੱਲ ਕਰਦਾ। ਅੱਛਾ, ਮੈਂ ਕਿਹਾ ਕੀ ਰੱਬ ਨਾਲ ਕੀ ਗੱਲਾਂ ਹੁੰਦੀਆਂ ਨੇ? ਉਹ ਜੈਸੇ ਤੁਸੀਂ ਮੈਂ ਕਰ ਰਹੇ ਹੋ ਐਂ ਅਸੀਂ ਗੱਲਾਂ ਕਰ ਰਹੇ ਹਾਂ ਰੱਬ ਨਾਲ। ਅਤੇ ਮੈਂ ਕਿਹਾ ਇਹ ਤਾਂ ਕਮਲਾ ਆਦਮੀ ਹੈ। ਤਾਂ ਮੈਂ ਤਾਂ ਜਾ ਕੇ ਫਿਰ ਮਿਸਿਸ ਗਾਂਧੀ ਨੂੰ ਕਿਹਾ ਕਿ ਇਹਨੂੰ ਨਾ ਲਿਆਓ ਤੁਸੀਂ, ਇਹ ਤਾਂ ਬਿਲਕੁਲ ਹੀ ਬੇਵਕੂਫ ਆਦਮੀ ਹੈ। ਇਹੀ ਜਿਹੀ ਗੱਲਾਂ ਮੈਨੂੰ ਕਹਿੰਦਾ ਕਿ ਰੱਬ ਨਾਲ 2 ਘੰਟੇ ਦਿਨ 'ਚ ਆਰਡੀਨਰੀ ਕਨਵਰਸੇਸ਼ਨ, ਪੋਲੀਟਿਕਸ ਵੀ ਡਿਸਕਸ ਕਰਦਾ ਹੈ, ਹੋਰ ਚੀਜ਼ਾਂ ਪੰਜਾਬ ਬਾਰੇ ਔਰ ਦੁਨੀਆ ਬਾਰੇ ਸਭ ਕੁਝ ਕਰਦਾ ਹੈ। ਇਹ ਬੰਦਾ ਤਾਂ ਸਟੇਬਲ ਨਹੀਂ ਹੈ। ਤੋ ਪਰ ਬਣਾਤਾ। ਕਿ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ CM ਬਣਾਉਣ ਦਾ ਵਾਅਦਾ ਹੋਇਆ ਸੀ, ਕੁਝ ਪ੍ਰੋਮਿਸ ਉਹਨਾਂ ਨਾਲ ਇਸ ਤਰ੍ਹਾਂ ਦਾ 2017 ਦੇ ਨੋਟ ਦੈਟ ਆਈ ਨੋ, ਉੱਥੇ ਹੋਇਆ ਹੋਣਾ, ਮੈਨੂੰ ਨਹੀਂ ਪਤਾ, ਕੋਈ ਐਸੀ ਗੱਲ ਨਹੀਂ ਸੀ। ਨਵਜੋਤ ਸਿੰਘ ਸਿੱਧੂ ਨੇ ਬਤੌਰ ਕ੍ਰਿਕਟਰ, ਕਮੈਂਟੇਟਰ ਜਾਂ ਬਤੌਰ ਸੈਲੀਬ੍ਰਿਟੀ ਉਹ ਬਹੁਤ ਲੋਕਾਂ 'ਚ ਪਪੂਲਰ ਰਹੇ ਨੇ। ਕੀ ਕਾਰਨ ਲੱਗਦਾ ਕਿ ਪੋਲਿਟਿਕਸ ਦੇ ਦੈਟ ਇਜ਼ ਓਕੇ, ਦੈਟ ਆਈ ਹੈਵ ਨੋ ਪ੍ਰੋਬਲਮ। ਦੇਖੋ ਨਵਜੋਤ ਨੂੰ ਤਾਂ ਮੈਂ ਬਚਪਨ ਤੋਂ ਜਾਣਦਾ ਜੀ। ਇਹਦੇ ਫਾਦਰ ਤਾਂ ਸਾਡੇ ਇਹ ਤਾਂ ਪਟਿਆਲੇ ਦੀ ਫੈਮਿਲੀ ਹੈ। ਇਹਦੇ ਫਾਦਰ ਸਰਦਾਰ ਭਗਵੰਤ ਸਿੰਘ, ਜਦੋਂ ਮੈਂ ਕਾਂਗਰਸ ਜੁਆਇਨ ਕੀਤੀ ਹੈ ਫੌਜ ਛੱਡ ਕੇ, ਇਹ ਤਾਂ ਸਾਡੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਸੇ। ਮੇਰੇ ਮਦਰ ਸੇ, ਫਿਰ ਮੇਰੇ ਮਦਰ ਪਾਰਲੀਮੈਂਟ ਚਲੇ ਗਏ ਅਤੇ ਇਹਨਾਂ ਨੂੰ ਬਣਾ ਗਏ ਸੇ। ਅਤੇ ਸਾਰੀ ਪੋਲੀਟਿਕਸ ਤਾਂ ਮੈਂ ਇਹਦੇ ਫਾਦਰ ਤੋਂ ਸਿੱਖੀ ਹੈ। ਪਟਿਆਲਾ ਕੈਸੇ ਡਿਸਟ੍ਰਿਕਟ ਚਲਾਉਣਾ ਹੈ, ਕੈਸੇ ਕੀ ਹੁੰਦਾ ਹੈ, ਕੈਸੇ ਕਾਂਗਰਸ ਚੱਲਦੀ ਹੈ ਵਗੈਰਾ ਵਗੈਰਾ। ਸੋ ਦੈਟਸ ਓਕੇ। ਪਰ ਇਹਦੀ ਦੇਖੋ ਸਰਪ੍ਰਾਈਜ਼ਿੰਗ ਗੱਲ ਹੈ, ਇਹਦੇ ਜਿਹੜੇ ਕਲਾਸਮੇਟ ਨੇ ਜਾਂ ਹੋਰ ਨੇ, ਇਹ ਕਹਿੰਦੇ ਬੋਲਦਾ ਨਹੀਂ ਹੁੰਦਾ ਸੀ, ਬਿਲਕੁਲ ਚੁੱਪ, ਹੀ ਵਾਜ਼ ਅ ਕੁਆਇਟ ਮੈਨ। ਅਤੇ ਮੈਨੂੰ ਇੱਕ ਦਿਨ ਇਹਨਾਂ ਦੇ ਕ੍ਰਿਕਟਿੰਗ ਕੈਪਟਨ ਪੁਰਾਣਾ, ਉਹਨੇ ਮੈਨੂੰ ਕਿਹਾ ਕਿ ਤੁਸੀਂ ਕੀ ਕਰਤਾ ਇਸ ਨੂੰ? ਮੈਂ ਕਿਉਂ? ਕਹਿੰਦੇ ਸਾਡੇ ਕੋਲ ਤਾਂ ਜਦ ਸੀ ਇਹ ਤਾਂ ਬੋਲਦਾ ਨਹੀਂ ਸੀ, ਹੁਣ ਤਾਂ ਬੋਲਣ ਤੋਂ ਨਹੀਂ ਹਟਦਾ। ਤੋ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ, ਤੁਸੀਂ ਜਾਣਦੇ ਹੋਣੇ ਹੋ, ਕੋਈ ਮੈਂ ਤਾਂ ਮਿਲਿਆ ਨਹੀਂ, ਉਹਨੂੰ ਬੜੀ ਚਿਰ ਹੋ ਗਿਆ। ਲੇਕਿਨ ਜਿਹੜਾ ਇਹ ਕਰਦਾ ਸੀਗਾ ਹਿਸ ਜੋਬ, ਹਿਸ ਕਰੰਟ ਜੋਬ, ਓਕੇ, ਇਜ਼ ਅ ਗੁੱਡ ਕਮੈਂਟੇਟਰ, ਗੁੱਡ ਕ੍ਰਿਕਟਰ। ਇਹਦੇ ਫਾਦਰ ਨੇ ਕਰਾਇਆ ਸਭ ਕੁਛ, ਮੈਨੂੰ ਯਾਦ ਹੈ।
ਅਸੀਂ ਮੈਂ ਸਕੁਐਸ਼ ਖੇਡਿਆ ਕਰਦਾ ਸੀ ਉਸ ਜ਼ਮਾਨੇ 'ਚ। ਇਹ ਨੈੱਟ ਲਗਵਾ ਕੇ ਸਾਡੇ ਕਲੱਬ 'ਚ ਉੱਥੇ ਫਾਦਰ ਬਹਿ ਜਾਂਦੇ ਕੁਰਸੀ 'ਚ ਔਰ ਪੂਰੇ ਹਿੰਦੁਸਤਾਨ ਤੋਂ ਬੋਲਰਸ ਨੂੰ ਬੁਲਾਉਂਦੇ ਸੀ ਐਂਡ ਇਹਨੂੰ ਬੈਟਿੰਗ ਕਰਾਉਂਦੇ ਸੀ ਰਾਈਟ ਥਰੂ। ਤੋ ਇਹਦੀ ਕ੍ਰਿਕਟ ਅੱਜ ਜਿਹੜੀ ਬਣੀ ਇਹਦੇ ਫਾਦਰ ਨੇ ਬਣਵਾਈ ਸੀ। ਐਂਡ ਉਸ ਤੋਂ ਬਾਅਦ ਫਿਰ ਇਹ ਚਲਾ ਗਿਆ ਇਸ ਕਪਿਲ ਸ਼ਰਮਾ ਸ਼ੋ ਵਗੈਰਾ ਵਗੈਰਾ। आई एम हैप्पी फॉर हिम, दैट इज़ गुड, ऐसे कोई प्रॉब्लम नहीं है। लेकिन जिथे ताईं पॉलिटिक्स है ये पॉलिटिक्स ਤੋਂ दूर रहे, ही इज़ टोटली इनकेपेबल ऑफ पॉलिटिक्स। ਇਹ ਤੇ ਇਹਦੀ ਵਾਈਫ ਦੋਨੋਂ ਇਕੱਠੇ ਨੇ। ਬਿਲਕੁਲ ਪੋਲਿਟਿਕਸ ਦੇ ਵਿੱਚ ਜੋ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਨੇ ਉਹ ਇਹ ਕਹਿੰਦੇ ਨੇ ਕਿ ਸਿੱਧੂ ਪਤੀ ਪਤਨੀ ਜੋ ਨੇ ਉਹ ਇਮਾਨਦਾਰ ਨੇ ਤੇ ਜਿਹੜੀ ਇਮਾਨਦਾਰੀ ਹੈ ਉਹ ਪੋਲਿਟਿਕਸ ਦੇ ਵਿੱਚ ਆ ਕੇ ਉਹ ਪਰੇਸ਼ਾਨ ਹੋ ਜਾਂਦੇ, ਇਸ ਲਈ ਉਹਨਾਂ ਨੂੰ ਟਿਕਟ ਨਹੀਂ ਦਿੱਤਾ ਜਾਂਦਾ। ਉਹਨਾਂ ਦੇ ਸਮਰਥਕ ਕੁਝ ਇਸ ਤਰ੍ਹਾਂ ਕਹਿੰਦੇ। ਦਿਸ ਇਹੀ ਤਾਂ ਮੈਂ ਗਾੜੀ ਜਿਹੜੀ ਆਪ ਬਿਆਨ ਦੇ ਰਹੀ ਹੈ ਨਾ, ਇਹ ਸਾਡੀ ਜਿਹੜੀ ਇੰਡੀਆ ਦੀ ਪੋਲਿਟੀ ਹੈ ਇਹਨੂੰ ਬਦਨਾਮ ਕਰ ਰਹੀ ਹੈ। ਇਹ ਡਾਕਟਰ ਸਿੱਧੂ ਕਿ ਪੈਸਿਆਂ ਨਾਲ ਸਾਰੀ ਇਟਸ ਨਾਟ ਕਾਂਗਰਸ ਪਾਰਟੀ, ਇਟ ਇਜ਼ ਬੀਜੇਪੀ, ਇਟ ਇਜ਼ ਜਿਹੜੀ ਵੀ ਪਾਰਟੀ ਚੱਲਦੀ ਹੈ ਇੱਥੇ। ਤੁਸੀਂ ਕਹਿ ਰਹੇ ਹੋ ਕਿ ਕੋਈ ਕੁਛ ਨਹੀਂ ਬਣ ਸਕਦਾ ਜਦ ਤਾਈਂ 500 ਕਰੋੜ ਨਹੀਂ ਦਿੰਦਾ। ਪਾਰਟੀ ਦਾ ਨਾਂ ਨਹੀਂ ਦਿੱਤਾ ਉਹਨੇ, ਕਿਹਾ ਸਾਰਿਆਂ ਨੂੰ ਸਾਰੀ ਪੋਲਿਟੀ ਹੈ। ਨਾਓ ਇਜ਼ ਦੈਟ ਅ ਥਿੰਗ ਟੂ ਸੇ? ਉਹਦੇ ਨਾਲ ਤੁਸੀਂ ਲੋਕਾਂ ਦਾ ਕੌਨਫੀਡੈਂਸ ਤੁਹਾਡੀ ਇੰਡੀਅਨ ਪੋਲਿਟੀ 'ਤੇ ਖਤਮ ਹੋ ਜੂ। ਅਪਾਰਟ ਫਰੋਮ ਦੈਟ ਜਿਹੜਾ ਤੁਹਾਡੇ ਬਾਹਰਲੇ ਲੋਕ ਅੱਜ ਮੁਲਕ 'ਚ ਆਉਣਾ ਚਾਹੁੰਦੇ ਨੇ ਉਹ ਨਹੀਂ ਆਉਣਗੇ ਕਿ ਆਹ ਕੰਮ ਇੱਥੇ ਚੱਲ ਰਿਹਾ। ਇਹ ਜਿੰਨਾ ਇੱਕ ਸਟੇਟਮੈਂਟ ਇਹਦਾ ਡੈਮੇਜ ਕਰ ਰਿਹਾ ਹਿੰਦੁਸਤਾਨ ਨੂੰ, ਇਹਨੂੰ ਕੋਈ ਅਕਲ ਵੀ ਹੈ ਸਮਝਣ ਨੂੰ? ਨਵਜੋਤ ਕੌਰ ਸਿੱਧੂ ਦਾ ਜਦੋਂ ਇਹ ਬਿਆਨ ਸਾਹਮਣੇ ਆਇਆ ਕਿ 500 ਕਰੋੜ ਮੁੱਖ ਮੰਤਰੀ ਬਣਨ ਲਈ ਦੇਣੇ ਪੈਂਦੇ ਨੇ ਤਾਂ ਉਦੋਂ ਕੁਝ ਕਾਂਗਰਸੀਆਂ ਨੇ ਕਿਹਾ ਕਿ ਇਸ ਪਿੱਛੇ ਬੀਜੇਪੀ ਹੈ। ਅਗਰ ਬੀਜੇਪੀ ਚਾਹੇ ਕਦੇ ਕਿ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਸਿੱਧੂ ਬੀਜੇਪੀ 'ਚ ਆਉਣ ਜਾਂ ਕਦੀ ਉਹ ਟਰਾਈ ਕਰਨ ਜਾਂ ਬੀਜੇਪੀ ਅਪਰੋਚ ਕਰੇ ਕਿ ਤੁਸੀਂ ਓਕੇ ਹੋਵੋਗੇ ਇਸ ਨਾਲ? ਕੋਈ ਕਨੈਕਸ਼ਨ ਨਹੀਂ ਹੈ ਤਾਂ ਅਪ ਟੂ ਦੀ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਵਗੈਰਾ ਜਿਨ੍ਹਾਂ ਨੇ ਬਣਾਉਣਾ ਉਹਨਾਂ ਦੀ ਮਰਜ਼ੀ ਆ। ਔਰ ਨੱਡਾ ਜੀ ਜਿਹੜੇ ਨੇ ਮੇਰੇ ਵੱਲੋਂ ਤਾਂ ਕੋਈ ਨਹੀਂ। ਆਈ ਥਿੰਕ ਹੀ ਇਜ਼ ਅਨਫਿਟ ਫॉर ਇਟ। ਮੈਂ ਤਾਂ ਇਹ ਕਹਿੰਦਾ ਹੀ ਇਜ਼ ਨਾਟ ਅ ਪੋਲੀਟੀਕਲ ਮਾਈਂਡਡ ਪਰਸਨ। ਨਾ ਇਹ ਪੋਲੀਟਿਕਸ ਸਮਝਦਾ ਨਾ ਇਹਨੂੰ ਪੰਜਾਬ ਦਾ ਕੁਝ ਪਤਾ ਹੈ। ਅਗਰ ਪਤਾ ਹੁੰਦਾ ਇਹਨੂੰ ਪ੍ਰਧਾਨ ਬਣਾਇਆ ਸੀ ਸੋਨੀਆ ਜੀ ਨੇ, ਪ੍ਰਧਾਨਗੀ ਕਿਉਂ ਨਹੀਂ ਚੱਲੀ ਇਸ ਤੋਂ? ਉਹ ਵੀ ਰਿਜ਼ਾਈਨ ਕਰਤਾ। ਫਿਰ ਇਹ ਬਸ ਹੁਣ ਕਹਿੰਦਾ ਕਿ ਮੈਂ ਅਗਰ ਚੀਫ ਮਿਨਿਸਟਰ ਮੈਨੂੰ ਬਣਾ ਦੇਣਗੇ ਤਾਂ ਮੈਂ ਆ ਜਾਊਂ, ਤੇਰੇ ਬਗੈਰ ਪੰਜਾਬ ਨਹੀਂ ਚੱਲਦਾ। ਹੂ ਆਰ ਯੂ? ਇਹ ਤਾਂ ਇਨਸਲਟ ਹੈ ਟੂ ਦ ਰੈਸਟ ਆਫ ਦੀ ਪੋਲੀਟਿਕਸ ਆਫ ਪੰਜਾਬ ਕਿ ਤੁਸੀਂ ਇਹ ਕਹਿੰਦੇ ਹੋ ਕਿ ਮੇਰੇ ਬਗੈਰ ਪੰਜਾਬ ਨਹੀਂ ਚੱਲੂਗਾ, ਮੈਨੂੰ ਪਹਿਲਾਂ ਮੁੱਖ ਮੰਤਰੀ ਬਣਾ ਦਿਓ ਫਿਰ ਮੈਂ ਹਾਂ ਕਰੂੰਗਾ ਕਾਂਗਰਸ 'ਚ ਆਉਣ ਦਾ। ਕਾਂਗਰਸ ਨੂੰ ਤੇਰੇ ਜਾਂ ਕਿਸੇ ਪਾਰਟੀ ਵਾਸਤੇ ਵੀ ਦਿਸ ਇਜ਼ ਐਨ ਇਨਸਲਟ ਟੂ ਦੈਟ ਪਾਰਟੀ। ਕਈ ਕਹਿੰਦੇ ਨੇ 2002 ਤੇ 2017 ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਕਾਫੀ ਫਰਕ ਸੀ। 2002 ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਦੇ ਖਿਲਾਫ ਪਾਣੀਆਂ ਦੇ ਮੁੱਦੇ ਤੇ ਸਟੈਂਡ ਲਿਆ, ਜਾਂ ਜੋ ਬਾਦਲ ਪਰਿਵਾਰ ਸੀ ਉਹਨਾਂ ਖਿਲਾਫ ਵਿਜੀਲੈਂਸ ਕੇਸਾਂ 'ਚ ਕਾਫੀ ਤੇਜ਼ੀ ਲਿਆਂਦੀ। ਪਰ 2017 ਵਾਲੇ ਕੈਪਟਨ ਕਾਫੀ ਅਲੱਗ ਸੀ। ਇਹ ਕਿਸੇ ਹੋਰ ਨੇ ਵੀ ਮੈਨੂੰ ਪੁੱਛਿਆ, ਹੁਣ ਤੁਸੀਂ ਮੈਨੂੰ ਦੱਸੋ, ਜਦ ਕੋਈ ਇਸ਼ੂ ਹੁੰਦਾ ਉਹ ਇਸ਼ੂ ਨਾਲ ਤੁਸੀਂ ਲੜ ਸਕਦੇ ਔਰ ਲਈ ਲੜ ਸਕਦੇ ਹੋ। ਜਦ ਕੋਈ ਇਸ਼ੂ ਨਹੀਂ ਮੰਨੋ ਤੁਸੀਂ ਲੜੀ ਜਾਓ, ਕਿਸ ਵਾਸਤੇ ਲੜੋ? ਪਾਣੀ ਦੇ ਮੁੱਦੇ 'ਤੇ ਮੈਂ ਲੜ ਸਕਦਾ ਹੈ। ਕੋਈ ਇਸ਼ੂ ਹੁੰਦਾ ਪੰਜਾਬ ਦਾ, ਆਈ ਕੈਨ ਫਾਈਟ ਫॉर ਇਟ। ਕੋਈ ਤੁਹਾਡੇ ਇਹ ਸਮਗਲਰਸ ਆਉਂਦੇ ਨੇ ਉਹਨਾਂ ਦੀ ਲੜਾਈ ਅਸੀਂ ਲਈ ਹੈ। ਇੰਨੇ ਮੈਂ 1 ਲੱਖ ਦਾ ਬੰਦਾ ਮੈਂ ਬੰਦ ਕਰਤਾ ਸੀ ਜਿਹੜੇ ਬੋਲਦੇ ਨੇ ਡਰੱਗਸ ਦੇ ਵਿੱਚ। ਮੈਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ 1 ਲੱਖ ਲੜਕੇ ਅਸੀਂ ਅਰੈਸਟ ਕੀਤੇ ਸੀ। ਉਹਦੇ ਤੋਂ 67,000 ਜੇਲ੍ਹ ਦੇ ਵਿੱਚ ਗਏ। ਦੇ ਵਰ ਕਨਵਿਕਸ਼ਨ ਹੋ ਗਈ ਸੀ ਉਹਨਾਂ ਦੀ। ਅਸੀਂ ਇਹ ਸਾਰੇ ਉਹ ਤਾਂ ਲੜਾਈ ਮੈਂ ਲੜ ਸਕਦਾ ਹੈ, ਪਰ ਜਦੋਂ ਕੋਈ ਲੜਨ ਨੂੰ ਨਹੀਂ ਆਪਾਂ ਉਹੀ ਡਾਂਗ ਚੱਕ ਲਈਏ ਉਹਦਾ ਤਾਂ ਕੋਈ ਲੌਜਿਕ ਨਹੀਂ ਹੈ। ਫਿਰ ਕਹਿੰਦੇ 2002 ਵਾਲੇ ਕੈਪਟਨ ਅਮਰਿੰਦਰ ਸਿੰਘ 'ਚ ਜੋ ਬਾਦਲਾਂ ਖਿਲਾਫ ਗੁੱਸਾ ਸੀ ਉਹ 2017 'ਚ ਨਜ਼ਰ ਨਹੀਂ ਆਇਆ। ਮੈਨੂੰ ਯਾਦ 2016 ਦੀ ਤੁਹਾਡੀ ਸਟੇਟਮੈਂਟ ਬੇਅਦਬੀ ਦੇ ਮੁੱਦੇ 'ਤੇ ਤੁਸੀਂ ਇਹ ਕਿਹਾ ਸੀ ਕਿ ਅਗਰ ਆਪਾਂ ਜਾਂਚ ਸ਼ੁਰੂ ਕਰਾਂਗੇ ਤੇ ਬਾਦਲ ਦੇ ਦਰਵਾਜ਼ੇ ਤੱਕ ਜ਼ਰੂਰ ਪਹੁੰਚੇਗੀ। ਤੇ ਉਸ ਤੋਂ ਬਾਅਦ ਉਹ ਕਹਿੰਦੇ 2017 'ਚ ਨਾ ਡਰੱਗਸ ਨੂੰ ਲੈ ਕੇ ਨਾ ਬੇਅਦਬੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵੱਡਾ ਫੈਸਲਾ ਜਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਹੋਇਆ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਤੁਸੀਂ ਵੀ ਪੁੱਛ ਰਹੇ ਹੋ ਮੈਨੂੰ ਇਹ ਜਿਹਾ ਸਵਾਲ ਜਿਹੜਾ ਸਾਰੀ ਦੁਨੀਆ ਨੂੰ ਪਤਾ ਹੈ। ਮੈਂ ਆਉਂਦੇ ਸਾਰ ਅਸੀਂ ਪਹਿਲਾਂ ਤਾਂ ਇਹਨਾਂ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੂੰ ਦਿੱਤੀ ਸੀ, ਇਹ ਚਲੀ ਗਈ ਸੀ। ਫਿਰ ਇਹਨਾਂ ਨੇ CBI ਨੂੰ ਦੇਤੀ। CBI ਤੋਂ ਵਾਪਸ ਲੈਣ ਵਾਸਤੇ ਸਾਨੂੰ 2 ਸਾਲ ਲੜਨਾ ਪਿਆ। ਸੁਪਰੀਮ ਕੋਰਟ ਤੱਕ ਜਾ ਕੇ ਅਸੀਂ ਵਾਪਸ ਲਿੱਤੀ ਫਾਈਲ। ਫਿਰ ਮੈਂ 4 SITs ਬਣਾਈਆਂ ਐਂਡ ਇੱਕ ਬਰਗਾੜੀ, ਇੱਕ ਬੈਬਲ ਕਲਾਂ ਦੀਆਂ, ਜਵਾਰ ਸਿੰਘ ਵਾਲਾ, ਫਿਰ ਕੋਟਕਪੂਰਾ ਫਾਇਰਿੰਗ ਐਂਡ ਬੈਬਲ ਕਲਾਂ ਫਾਇਰਿੰਗ। ਇਹ 5 ਸੈਟਸ ਬਣਾਈਆਂ, SITs ਬਣਾਈਆਂ। ਆਲ ਆਫ ਦਮ ਅਸੀਂ ਕੋਰਟ ਦੇ ਵਿੱਚ ਦੇ ਚੁੱਕੇ ਹਾਂ।
ਸਾਰਿਆਂ ਦੇ ਕੇਸ ਚੱਲ ਰਹੇ ਨੇ ਇਸ ਵੇਲੇ। ਹੁਣ ਮੇਰੀ ਗਲਤੀ ਨਹੀਂ ਕਿ ਅਗਰ ਕੋਰਟ 'ਚ ਇੰਨੀ ਲੰਬੀ ਗੱਲ ਹੁੰਦੀ ਹੈ। ਅਸੀਂ ਆਪਣੀ ਇਨਵੈਸਟੀਗੇਸ਼ਨ ਪੂਰੀ ਕਰਕੇ ਕਲੋਜ਼ ਕਰਕੇ ਕੋਰਟ ਦੇ ਵਿੱਚ ਦੇਤੀ ਫॉर ਹੈਂਡਲਿੰਗ। ਉਹਦੇ ਵਿੱਚ ਬਾਦਲ ਦਾ ਨਾਮ ਵੀ ਆਉਂਦਾ ਹੈ। ਸੋ ਜਦ ਬਾਦਲ ਦਾ ਨਾਮ ਆਉਂਦਾ ਹੈ ਤਾਂ ਤੁਸੀਂ ਕੈਸੇ ਕਰੇ ਮੈਂ ਉਹਨੂੰ ਪ੍ਰੋਟੈਕਟ ਕਰ ਰਿਹਾ। ਵੀ ਆਰ ਨਾਟ ਪ੍ਰੋਟੈਕਟਿੰਗ ਐਨੀਵਨ। ਜਿਹੜਾ ਬੰਦਾ ਬੇਅਦਬੀ ਕਰੇ ਗੁਰੂ ਸਾਹਿਬ ਦੀ ਹੀ ਹੈਜ਼ ਟੂ ਪੇ ਫॉर ਇਟ। ਔਰ ਉਹਦੇ ਜਿਹੜੀ ਗਲਤ ਗੋਲੀ ਚਲਾਵੇ, ਚਾਹੇ ਕੋਟਕਪੂਰੇ ਚਲਾਏ, ਚਾਹੇ ਬਹਿਬਲ ਕਲਾਂ ਚਲਾਏ ਜਾਂ ਬਰਗਾੜੀ ਚਲਾਏ, ਜੋ ਵੀ ਗੱਲਾਂ ਹੋਈਆਂ ਨੇ, ਥੀਸ ਆਰ ਆਲ ਇਸ਼ੂ ਜਿਹੜਾ ਚੱਲ ਰਿਹਾ ਹੈ, ਮੌਜੂਦਾ ਚੱਲ ਰਿਹਾ ਇਸ ਵੇਲੇ ਕੋਰਟ। ਇਨਫੈਕਟ ਪਿਛਲੇ ਮਹੀਨੇ ਇਹਨਾਂ ਦੀ ਪੇਸ਼ੀ ਲੱਗੀ ਹੈ ਐਂਡ ਕੋਈ ਡੇਟ ਪਈ ਹੈ ਉੱਥੇ। ਸਿਰਫ ਇੱਕ ਕੇਸ ਹੈ ਜਿਹਦੇ 'ਚ ਕੋਈ ਇਹਨਾਂ ਨੂੰ ਕੋਈ ਕੁਐਸਚਨ ਸੀਗਾ ਗਵਰਨਮੈਂਟ ਨੂੰ, ਅਦਰਵਾਈਜ਼ ਤਾਂ ਕੇਸਿਸ ਆਨ। ਬਿਲਕੁਲ ਪੰਜਾਬ ਦੇ ਲੋਕਾਂ ਦੀ ਓਵਰਆਲ ਮਤਲਬ ਇਹ ਰਿਹਾ ਕਿ ਚਾਹੇ ਹੁਣ ਦੀ ਸਰਕਾਰ ਜਾਂ ਅਕਾਲੀ ਸਰਕਾਰ ਤੋਂ ਲੈ ਕੇ ਕਾਂਗਰਸ ਜਾਂ ਆਮ ਆਦਮੀ ਪਾਰਟੀ, ਲੋਕਾਂ ਦੇ ਵਿੱਚ ਇੱਕ ਧਾਰਨਾ ਬਣ ਚੁੱਕੀ ਕਿ ਇਨਸਾਫ ਨਹੀਂ ਮਿਲਿਆ, ਭਾਵੇਂ ਬੇਅਦਬੀ ਨੂੰ ਲੈ ਕੇ ਹੋਵੇ ਜਾਂ ਡਰੱਗਸ ਜੋ ਹੈ ਉਹ ਪੰਜਾਬ 'ਚੋਂ ਜਾ ਹੀ ਨਹੀਂ ਸਕੀ ਕਿਉਂਕਿ ਮੇਰਾ ਕੰਮ ਨਹੀਂ ਕਿ ਕਿਸੇ ਨੂੰ ਫੜ ਕੇ ਅੰਦਰ ਕਰਦਾ ਵਿਦਆਊਟ ਸਮ ਐਵੀਡੈਂਸ। ਸਾਡਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਹਿੰਦੁਸਤਾਨ ਦੇ ਵਿੱਚ ਕਾਨੂੰਨ ਹੈ ਐਂਡ ਕਨਸਟੀਟਿਊਸ਼ਨ ਹੈ। ਯੂ ਹੈਵ ਟੂ ਗੋ ਅਕੋਰਡਿੰਗ ਟੂ ਦ ਲਾਅ। ਅਗਰ ਮੈਂ ਫੜ ਕੇ ਸਾਰਿਆਂ ਨੂੰ ਅੰਦਰ ਕਰਨ ਲੱਗ ਜਾ ਤਾਂ ਫਿਰ ਕਿੱਥੇ ਗਿਆ ਕਾਨੂੰਨ। ਜੈਸੇ ਇਹ ਕੀਤਾ ਇਸ ਮਜੀਠੀਆ ਨੂੰ, ਇਜ਼ ਦਿਸ ਅ ਵੇ ਟੂ ਡੂ ਥਿੰਗਸ? ਇਜ਼ ਨਾਟ ਅ ਵੇ ਟੂ ਡੂ ਥਿੰਗਸ। ਇਹ ਚੀਜ਼ਾਂ ਨੇ ਕਿਉਂਕਿ ਮਜੀਠਾ ਦੇ ਖਿਲਾਫ ਬੋਲਦਾ ਸੀ, ਫੜ ਕੇ ਅੰਦਰ ਕਰ ਦਿਓ, ਇਹ ਕੋਈ ਤਰੀਕਾ ਹੈ? ਬਿਲਕੁਲ। ਬਿਕਰਮ ਸਿੰਘ ਮਜੀਠੀਆ ਪ੍ਰਤੀ ਵੀ ਜੋ ਥੋੜਾ ਸੌਫਟ ਕਾਰਨਰ ਆਇਆ, ਉਸ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਕਿ ਬਈ ਮੈਨੇ ਜੋ ਥੋੜਾ ਸੌਫਟ ਕਾਰਨਰ ਜੋ ਨਜ਼ਰ ਆਇਆ ਉੱਤੇ ਆਮ ਆਦਮੀ ਪਾਰਟੀ ਨੇ। ਮੈਂ ਸੌਫਟ ਕਾਰਨਰ ਦਾ ਇੰਨਾ ਹੈ ਸੌਫਟ ਕਾਰਨਰ ਕਿ ਇਹਨਾਂ ਦੇ ਜਿਹੜੇ ਦਾਦਾ ਜੀ ਮੇਰੇ ਮਦਰ, ਉਹਨਾਂ ਨੂੰ ਵੀਰ ਜੀ ਕਹਿੰਦੇ ਸੀ। ਸਰਦਾਰ ਸੁਰਜੀਤ ਸਿੰਘ ਮਜੀਠੀਆ, ਹੀ ਵਾਸ ਡਿਪਟੀ ਡਿਫੈਂਸ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਦੇ, ਉਹਨਾਂ ਨੂੰ ਵੀਰ ਜੀ ਕਹਿੰਦੇ ਸੀ। ਅਸੀਂ ਤਾਂ ਬਚਪਨ ਤੋਂ ਉਹਨਾਂ ਨੂੰ ਜਾਣਦੇ ਹਾਂ, ਦਾਦਾ ਜੀ। ਦੈਟ ਡਜ਼ਨਟ ਮੈਟਰ। ਮੈਂ ਇਹ ਤਾਂ ਤੁਹਾਨੂੰ ਕਹਿਣਾ ਚਾਹੁੰਦਾ, ਇੱਕ ਪਾਸੇ ਹੈ ਪੋਲੀਟਿਕਸ ਐਂਡ ਲਾਅ ਐਂਡ ਇੱਕ ਪਾਸੇ ਹੈ ਫਰੈਂਡਸ਼ਿਪ ਐਂਡ ਫੈਮਿਲੀ। ਇੱਥੇ ਅਸੀਂ ਦੋਨੋਂ ਨੂੰ ਜੋੜਨਾ ਚਾਹੁੰਦੇ ਹਾਂ ਵਿੱਚ। ਦੈਟ ਇਜ਼ ਰੋਂਗ। ਇਹ ਗਲਤ ਨਹੀਂ ਗੱਲ ਹੈ। ਜਿੱਥੇ ਤਾਈਂ ਮਜੀਠੇ ਦੀ ਗੱਲ ਹੈ, ਹੀ ਹੈਜ਼ ਜੋ ਵੀ ਉਹਨੂੰ ਕੋਰਟ ਨੂੰ ਫੈਸਲਾ ਕਰਨ ਦਿਓ। ਬੇਲ ਜੋ ਹੈ, ਬੇਲ ਹੈਜ਼ ਐਵਰੀਵਨਸ ਰਾਈਟ ਅੰਡਰ ਦੀ ਕਨਸਟੀਟਿਊਸ਼ਨ, ਅੰਡਰ ਸੁਪਰੀਮ ਕੋਰਟ ਦੇ ਇੰਸਟਰਕਸ਼ਨਸ ਨੇ ਕਿ ਬੇਲ ਦਿੱਤੀ ਜਾਵੇ। ਬੇਲ ਕਿਉਂ ਰੋਕ ਰਹੇ ਹੋ ਤੁਸੀਂ? ਇਹ ਨਹੀਂ ਰੋਕੀ ਹੋਣੀ ਹੈ ਭਗਵੰਤ ਮਾਨ ਨੇ। ਵਾਈ ਆਰ ਯੂ ਸਟਾਪਿੰਗ ਇਟ? ਕੀ ਤੁਹਾਨੂੰ ਕੀ ਲਾਭ ਹੈ ਇਸ 'ਚੋਂ? ਵੈਨ ਇਟ ਇਜ਼ ਦ ਰਾਈਟ ਆਫ ਐਵਰੀ ਵਨ ਇਨ ਦਿਸ, ਜਿਹੜੇ ਹਿੰਦੁਸਤਾਨ ਦੇ ਵਸਨੀਕ ਨੇ, ਹਰ ਬੰਦਾ ਨੂੰ ਤੁਹਾਡੇ ਹੈ। ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਬੰਦੀ ਸਿੰਘਾਂ ਬਾਰੇ ਕਿ ਵਾਟ ਆਰ ਦੇ ਡੂਇੰਗ ਫॉर ਦੋ ਕੰਜ਼ੈਕਟਿਵ ਲਾਈਫ ਟਰਮਸ ਉਹਨਾਂ ਨੂੰ ਮਿਲ ਗਿਆ। ਕਿਉਂ? ਕਿਉਂਕਿ ਕਿਸੇ ਸਾਡੇ MLA ਨੂੰ ਸੂਟ ਨਹੀਂ ਕਰਦੀ। ਠੀਕ ਹੈ, ਕੋਈ ਚੰਗੀ ਗੱਲ ਕੀਤੀ ਨਹੀਂ ਇਹਨਾਂ ਨੇ। ਜਿਹੜਾ ਸਰਦਾਰ ਬਿਆਨ ਸਿੰਘ ਦਾ ਕਤਲ ਕੀਤਾ, ਬੜੀ ਮਾੜੀ ਗੱਲ ਸੀ, ਬਟ ਦੈਟ ਡਜ਼ਨਟ ਮੀਨ ਦੈਟ ਸਦਾ ਵਾਸਤੇ ਤੁਸੀਂ ਉਹਨਾਂ ਨੂੰ ਬੰਦ ਰੱਖੋ। ਐਂਡ ਆਈ ਡੋਂਟ ਐਗਰੀ। ਤੁਸੀਂ ਪੰਜਾਬ ਦੇ ਲਈ ਜੋ ਸਟੈਂਡ ਲਏ ਹੋ, ਪੰਜਾਬ ਦੇ ਲੋਕ ਅਜੇ ਵੀ ਚੇਤੇ ਕਰਦੇ ਨੇ ਕਿ ਜੋ ਪਾਣੀਆਂ ਦੇ ਮੁੱਦੇ ਤੇ ਹੋਵੇ ਜਾਂ ਜਿਸ ਤਰ੍ਹਾਂ ਹਾਈ ਕਮਾਂਡ ਦੇ ਖਿਲਾਫ ਵੀ ਤੁਸੀਂ ਡਟ ਕੇ ਖੜੇ ਰਹੇ। ਹੁਣ ਜਿਸ ਤਰੀਕੇ ਨਾਲ ਚੰਡੀਗੜ੍ਹ ਦਾ ਮੁੱਦਾ ਆਇਆ, ਪੰਜਾਬ ਯੂਨੀਵਰਸਿਟੀ ਦਾ ਮੁੱਦਾ ਆਇਆ, ਤਾਂ ਤੁਸੀਂ ਕਿਸ ਤਰ੍ਹਾਂ ਰਿਐਕਟ ਕੀਤਾ? ਮੈਂ ਤਾਂ ਇਹੀ ਜੋ ਤੁਸੀਂ ਕਹਿ ਰਹੇ ਹੋ, ਆਈ ਐਮ ਟੋਟਲੀ ਅਗੇਂਸਟ ਇਟ। ਚੰਡੀਗੜ੍ਹ ਯੂਨੀਵਰਸਿਟੀ ਲਾਹੌਰ 'ਚ ਹੁੰਦੀ ਸੀ, ਲਾਹੌਰ ਤੋਂ ਸ਼ਿਮਲੇ ਗਈ, ਸ਼ਿਮਲੇ ਤੋਂ ਇੱਥੇ ਆਈ, ਐਂਡ ਇਟ ਇਜ਼ ਮੇਡ ਫॉर ਪੰਜਾਬ। ਇਟਸ ਪੰਜਾਬ ਯੂਨੀਵਰਸਿਟੀ। ਹੁਣ ਯੂ ਕਾਂਟ ਸੇ ਪੰਜਾਬ ਯੂਨੀਵਰਸਿਟੀ ਨੂੰ ਤੁਸੀਂ ਕੇਰਲਾ ਲੈ ਜਾਓ। ਇਟ ਇਜ਼ ਗੋਇੰਗ ਟੂ ਬੀ ਪੰਜਾਬ ਯੂਨੀਵਰਸਿਟੀ ਐਂਡ ਪੰਜਾਬ ਦੇ ਵਿੱਚ ਯੂਨੀਵਰਸਿਟੀ ਲੱਗੇਗੀ। ਸਿਮਿਲਰਲੀ ਦ ਕੇਸ ਆਫ ਚੰਡੀਗੜ੍ਹ ਸਾਡਾ ਕੈਪੀਟਲ ਸੀ ਲਾਹੌਰ, ਲਾਹੌਰ ਤੋਂ ਸ਼ਿਮਲਾ ਚਲਾ ਗਿਆ, ਸ਼ਿਮਲੇ ਤੋਂ ਫੈਸਲਾ ਹੋਇਆ ਕਿ ਚੰਡੀਗੜ੍ਹ ਵਿਲ ਬੀ ਪੰਜਾਬ ਦਾ ਕੈਪੀਟਲ। ਅਗਰ ਪੰਜਾਬ ਤੋਂ ਰੀਆਰਗਨਾਈਜੇਸ਼ਨ ਐਕਟ 1966 'ਚ ਤੁਸੀਂ ਹਿਮਾਚਲ ਬਣਾ ਦਿਓ ਔਰ ਹਰਿਆਣਾ ਬਣਾ ਦਿਓ, ਤਾਂ ਫਿਰ ਉਹਦਾ ਮਤਲਬ ਤੁਸੀਂ ਆਪਣਾ ਕੈਪੀਟਲ ਵੀ ਨਾਲ ਦੇ ਦਿਓ ਉਹਨਾਂ ਨੂੰ ਦਹੇਜ ਦੇ ਵਿੱਚ। ਇਜ਼ ਦਿਸ ਦ ਵੇ ਟੂ ਡੂ ਥਿੰਗਸ? ਇਹ ਤਾਂ ਉਹਨਾਂ ਨੂੰ ਆਪਣਾ ਕੈਪੀਟਲ ਬਣਾ ਦਿਓ। ਆਈ ਮੀਨ ਦੇਵ ਗॉट ਸ਼ਿਮਲੇ ਦੇ ਕੋਲ ਆਪਣਾ ਕੈਪੀਟਲ ਹੈ, ਬਿਕੋਜ਼ ਪਹਿਲਾਂ ਗਵਰਨਮੈਂਟ ਆਫ ਇੰਡੀਆ ਦਾ ਕੈਪੀਟਲ ਸੀ, ਉੱਥੋਂ ਬਣ ਗਿਆ ਉਹਨਾਂ ਕੋਲ। ਇਹ ਜਿਹੜਾ ਕੈਪੀਟਲ ਹੈ, ਤੁਸੀਂ ਰੋਹਤਕ ਰੱਖੀ ਸੀ ਜਗ੍ਹਾ, ਰੋਹਤਕ ਨਹੀਂ ਤਾਂ ਪੰਚਕੂਲਾ ਬਣਾ ਦਿਓ। ਕੌਣ ਰੋਕ ਰਿਹਾ ਤੁਹਾਨੂੰ? ਅਗਰ ਚੰਡੀਗੜ੍ਹ ਏਰੀਆ 'ਚ ਹੀ ਰਹਿਣਾ, ਆਪਣੇ ਅਸੈਂਬਲੀ ਵਗੈਰਾ ਉੱਤੇ ਖੜਾ ਕਰੋ, ਚਲਾਓ ਆਪਣਾ ਕੰਮ। ਐਨੀਵੇ ਯੂ ਕੈਨ ਮੇਕ ਇਟ, ਦੈਟਸ ਪਾਰਟ ਆਫ ਦ। ਬਟ ਮੈਂ ਤਾਂ ਬਿਲਕੁਲ ਇਹਦੇ ਨਾਲ ਪਹਿਲੇ ਦਿਨ ਤੋਂ ਡਟ ਕੇ ਖੜੇ ਹਾਂ। ਅਸੀਂ ਕੱਡੂ ਖੇੜੇ ਦਾ ਕਿਹਨੇ ਰੋਕਿਆ ਸੀ? ਮੈਂ ਹੀ ਰੋਕਿਆ ਸੀ। ਜਿਹੜਾ ਅਸੀਂ ਨਹੀਂ ਤਾਂ ਬੋਰ ਫਾਜ਼ਿਲਕਾ ਚਲਿਆ ਜਾਂਦਾ, ਉਹ ਵੀ ਸਾਡਾ ਖਤਮ ਹੋ ਜਾਣਾ ਸੀ। ਆਈ ਹੈਡ ਟੂ ਸਟੇ 4 ਦਿਨ ਮੈਂ ਰਿਹਾ ਉੱਥੇ ਰਾਤ ਨੂੰ ਸਰਦੀਆਂ ਦੇ ਵਿੱਚ, ਬਟ ਵੀ ਡਿਡ ਇਟ ਬਿਕੋਜ਼ ਪੰਜਾਬ ਦੀ ਲੋੜ ਸੀ ਉਹਦੀ। ਔਰ ਇਹੀ ਗੱਲ ਹੈ ਯੂਨੀਵਰਸਿਟੀ ਦੀ। ਯੂਨੀਵਰਸਿਟੀ ਨੂੰ ਤੁਸੀਂ ਨਹੀਂ ਛੇੜ ਸਕਦੇ, ਸਾਡੀ ਯੂਨੀਵਰਸਿਟੀ ਹੈ।
ਖੇਤੀ ਕਾਨੂੰਨਾਂ ਦਾ ਮੁੱਦਾ ਹੈ ਜਾਂ ਹੁਣ ਚੰਡੀਗੜ੍ਹ ਦਾ ਮੁੱਦਾ ਜਾਂ ਪੰਜਾਬ ਯੂਨੀਵਰਸਿਟੀ ਦਾ ਮੁੱਦਾ, ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਪ੍ਰਤੀ ਜੋ ਨਾਰਾਜ਼ਗੀ ਸੀ ਪੰਜਾਬ ਦੇ ਲੋਕਾਂ ਦੀ ਉਹ ਖਤਮ ਅਜੇ ਫਿਲਹਾਲ ਨਹੀਂ ਹੋਈ? ਇਹ ਪਤਾ ਨਹੀਂ ਕਿਉਂ ਇਹਨਾਂ ਕਿਸੇ ਨੇ ਇਹ ਗੱਲ ਚੱਕ ਦਿੱਤੀ। ਆਈ ਡੋਂਟ ਥਿੰਕ ਦ ਲੀਡਰਸ਼ਿਪ ਨੂੰ ਇਹਦਾ ਪਤਾ ਵੀ ਸੀ ਯੂਨੀਵਰਸਿਟੀ ਦਾ। ਐਂਡ ਸਮ ਸਿਮਿਲਰਲੀ ਚੰਡੀਗੜ੍ਹ ਤਾਂ ਸਾਰਿਆਂ ਨੂੰ ਪਤਾ ਸੀ ਕੈਸੇ ਉੱਠ ਗਈ। ਕਈ ਗੱਲਾਂ ਹੁੰਦੀਆਂ ਨੇ, ਇੱਕ ਐਡੀ ਵੱਡੀ ਗਵਰਨਮੈਂਟ ਹੈ ਜੀ ਕਿ ਇਹ ਤਾਂ ਨਹੀਂ ਕਿ ਹਰ ਚੀਜ਼ ਅਗਰ ਮੈਂ ਬੈਠਾ ਹੋਵਾਂ ਉੱਥੇ ਕਿ ਹਰ ਚੀਜ਼ ਮੈਨੂੰ ਪੁੱਛ ਕੇ ਕਰਦੇ ਨੇ। ਕਈ ਚੀਜ਼ਾਂ ਤਾਂ ਖੱਬੇ ਸੱਜੇ ਹੋ ਜਾਂਦੀਆਂ ਨੇ। ਹੁਣ ਸਾਡਾ ਜਦੋਂ ਵਾਈਸ ਪ੍ਰੈਜ਼ੀਡੈਂਟ ਇਜ਼ ਦੀ ਵਾਈਸ ਚਾਂਸਲਰ ਆਫ ਦਿਸ ਯੂਨੀਵਰਸਿਟੀ, ਹਾਊ ਕੈਨ ਯੂ ਡੂ ਇਟ ਵਿਦਆਊਟ ਆਸਕਿੰਗ ਦ ਵਾਈਸ ਚਾਂਸਲਰ? ਐਂਡ ਵਾਈਸ ਚਾਂਸਲਰ ਤੁਹਾਡਾ ਖਿਆਲ ਮੰਨੂਗਾ? ਵਾਈਸ ਪ੍ਰੈਜ਼ੀਡੈਂਟ ਵੁੱਡ ਨਾਟ ਅਗਰੀ। ਸੋ ਆਈ ਡੋਂਟ ਥਿੰਕ ਇਹ ਗਵਰਨਮੈਂਟ ਦਾ ਫੈਸਲਾ ਸੀ, ਇਹ ਤਾਂ ਉਹੀ ਕਿਸੇ ਨੇ ਕਰਤਾ। ਮਤਲਬ ਤੁਸੀਂ ਕਹਿ ਰਹੇ ਕੇਂਦਰੀ ਲੀਡਰਸ਼ਿਪ ਨੂੰ ਜ਼ਿਆਦਾ ਨਹੀਂ ਪਤਾ ਹੁੰਦਾ ਜੋ ਆਈ ਡੋਂਟ ਥਿੰਕ ਸੋ ਕਿ ਹਰ ਚੀਜ਼ ਤੇ ਕੈਸੇ ਪਤਾ, ਇੰਨੀਆਂ ਇਸ਼ੂਜ਼ ਉੱਠ ਰਹੀਆਂ ਨੇ ਮੁਲਕ ਦੇ ਵਿੱਚ, ਹਰ ਚੀਜ਼ ਤੇ ਕੈਸੇ? ਆਈ ਡੋਂਟ ਥਿੰਕ ਸੋ। ਮੈਨੂੰ ਪਤਾ ਨਹੀਂ ਫੈਕਟਸ ਬਿਕੋਜ਼ ਆਈ ਐਮ ਨਾਟ ਇਨ ਇਟ, ਬਟ ਮੇਰੀ ਜੋ ਆਪਣੀ ਰਾਏ ਹੈ, ਮੇਰੀ ਐਕਸਪੀਰੀਅੰਸ ਕਈ ਚੀਜ਼ਾਂ, ਪੰਜਾਬ ਛੋਟਾ ਪੰਜਾਬ ਹੈ ਸਾਡਾ ਕੰਪੇਅਰ ਟੂ ਇੰਡੀਆ। ਜੀ ਇੱਥੇ ਕਈ ਗੱਲਾਂ ਹੁੰਦੀਆਂ ਸੀ ਚੀਫ ਮਿਨਿਸਟਰ ਡਿਡਨਟ ਨੋ, ਛੋਟੇ ਨੀਚੋਂ ਜਿਹੀ ਨਿਕਲ ਜਾਂਦੀਆਂ ਸੀ। ਬਿਲਕੁਲ। ਬੀਜੇਪੀ ਦੀ ਪੰਜਾਬ ਪ੍ਰਤੀ ਸੋਚ ਕੀ ਹੈ? ਜਦੋਂ ਤੁਸੀਂ ਕੇਂਦਰੀ ਲੀਡਰਸ਼ਿਪ ਨੂੰ ਮਿਲੇ, ਖਾਸ ਕਰ ਜੁਆਇਨਿੰਗ ਦੇ ਵਕਤ, ਕੀ ਸੋਚਦੇ ਨੇ ਪੰਜਾਬ ਨੂੰ ਲੈ ਕੇ? ਵੈਰੀ ਪੋਜ਼ਿਟਿਵ। ਇਨ ਫੈਕਟ ਦ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਤਾਂ ਉਰੇ ਸਾਡੇ, ਜਦੋਂ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਿਆ ਹੈ ਉਦੋਂ ਪ੍ਰਭਾਰੀ ਸੀ ਬੀਜੇਪੀ ਦੇ ਪੰਜਾਬ 'ਚ, ਔਰ ਮੈਨੂੰ ਪਤਾ ਨਹੀਂ ਸੀ ਕਿ ਇਹ ਪ੍ਰਾਈਮ ਮਿਨਿਸਟਰ ਨੇ। ਮੈਂ ਨਾ ਪ੍ਰਭਾਰੀ ਮੈਂ ਗਿਆ ਸੀ ਉੱਥੇ ਹਿੰਦ ਸਮਾਚਾਰ ਦੇ ਕੋਈ ਫੰਕਸ਼ਨ 'ਚ, ਉੱਥੇ ਉਹ ਕੰਬਲ ਵੰਡਿਆ ਕਰਦੇ ਸੀ ਰੈਫਿਊਜੀਜ਼ ਨੂੰ ਵਗੈਰਾ। ਉੱਥੇ ਬਹਿ ਕੇ ਮੇਰੇ ਕੋਲ ਕੋਈ ਬੈਠਾ ਸੀ, ਮੈਨੂੰ ਨਹੀਂ ਪਤਾ ਕੌਣ ਸੀ। ਅਤੇ ਜਦੋਂ ਮੈਂ ਬੋਰਡ ਕੇ ਇਹਨਾਂ ਨੂੰ ਦੱਬ ਕੇ ਬੀਜੇਪੀ ਨੂੰ ਠੋਕਿਆ ਔਰ ਫਿਰ ਬਹਿ ਗਿਆ, ਅਤੇ ਉਹਨਾਂ ਨੇ ਕਿਹਾ ਅਬ बीजेपी के प्रभारी मोदी जी बोलेंगे, तो वही उठे। मैं कहे तो मोदी है। एंड इन्होंने उठ के अच्छी भाषण दी। फिर मैंने बाद मैंने कहा अच्छी बोले आप मोदी जी। मैंने कह दे आप भी अच्छे बोले, लेकिन जो आपने बातें की ना, ये माहौल वो नहीं था। मैंने कहा बात आपकी सही है, मुझे कुछ और लाइन पे लेना चाहिए था, आप ठीक हो। दैट्स फर्स्ट टाइम आई मेट हिम। ये होना है 90 ਸਮਥਿੰਗ, 30 ਸਾਲ ਹੋ ਗਏ ਨੇ ਉਦੋਂ ਦਾ ਮੈਂ ਇਹਨਾਂ ਨੂੰ ਜਾਣਦਾ। ਤੇ ਤੁਹਾਡੇ ਤਜਰਬੇ ਦੇ ਇੰਨੇ ਤਜਰਬੇਕਾਰ ਲੀਡਰ ਹੋ, ਪੰਜਾਬ ਦੀ ਇੰਨੀ ਸਮਝ ਹੈ ਤੁਹਾਨੂੰ, ਪੂਰਾ ਤੁਸੀਂ 2 ਵਾਰ ਚੀਫ ਮਿਨਿਸਟਰ ਰਹੇ ਹੋ, ਤੁਹਾਡੇ ਤਜਰਬੇ ਦਾ ਬੀਜੇਪੀ ਫਾਇਦਾ ਲੈਂਦੀ ਹੈ? ਜੈਸੇ ਮੈਂ ਤੁਹਾਨੂੰ ਕਿਹਾ, ਮੈਨੂੰ ਤਾਂ ਪੁੱਛਦੇ ਨਹੀਂ। ਆਈ ਟੋਲਡ ਯੂ ਆਈ ਹੈਵਨਟ। ਮੈਂ ਪੋਲੀਟਿਕਸ ਤਾਂ ਪ੍ਰਾਈਮ ਮਿਨਿਸਟਰ ਨਾਲ ਤਾਂ ਟਾਈਮ ਨਹੀਂ ਹੁੰਦਾ, ਹੀ ਇਜ਼ ਵੈਰੀ ਬਿਜ਼ੀ। ਉਹਨਾਂ ਨੂੰ ਤਾਂ ਪੂਰੇ ਨੈਸ਼ਨਲ ਇੰਟਰਨੈਸ਼ਨਲ ਇਵੈਂਟਸ ਕਰਨੇ ਪੈਂਦੇ ਨੇ। ਹੋਮ ਮਿਨਿਸਟਰ ਨਾਲ 1-2 ਵਾਰ ਮੈਂ ਗੱਲ ਕੀਤੀ ਹੈ, ਨੱਡਾ ਸਾਹਿਬ ਨਾਲ ਮੈਂ 1-2 ਵਾਰ ਕੀਤੀ ਹੈ, ਬਟ ਉਹਨਾਂ ਦਾ ਸਿਸਟਮ ਹੈ ਡਿਫਰੈਂਟ। ਉਹਨਾਂ ਦਾ ਹੋਰ ਸਿਸਟਮ ਹੈ। ਉਹ ਜੋ ਅਸੀਂ ਕਹਿੰਦੇ ਹਾਂ ਉਹ ਫਿਰ ਆਪਸ 'ਚ ਫੈਸਲਾ ਕਰਕੇ ਜੋ ਕੁਛ ਕਰਦੇ ਟੋਟਲੀ ਡਿਫਰੈਂਟ ਟੂ ਕਾਂਗਰਸ ਤਾਂ ਅਗਰ ਮੈਂ ਕਾਂਗਰਸ ਪ੍ਰੈਜ਼ੀਡੈਂਟ ਨਾਲ ਗੱਲ ਕਰਾਂ, ਸ਼ੀ ਸੈਡ ਓਕੇ ਡੂ ਇਟ, ਗੱਲ ਖਤਮ, ਫਿਰ ਮੈਂ ਕਰ ਦਿੰਦਾ ਸੀ ਅੱਗੇ। ਇੱਥੇ ਹੋਰ ਗੱਲ ਹੋਰ, ਇਟਸ ਡਿਫਰੈਂਟ ਸਿਸਟਮ ਆਫ ਫੰਕਸ਼ਨਿੰਗ। ਬਿਲਕੁਲ। ਇਸ ਹਿਸਾਬ ਨਾਲ ਤੁਸੀਂ ਕਾਂਗਰਸ ਨੂੰ ਮਿਸ ਕਰਦੇ ਹੋ? ਦ ਵੇ ਆਫ ਫੰਕਸ਼ਨਿੰਗ, ਯੈਸ। ਬਿਕੋਜ਼ ਮੈਂ ਸਮਝਦਾ ਹੈ ਕਿ ਮੈਨੂੰ ਇੰਨੇ, ਦੇਖੋ ਮੈਂ ਆਇਆ 69 ਦੇ ਵਿੱਚ, ਪਹਿਲੀ ਇਲੈਕਸ਼ਨ ਲੜੀ ਹੈ। ਕਿੰਨੇ ਸਾਲ ਹੋ ਗਏ? ਇਟਸ ਨੀਅਰਲੀ ਨਾਓ ਆਈ ਡੋਂਟ ਨੋ ਹਾਊ ਮੈਨੀ ਈਅਰਸ, 60 ਸਾਲ ਤਾਂ ਹੋ ਹੀ ਗਏ। 60 ਸਾਲ ਦੇ ਵਿੱਚ ਕਾਫੀ ਕੁਝ ਸਿੱਖਦਾ ਹੈ ਬੰਦਾ ਪੋਲੀਟਿਕਸ। ਐਂਡ ਮੇਰੀ ਜੋ ਰਾਏ ਹੈ, ਵੈਦਰ ਯੂ ਅਗਰੀ ਔਰ ਨਾਟ, ਉਹ ਵੱਖਰੀ ਗੱਲ ਹੈ, ਪਰ ਤੁਸੀਂ ਸੁਣਤਾ ਲਓ, ਦੇਖਤਾ ਲਓ ਕਿ ਜੋ ਗੱਲਾਂ ਕਹਿ ਰਹੇ ਠੀਕ ਹੈ ਜਾਂ ਨਹੀਂ ਠੀਕ। ਐਂਡ ਮੈਂ ਸਮਝਦਾ ਹੈ ਕਿ ਦਿਸ ਇਜ਼ ਦ ਵੇ ਐਂਡ ਦੇ ਆਰ ਲੱਕੀ। ਲੈਟ ਮੀ ਟੈਲ ਯੂ ਵਨ ਥਿੰਗ, ਅੱਜ ਸੁਨੀਲ ਜਾਖੜ ਸਾਡੇ ਪ੍ਰਧਾਨ ਨੇ। ਸੁਨੀਲ ਜਾਖੜ ਜੀ ਮੇਰੇ ਵੀ ਪ੍ਰਧਾਨ ਸੀ ਜਦੋਂ ਮੈਂ ਕਾਂਗਰਸ ਸੀ, ਮੈਂ ਚੀਫ ਮਿਨਿਸਟਰ ਸੀ, ਉਹ ਮੇਰੇ ਪ੍ਰਧਾਨ ਸੀ। ਯੂ ਹੈਵ ਗੋਟ ਅ ਮੈਨ ਆਲਸੋ ਹੂ ਅੰਡਰਸਟੈਂਡਸ। ਅਗਰ ਮੇਰੀ ਗੱਲ ਨਹੀਂ ਤੁਸੀਂ ਸੁਣਨੀ ਹੋਣੀ ਤਾਂ ਸੁਣ ਲਓ, ਉਹ ਤੁਹਾਡਾ ਪ੍ਰਧਾਨ ਹੈ। ਉਹਨਾਂ ਦੀ ਸੋਚ ਔਰ ਮੇਰੀ ਸੋਚ ਕੋਈ ਫਰਕ ਨਹੀਂ ਹੋ ਸਕਦਾ। ਵੀ ਹੈਵ ਵਰਕ ਟੂਗੈਦਰ ਫॉर ਪੰਜਾਬ। ਔਰ ਉਹਨਾਂ ਦਾ ਵੀ, ਉਹਨਾਂ ਦੇ ਫਾਦਰ ਵੀ ਸਰ ਬਲਰਾਮ ਜਾਖੜ ਜੀ, ਉਹ ਸਾਡੇ ਸਪੀਕਰ ਰਹੇ। ਹੀ ਇਜ਼ MP ਫਰੋਮ ਪੰਜਾਬ। ਸੋ ਇਹ ਤਾਂ ਬਹੁਤ ਓਲਡ ਪੰਜਾਬ ਫੈਮਿਲੀ ਹੈ, ਉਹਨਾਂ ਦੀ ਰਾਏ ਪੁੱਛ ਲਓ ਸੀ। ਐਂਡ ਆਈ ਐਮ ਸ਼ੋਰ ਅਗਰ ਇਹ ਪੁੱਛਦੇ ਤਾਂ ਅੰਤ ਵਿੱਚ ਤਾਂ ਇਹਨਾਂ ਨੇ ਕੌਨਸਨਟ੍ਰੇਸ਼ਨ ਜੋ ਸਾਡੀਆਂ ਗੱਲਾਂ ਸੀ ਉਹਦੇ 'ਤੇ ਆ ਹੀ ਜਾਣਾ ਸੀ ਅਗਰ ਇਹ ਪੁੱਛਦੇ ਸਾਨੂੰ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹਾਲ ਹੀ ਦੇ ਵਿੱਚ ਬਿਆਨ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਆਉਣਾ ਚਾਹੁੰਦੇ ਨੇ, ਉਹ ਕੋਸ਼ਿਸ਼ ਕਰ ਰਹੇ ਨੇ। ਉਹਨੂੰ ਕਿਹਨੇ ਦੱਸਿਆ? ਮੈਨੇ ਦੱਸਿਆ? ਐਸੇ ਬੋਲੀ ਜਾਂਦਾ, ਫਜ਼ੂਲ ਦਾ ਆਦਮੀ ਹੈ ਲੜਕਾ। ਉਹ ਮੈਂ ਜਾਣਦਾ ਇਸ ਲੜਕੇ ਨੂੰ,
ਇਹਨੂੰ ਮੈਂ ਬਾਰ-ਬਾਰ ਪੁੱਛਦਾ ਤੁਹਾਡੇ ਟੈਲੀਵਿਜ਼ਨ ਤੇ, ਇਹਨੂੰ ਬਚਾਇਆ ਸੀ, ਬਹੁਤ ਬੁਰੀ ਤਰ੍ਹਾਂ ਬਚਾਇਆ ਸੀ, ਪੁੱਛ ਲਓ। ਤੁਸੀਂ ਪੁੱਛੋਗੇ ਕੀ ਬਚਾਇਆ ਸੀ, ਮੈਂ ਕਿਹਾ ਮੈਂ ਨਹੀਂ ਦੱਸਦਾ, ਉਹਨੂੰ ਪੁੱਛ ਲਓ। ਤੁਸੀਂ ਇੱਕ ਲਿਸਟ ਵੀ ਤਿਆਰ ਕੀਤੀ ਸੀ ਆਪਣੇ ਲੀਡਰਾਂ ਦੀ, ਜੋ ਸ਼ਾਇਦ ਤੁਸੀਂ ਹਾਈ ਕਮਾਂਡ ਨਾਲ ਵੀ ਗੱਲ ਕੀਤੀ, ਕੀ ਜਿਹੜੇ ਅਲੱਗ-ਅਲੱਗ ਐਕਟੀਵਿਟੀਜ਼ 'ਚ ਇਨਵੋਲਵ ਨੇ ਮਾਫੀਆ ਦੇ ਵਿੱਚ, ਯੈਸ ਤੁਸੀਂ ਉਹ ਤਿਆਰ ਯੈਸ ਕੀਤੀ ਸੀ ਯੈਸ ਲਿਸਟ? ਯੈਸ ਮੈਨੂੰ ਕਾਂਗਰਸ ਪ੍ਰੈਜ਼ੀਡੈਂਟ ਨੇ ਕਿਹਾ ਸੀ ਜੀ। ਕਿ ਆਈ ਐਮ ਹੀਅਰਿੰਗ ਅ ਲੋਟ ਆਫ, ਮੈਨੂੰ ਪਤਾ ਸੀ ਕਿ ਕਿਉਂ ਬੁਲਾਇਆ ਮੈਨੂੰ, ਕਿ ਆਈ ਐਮ ਹੀਅਰਿੰਗ ਕਿ ਉੱਥੇ ਬਹੁਤ ਗੜਬੜ ਚੱਲ ਰਹੀ ਹੈ ਪੰਜਾਬ 'ਚ। ਇਹ ਕਿਹੜੇ ਸਾਲ ਦੀ ਗੱਲ ਹੈ? 2020-21 ਆਈ ਕਾਂਟ ਰਿਮੈਂਬਰ। ਜੀ। ਤੇ ਮੈਂ ਕਿਹਾ ਯੈਸ ਮੈਮ, ਮਸਟ ਸੈਕੰਡ ਗਵਰਨਮੈਂਟ, ਕਿਹੜੇ ਸਾਲ ਨਹੀਂ ਮੈਨੂੰ ਪਤਾ। ਮੈਂ ਕਿਹਾ ਯੈਸ ਮੈਮ। ਸ਼ੀ ਸੇਡ ਵਾਟ ਇਜ਼ ਹੈਪਨਿੰਗ? ਆਈ ਸੇਡ ਦਿਸ ਸੈਂਡ ਇਜ਼ ਦ ਇਸ਼ੂ and there's lot of things happening. Then you get rid of them. So I took the paper, I said आप पढ़ लो ना, दे वो 40-50 नाम से हो देते। ਤੇ ਮਿਨਿਸਟਰਸ ਵੀ ਸੀ, हाँ ਮੰਤਰੀ ਵੀ ਸੀ ਵਿੱਚ कुछ, यस। और मैं क्या ये देख लो, if I get rid of them फिर तो अपना कुछ रहना ही नहीं पंजाब ਦੇ ਵਿੱਚ। ਤੇ ਆ ਦੇਖ ਲਓ ਤੁਸੀਂ, ਫਿਰ ਬਸ ਬੰਦ ਕਰਕੇ ਮੈਨੂੰ ਵਾਪਸ ਦੇਤੀ ਲਿਸਟ, ਖਤਮ। ਤੇ ਪ੍ਰਗਟ ਸਿੰਘ ਜੀ ਜੋ ਕਾਂਗਰਸ ਲੀਡਰ ਨੇ, ਉਹਨਾਂ ਨੇ ਕਿਹਾ ਸੀ ਕਿ ਉਸ ਲਿਸਟ ਨੂੰ ਪ੍ਰਗਟ ਨਹੀਂ ਨਹੀਂ, ਸੀ, ਉਹਨਾਂ ਨੇ ਕਿਹਾ ਸੀ ਕਿ ਇਸ ਲਿਸਟ ਨੂੰ ਪਬਲਿਕ ਕਰਨਾ ਚਾਹੀਦਾ ਹੈ। I can't keep it public. देखो at a time when you are in a place of responsibility, ਉਦੋਂ ਮੈਂ ਕਾਂਗਰਸ ਦਾ ਚੀਫ ਮਿਨਿਸਟਰ ਸੀ, ਮੈਂ ਉਦੋਂ ਉਸ ਗੱਲਾਂ ਨੂੰ ਅੱਜ ਮੈਂ ਰਿਲੀਜ਼ ਕਰਾਂ, ਇਟ ਇਜ਼ ਨਾਟ ਰਾਈਟ। ਔਰ ਇਹ ਮੈਂ ਠੀਕ ਨਹੀਂ ਸਮਝਦਾ। ਔਰ ਮੈਂ ਇਹ ਵੀ ਨਹੀਂ ਠੀਕ ਸਮਝਦਾ ਕਿ ਜਿਹੜੀ ਇਹ ਲੇਡੀ ਬੋਲੀ ਜਾਂਦੀ ਹੈ, ਕਿਸੇ ਨੂੰ ਅਕਿਊਜ਼ ਕਰ ਰਹੀ ਹੈ, ਸੁਖਜਿੰਦਰ ਰੰਧਾਵਾ ਨੂੰ, ਫਲਾਣੇ ਨੂੰ, ਟਿਮਕਾ ਨੂੰ, ਇਹ ਤਰੀਕੇ ਨਹੀਂ ਹੈ ਕੰਮ ਕਰਨ ਦੇ। ਯੂ ਡੋਂਟ, ਇਫ ਯੂ ਵਾਂਟ ਟੂ ਕਮ ਇਨਟੂ, ਤੁਸੀਂ ਦੱਸੋ ਇਹ ਰਿਸਪੌਂਸਿਬਿਲਿਟੀ ਦੀ ਜਗ੍ਹਾ ਚਾਹੁੰਦੇ ਨੇ, ਕਿਹੜਾ ਇਹਨਾਂ ਨੂੰ ਸਾਥ ਦੇਊਗਾ ਫਿਰ ਅਗਰ ਇਹ ਤੁਸੀਂ ਬੋਲੋਗੇ? ਇਟਸ ਨਾਟ ਅ ਥਿੰਗ। ਇਹ ਜ਼ਿੰਮੇਵਾਰੀ ਦੀ ਗੱਲਾਂ ਹੁੰਦੀਆਂ ਨੇ। ਜਦੋਂ ਮੈਂ ਕਾਂਗਰਸ ਛੱਡੀ 1984 'ਚ, ਸਾਰੀ ਪ੍ਰੈਸ ਮੇਰੇ ਮਗਰ ਪੈ ਗਈ ਕਿ ਤੁਸੀਂ ਦੱਸੋ ਮੈਨੂੰ। ਮੈਂ ਉਦੋਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਕਾਂਗਰਸ ਮੈਂ ਛੱਡੀ ਸੀ, MP ਤੋਂ ਵੀ ਔਰ ਪਾਰਟੀ ਤੋਂ ਵੀ ਛੱਡੀ। ਤੇ ਮੈਨੂੰ ਜਿਹੜਾ ਮੇਰੇ ਮਗਰ ਪਿਆ ਰਿਹਾ ਵਾਸ ਮਾਰਕ ਟਾਲੀ, BBC ਦਾ, ਆਫਟਰ ਮੀ। ਸੋ ਮਾਰਕ ਕੈਪਟ ਮੇਰੇ ਦੋਸਤ ਸੀ। ਮੈਂ ਕਿਹਾ ਦੇਖ ਮਾਰਕ, ਮੈਂ ਤੈਨੂੰ ਕੁਛ ਨਹੀਂ ਦੱਸ ਸਕਦਾ, ਬਿਕੋਜ਼ ਵੈਨ ਆਈ ਵਾਜ਼ ਨੈਗੋਸ਼ੀਏਟਿੰਗ ਵਿਦ ਦ ਸੰਸ ਆਈ ਵਾਜ਼ ਇਨ ਅ ਪੋਜੀਸ਼ਨ ਆਫ ਰਿਸਪੌਂਸਿਬਿਲਿਟੀ। ਮੇਰੀ ਜ਼ਿੰਮੇਵਾਰੀ ਲਾਈ ਗਈ ਸੀ, ਐਂਡ ਇਟ ਇਜ਼ ਨਾਟ ਰਾਈਟ ਫॉर ਮੀ ਟੂ ਸੇ ਮੇਰੇ ਕੀ ਗੱਲ ਉਹਨਾਂ ਨਾਲ ਹੋਈਆਂ ਸੀ। ਜਦ ਇਟ ਵੁੱਡ ਬੀ ਲੈਟਿੰਗ ਡਾਊਨ ਮਾਈ, ਦੈਟ ਮੀਨਸ ਆਈ ਐਮ ਨਾਟ ਰਿਸਪੌਂਸਿਬਲ ਇਨਫ। ਔਰ ਮੈਂ ਜੋ ਹੋਈਆਂ ਨੇ ਗੱਲਾਂ, ਦੈਟ ਇਜ਼ ਬਿਟਵੀਨ ਦ ਪ੍ਰਾਈਮ ਮਿਨਿਸਟਰ ਐਂਡ ਮੀ, ਐਂਡ ਦ ਪ੍ਰਾਈਮ ਮਿਨਿਸਟਰ ਦੀ ਜਿਹੜੀ ਟੀਮ ਸਾਡੇ ਨਾਲ ਸੀ, ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਸੇਮ ਇਜ਼ ਦ ਕੇਸ ਨਾਓ। ਦੀਜ਼ ਆਰ ਮੈਟਰਸ ਜਿਹੜੀਆਂ ਉਦੋਂ ਹੋ ਗਈਆਂ ਸੋ ਹੋ ਗਈਆਂ, ਗੱਲ ਖਤਮ ਹੋ ਗਈ। ਮੈਂ ਆਪਣੇ ਕਿਸੇ ਕੋਈ ਕੋਲੀਗ ਨੂੰ, ਚਾਹੇ ਮੇਰੇ ਖਿਲਾਫ ਬੋਲਦੇ ਨੇ ਕਈ, ਮੈਂ ਸੁਣਦਾ ਰਹਿੰਦਾ, ਬਟ ਆਈ ਡੋਂਟ ਕੇਅਰ। ਇਹ ਤਾਂ ਆਪਣੀ ਕੁਰਸੀਆਂ ਬਚਾਉਣ ਵਾਸਤੇ ਕਰਦੇ ਨੇ ਕਈ ਵਾਰ, ਜਾਂ ਆਪਣੇ ਆਪ ਨੂੰ ਤਾਕਤਵਰ ਦਿਖਾਉਣ ਵਾਸਤੇ ਕਰ ਦਿੰਦੇ ਨੇ। ਮੇਰੇ ਸਾਰੇ ਕੋਲੀਗਸ ਮੇਰੇ ਨਾਲ ਲਾਇਲ ਰਹੇ ਜਦ ਮੈਂ ਚੀਫ ਮਿਨਿਸਟਰ ਸੀ, ਐਂਡ ਅਗਰ ਅੱਜ ਸਮਝਦੇ ਹੋ ਕਿ ਮੈਂ ਉਹਨਾਂ ਦੇ ਬਾਰੇ ਕੁਝ ਕਹਾਂਗਾ, ਆਈ ਵਿਲ ਨਾਟ ਸੇ ਐਨੀਥਿੰਗ। ਦੇਖੋ ਕਈ ਲੋਕ ਇਹ ਕਹਿੰਦੇ ਨੇ ਕਿ ਤੁਹਾਡੇ ਕੋਲ ਲਿਸਟ ਸੀ, 40 ਕਾਂਗਰਸੀ ਲੀਡਰਸ ਦੇ ਨਾਮ ਸੀ, ਤੁਸੀਂ ਉਸ ਵਕਤ, ਤੁਹਾਨੂੰ ਦੱਸ ਰਿਹਾ ਬਿਲਕੁਲ, ਤੁਸੀਂ ਉਸ ਵਕਤ ਐਕਸ਼ਨ ਕਿਉਂ ਨਹੀਂ ਲਿਆ ਫਿਰ ਆਪਣੇ ਲੀਡਰਾਂ ਖਿਲਾਫ? ਫਿਰ ਗਵਰਨਮੈਂਟ ਹੀ, ਮੈਂ ਸਾਰੀ ਗਵਰਨਮੈਂਟ ਨੂੰ ਡਿਸਮਿਸ ਹੀ ਕਰਦਾ। ਹੂ ਡੂ ਆਈ? ਜਦੋਂ ਮੈਂ ਸੋਨੀਆ ਜੀ ਨੂੰ ਕਿਹਾ ਕਿ ਯੈਸ ਮੈਮ ਹੇਅਰ ਇਜ਼ ਦ ਲਿਸਟ, ਟੇਕ ਇਟ, ਲੁੱਕ ਇਟ, ਜਿਹੜੇ ਨਾਮ ਦੇਖ ਕੇ ਉਹਨਾਂ ਨੂੰ ਪਤਾ ਸੀ ਕੌਣ ਕੌਣ ਹੈ। तो मैं क्या, अगर मैं ये लिस्ट को आपने एक्शन लेना ले लो, फिर गवर्नमेंट विल गो। ਹਾਲਾਂਕਿ ਪੋਲਿਟਿਕਸ ਦੇ ਵਿੱਚ ਆਪਾਂ ਸੁਣਦੇ ਹਾਂ ਕਿ ਕਈ ਤਰ੍ਹਾਂ ਦੇ ਨਿੱਜੀ ਬਿਆਨ ਵੀ ਦਿੱਤੇ ਜਾਂਦੇ ਨੇ। ਨਵਜੋਤ ਕੌਰ ਸਿੱਧੂ ਦੇ ਬਿਆਨਾਂ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਤੁਹਾਡੀ ਦੋਸਤ ਅਰੂਸਾ ਆਲਮ ਨੂੰ ਲੈ ਕੇ ਵੀ ਕੁਝ ਕਮੈਂਟ ਕੀਤੇ, ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ? ਨਵਜੋਤ ਕੌਰ ਸਿੱਧੂ ਨੇ ਤੁਹਾਡੇ ਦੋਸਤ ਅਰੂਸਾ ਆਲਮ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕਮੈਂਟ ਕੀਤੇ। ਅੱਜ ਬੋਲੀ ਜਾਣਦੇ ਉਹਨੂੰ, ਉਹ ਕਹਿੰਦੇ ਪੰਜਾਬ ਦਾ ਪੈਸਾ ਲੁੱਟ ਕੇ ਦੁਬਈ ਚਲੇ ਗਏ। ਮੈਂ ਇਹ ਇੰਡੀਆ ਦੇ ਵਿੱਚ ਨਹੀਂ ਮੈਨੂੰ ਸਮਝ ਆਉਂਦੀ ਕਿ ਐਵਰੀ ਟਾਈਮ ਯੂ ਹੈਵ ਅ ਫਰੈਂਡ ਹੂ ਇਜ਼ ਅ ਲੇਡੀ, ਕੋਈ ਨਾ ਕੋਈ ਗੱਲ ਥੋੜੀ ਬਣਾ ਦਿੰਦੇ ਨੇ ਕਹਾਣੀਆਂ। ਮੇਰੇ ਇੰਨੇ ਲੇਡੀਜ਼ ਫਰੈਂਡਸ ਨੇ, whether they are in parliament, whether they are outside parliament, whether they are just in public, or whether they are sitting in London or sitting in New York, or ਜਿੱਥੇ ਦੋਸਤੀਆਂ ਹੁੰਦੀਆਂ ਨੇ। that doesn't mean ਕਿ ਜਿਹੜਾ ਤੁਹਾਡਾ ਦੋਸਤ ਹੈ ਕੋਈ, you have some illicit relations with that person। ਇਹ ਕੀ ਬਣਾ ਦਿੱਤੀ ਹੈ ਇਸ ਮੁਲਕ 'ਚ? ਸਿਰਫ ਹਿੰਦੁਸਤਾਨ ਹੈ, ਬਾਹਰਲੇ ਮੁਲਕਾਂ 'ਚ ਕੋਈ ਨਹੀਂ ਬੋਦਰ ਕਰਦਾ। ਤੁਸੀਂ ਗੱਲਾਂ ਕਰੀ ਜਾਓ, ਜੋ ਮਰਜ਼ੀ ਕਰੀ ਜਾਓ, ਇੱਥੇ ਤਾਂ ਹਰ ਚੀਜ਼ ਨੂੰ ਸਕੈਂਡਲ ਬਣਾ ਦਿੰਦੇ ਨੇ। ਔਰ ਇਹ ਲੜਕੀ ਨੂੰ ਪੁੱਛੋ ਤਾਂ ਸਹੀ, ਤੂੰ ਬੈਠੀ ਸੀ ਉੱਥੇ?
वर यू सिटिंग देयर व्हेन आई वाज हैंडिंग आउट की कहंदी है कि सारा कुछ लुट के पंजाब पंजाब ਦਾ ਨੂੰ ਪੈਸਾ ਦੇ ਲੁੱਟ ਕੇ ਦਿੱਤਾ। ਦੁਬਈ ਹਾਂ ਚਲੇ ਤੂੰ ਗਏ। ਬੈਠੀ ਹੈ ਨਾ, ਟਰੱਕ ਭਰ ਕੇ ਮੈਂ ਭੇਜੇ ਨੇ ਜਾਂ ਟ੍ਰੇਨ ਭਰ ਕੇ ਭੇਜੀ ਹੈ, ਤੂੰ ਬੈਠੀ ਸੀ ਉੱਥੇ, ਐਸੀ ਬੋਲੀ ਜਾਂਦੀ ਹੈ। ਇੱਕ ਮੈਂ ਰਜਿੰਦਰ ਕੌਰ ਭੱਠਲ ਜੀ ਨਾਲ ਗੱਲਬਾਤ ਕੀਤੀ ਸੀ, ਉਹਨਾਂ ਦਾ ਇੰਟਰਵਿਊ ਕੀਤਾ ਸੀ। ਉਹਨਾਂ ਨਾਲ ਤੁਹਾਡਾ ਬਹੁਤ ਅੱਛਾ ਪੋਲੀਟੀਕਲ ਰਿਸ਼ਤਾ ਨਹੀਂ ਰਿਹਾ, ਹਾਲਾਂਕਿ ਬਾਅਦ 'ਚ ਉਹਨਾਂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਮੇਰੇ ਘਰ ਰੱਖੜੀ ਬਣਵਾਉਣੀ ਵੀ ਆਉਂਦੇ ਨੇ, ਮੇਰੇ ਲਈ ਕੇਕ ਵੀ ਭੇਜਦੇ ਨੇ, ਬਹੁਤ ਵਧੀਆ। ਉਸ ਤੋਂ ਬਾਅਦ ਕਿ ਤੁਸੀਂ ਉਹਨਾਂ ਰਿਸ਼ਤਿਆਂ ਨੂੰ ਸੁਖਾਵੇਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੱਕ ਟਾਈਮ ਤੇ ਕਹਿੰਦੇ ਕਿ 2002 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ। ਮੈਨੂੰ ਲਾਉਣ ਦੀ ਇਹਨੀ ਕੋਸ਼ਿਸ਼ ਕੀਤੀ ਪੂਰੀ। ਹੂੰ ਸ਼ੀ ਟੁਕ ਜਿਹੜਾ ਇੱਕ ਜਥਾ ਲੈ ਕੇ ਗਈ ਉੱਥੇ, ਦਿੱਲੀ ਔਰ ਉੱਥੇ ਸੋਨੀਆ ਜੀ ਨੇ ਇਹਨਾਂ ਨੂੰ ਵਾਪਸ ਕਰਤਾ। ਅਹਿਮਦ ਪਟੇਲ ਦੀ ਡਿਊਟੀ ਲਾਈ ਕਿ ਇਹਨਾਂ ਨੂੰ ਵਾਪਸ ਭੇਜੋ, ਕਿ ਇੱਥੇ ਕੁਛ ਨਹੀਂ ਹੋਏਗਾ ਚੇਂਜ। ਵਾਪਸ ਆ ਕੇ ਸਾਰੇ ਸਿੱਧੇ ਹੋ ਗਏ। ਇਹ ਪਟੇਲ ਦੀ ਡਿਊਟੀ ਸੀ। ਪਟੇਲ ਬਣਨਾ ਚਾਹੁੰਦੀ ਸੀ ਚੀਫ ਮਿਨਿਸਟਰ। ਉਹ ਚੀਫ ਮਿਨਿਸਟਰ ਮਟੀਰੀਅਲ ਨਹੀਂ, ਮੈਂ ਨਹੀਂ ਕਹਿ ਰਿਹਾ ਕਿ ਮੇਰੇ ਵਿਰੁੱਧ ਰਹੀ ਹੈ, ਇਹਨਾਂ ਦੀ ਬਸ ਕੰਮ ਕਰਨ ਦਾ ਢੰਗ ਕੁਛ ਹੋਰ ਹੈ। ਇਟਸ ਡਿਫਰੈਂਟ। ਬੜਾ ਦਿਲ ਨਹੀਂ ਹੈ, ਪਰ ਪੰਜਾਬ ਨੂੰ ਚਲਾਉਣ ਵਾਸਤੇ ਸੀ ਤੁਹਾਨੂੰ ਬੜੇ ਦਿਲ ਦੀ ਲੋੜ ਹੈ। ਸ਼ੀ ਡਜ਼ਨਟ ਹੈਵ ਦੈਟ। ਬਿਲਕੁਲ। ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਮੇਰੇ ਖਿਲਾਫ ਕੋਸ਼ਿਸ਼ਾਂ ਕਰਦੇ ਸੀ, ਪਰ ਮੈਂ ਵੀ ਡਟ ਕੇ ਸਾਹਮਣਾ ਕਰਦੀ ਸੀ, ਮੈਂ ਉਹ ਵਾਰ ਨਹੀਂ, ਮੈਂ ਕਰਦੇ ਤਾਂ ਸੀ। ਉਹਨੇ ਕੁਛ ਵੀ ਨਹੀਂ ਬੋਦਰ ਕੀਤਾ। ਸ਼ੀ ਵਾਜ਼ ਜਸਟ ਅ ਮਿਨਿਸਟਰ ਸੀ, ਫਿਰ ਡਿਪਟੀ ਚੀਫ ਮਿਨਿਸਟਰ ਬਣ ਗਈ ਸੀ। ਹਾਲਾਂਕਿ ਉਹਨਾਂ ਨੇ ਸਾਡੇ ਇੰਟਰਵਿਊ 'ਚ ਬਹੁਤ ਹੀ ਗੰਭੀਰ ਇਲਜ਼ਾਮ ਲਗਾਇਆ। ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਮਰਵਾਉਣ ਦੀ ਵੀ ਕੋਸ਼ਿਸ਼ ਕੀਤੀ 2 ਵਾਰ, ਇਹ 2007 ਤਾਂ ਤੋਂ ਬਾਅਦ। ਝੂਠ ਬੋਲਦੀ ਹੈ ਮਰਵਾਉਣ ਨੂੰ। ਇਹ ਤਾਂ ਹੁਣ ਇਹੋ ਜਿਹੀਆਂ ਗੱਲਾਂ ਕਹਿਣੀਆਂ ਤਾਂ ਬਿਲਕੁਲ ਹੂੰ ਫਜ਼ੂਲ ਨੇ, ਇਨਫੈਕਟ ਡੈਫੇਮੇਟਰੀ ਨੇ, ਹੂੰ ਬਿਲਕੁਲ ਗਲਤ ਬਾਤ ਹੈ। ਬਿਲਕੁਲ। ਟੋਟਲੀ ਰੋਂਗ ਗੱਲਾਂ ਨੇ। ਇਹ ਜ਼ਰੂਰ ਹੈ ਕਿ ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਚੀਫ ਮਿਨਿਸਟਰ, ਡਿਪਟੀ ਚੀਫ ਮਿਨਿਸਟਰ ਨਾ ਬਣਾਏ, ਲੇਕਿਨ ਮਿਸਿਸ ਗਾਂਧੀ ਚਾਹੁੰਦੇ ਸੀ, ਬਣਾਤੀ। ਦੈਟਸ ਨੋ ਪ੍ਰੋਬਲਮ। ਠੀਕ ਹੈ। ਉਹਨੂੰ ਜਿਹੜੇ ਫਿਰ ਉਸ ਤੋਂ ਬਾਅਦ ਨਹੀਂ ਇਹਨੇ ਚੂਕ ਕੀਤੀ, ਹੂੰ ਉਸ ਤੋਂ ਪਹਿਲਾਂ ਕਰਦੀ ਸੀ। ਜਦ ਤੋਂ ਮੈਂ ਡਿਪਟੀ ਚੀਫ ਮਿਨਿਸਟਰ ਬਣਾ ਗਈ, ਫਿਰ ਬਿਲਕੁਲ ਚੁੱਪ ਕਰਕੇ ਆਪਣੇ ਕੰਮ ਕਰਦੀ ਰਹੀ। ਬਿਲਕੁਲ। ਦੈਟ ਵਾਜ਼ ਦੀ ਗੇਮ। ਇਹ ਸਾਰਾ ਕੁਝ ਬਣਾਉਣਾ ਆਪਣੇ ਵਾਸਤੇ, ਬਣਾਉਣ ਵਾਸਤੇ ਹੀ ਕਰ ਰਹੀ ਸੀ ਕਰਨਾ। ਬਿਲਕੁਲ। ਆਖਰੀ ਸਵਾਲ, 2027 'ਚ ਤੁਹਾਡੀ ਕੀ ਭੂਮਿਕਾ ਰਹਿਣ ਵਾਲੀ ਹੈ? नो आई विल फाइट फॉर माई पार्टी। मैं अपनी मेरी ड्यूटी है, जो मैं राय दे रहे हैं मैं उस राय मैं सीरियसली ले रहे हैं। एंड जो पार्टी ਨੂੰ ਮੇਰੀ ਲੋੜ ਪਏਗੀ ਉਦੋਂ आई विल ਜਿੱਥੇ ਕਹਿਣਗੇ ਮੈਂ ਜਾਊਂਗਾ ਜ਼ਰੂਰ। ਨਾ ਫਿਜ਼ੀਕਲੀ ਬੈਟਰ, ਠੀਕ ਹੈ, ਤਾਂ ਕੋਈ ਪ੍ਰੋਬਲਮ ਨਹੀਂ। 17 ਮਹੀਨੇ ਹੀ ਰਹਿ ਗਏ ਨੇ, ਥੋੜਾ ਟਾਈਮ ਹੀ ਹੈ। ਗॉड ਵਿਲਿੰਗ ਅਗਰ ਮੇਰੀ ਗੱਲ ਮੰਨ ਲੈਣ, ਫਿਰ ਗਵਰਨਮੈਂਟ ਵੀ ਇੱਕ ਸਟੇਬਲ ਗਵਰਨਮੈਂਟ ਪੰਜਾਬ ਵਾਸਤੇ, ਮੈਂ ਪੰਜਾਬ ਵਾਸਤੇ ਇੰਟਰਸਟਡ ਹੈ। ਦੇਖੋ ਆਈ ਹੈਵ ਸੀਨ ਇਨਫ ਆਫ ਲਾਈਫ। ਮੈਂ ਹੁਣ ਫੌਜ ਵਿੱਚ ਵੀ ਰਿਹਾ, ਮੈਂ ਆਈ ਬੀਨ ਥਰੂ ਦ ਬੈਸਟ ਆਫ ਟਾਈਮ ਇਨ ਦੀ ਆਰਮੀ। ਪਾਕਿਸਤਾਨ ਦੀ ਲੜਾਈ ਵਿੱਚੋਂ ਰਿਹਾ, ਚਾਈਨਾ ਦੇ ਏਰੀਆ 'ਚ ਮੈਂ ਰਿਹਾ। ਲੜਾਈ ਤੋਂ ਬਾਅਦ ਅਸੀਂ ਕਮਿਸ਼ਨ ਹੋਏ ਸੀ, ਲੇਕਿਨ ਰਿਹਾ ਉੱਧਰ। ਉਸ ਤੋਂ ਬਾਅਦ ਮੈਂ ਜਨਰਲ ਹਰਬਖਸ਼ ਸਿੰਘ ਜੀ ਦੇ ਨਾਲ ADC ਰਿਹਾ ਥਰੂ ਆਊਟ ਦੀ ਵਾਰ ਐਂਡ ਆਲ। ਉਸ ਤੋਂ ਬਾਅਦ ਮੈਂ ਤੁਹਾਡੇ ਕਿੰਨੇ ਵਾਰ 6 ਵਾਰ ਤਾਂ MLA ਰਿਹਾ, 2 ਵਾਰ ਮੈਂ MP ਰਿਹਾ, 1 ਵਾਰ ਮਿਨਿਸਟਰ ਰਿਹਾ। ਸਭ ਕੁਛ ਤਾਂ ਹੋ ਗਿਆ, ਹੁਣ ਹੋਰ ਕੀ ਚਾਹੁੰਦੇ ਮੈਨੂੰ? ਹੋਰ ਕੋਈ ਪੋਲੀਟੀਕਲ ਇੱਛਾ ਨਹੀਂ ਹੈ? ਨੋ, ਆਈ ਵਾਂਟ ਟੂ ਜਸਟ ਹੈਲਪ ਪੰਜਾਬ। ਹੁਣ ਮੇਰਾ ਇੱਕੋ ਹੀ ਮੁੱਦਾ ਹੈ ਕਿ ਪੰਜਾਬ ਨੇ ਮੈਨੂੰ ਬੜਾ ਪਿਆਰ ਦਿੱਤਾ, ਜਿੰਨਾ ਮੈਂ ਦੇ ਸਕਦਾ ਵਾਪਸ ਮੈਂ ਉਹ ਦੇਣਾ ਕਰਨਾ ਚਾਹੁੰਦਾ। ਬਿਲਕੁਲ। ਤੁਸੀਂ 2027 'ਚ ਚੋਣ ਲੜਨ ਦੇ ਇੱਛੁਕ ਹੋ? ਹੈ ਜੀ, ਚੋਣ ਲੜਨ ਦੇ ਇੱਛੁਕ ਹੋ 2027 'ਚ? ਆਈ ਡੋਂਟ ਥਿੰਕ ਸੋ। ਆਈ ਐਮ ਨਾਟ ਗੋਇੰਗ ਟੂ ਫਾਈਟ। ਬਥੇਰਾ ਹੋ ਗਿਆ ਹੁਣ ਤਾਂ ਇੱਕ ਨਵੀਂ ਜਨਰੇਸ਼ਨ ਆ ਗਈ, ਉਹਨਾਂ ਨੂੰ ਕਰਨ ਦਿਓ। ਲੇਕਿਨ ਉਹਨਾਂ ਨੂੰ ਉੱਤੇ ਲਿਆਉਣਾ ਵਗੈਰਾ 'ਚ ਜਿੰਨਾ ਹਿੱਸਾ ਮੈਂ ਪਾ ਸਕਦਾ ਮੈਂ ਪਾਊਂਗਾ ਜ਼ਰੂਰ। ਅਗਰ ਪਾਰਟੀ ਤੁਹਾਡੇ ਸੁਝਾਵਾਂ ਨੂੰ ਸੁਣਦੀ ਹੈ ਜਾਂ ਨਹੀਂ ਸੁਣਦੀ, ਫਿਰ ਕੀ ਤੁਹਾਡਾ ਨਹੀਂ, ਸਟੈਪ ਫਿਰ ਨਹੀਂ ਰਹੇਗਾ? ਸੁਣਦੀ ਤਾਂ ਫਿਰ ਬੈਠੇ ਰਵਾਂਗੇ। ਹੂੰ ਮੈਂ ਮਿਲਟਰੀ ਹਿਸਟਰੀ ਲਿਖਦਾ ਹੈ, ਪੜ੍ਹਦਾ ਹੈ। ਮੈਂ ਗਾਰਡਨਿੰਗ ਦਾ ਬੜਾ ਸ਼ੌਕ ਹੈ। ਬਸ ਫਿਰ ਇਹੀ ਕਰਾਂਗੇ। ਅਗਰ ਨਹੀਂ ਸੁਣਦੀ, ਅਗਰ ਸੁਣਦੀ ਹੈ ਤਾਂ ਫਿਰ ਆਪਾਂ ਬੈਠੇ ਹਾਂ। ਜੇ BJP ਤੁਹਾਡੇ ਸੁਝਾਵਾਂ ਨੂੰ ਨਹੀਂ ਸੁਣੇਗੀ, ਤੁਸੀਂ ਐਕਟਿਵ ਨਹੀਂ ਰਹੋਗੇ ਪੋਲੀਟੀਕਲੀ? ਨੋ, ਆਈ ਐਮ ਪੋਲੀਟੀਕਲੀ ਐਕਟਿਵ ਇਫ ਦੇ ਵਾਂਟ ਮੀ। ਚਾਹੁੰਦੇ ਨੇ ਮੈਂ ਹੁਣ ਜਾਵਾਂ, ਜੀ ਲੇਕਿਨ ਹੁਣ ਤਾਂ ਮੈਂ ਨਹੀਂ ਜਾ ਸਕਿਆ। ਮੈਂ ਪਿਛਲੀ ਇਲੈਕਸ਼ਨ 'ਚ ਵੀ ਪਟਿਆਲੇ ਵੀ ਨਹੀਂ ਜਾ ਸਕਿਆ, ਬਿਲਕੁਲ। ਬਿਕੋਜ਼ ਮੈਥੋਂ ਪ੍ਰੋਬਲਮ ਮੇਰੀ ਹੋਰ ਨਹੀਂ ਹੈ, ਇੱਥੋਂ ਤੁਰਨਾ ਵਗੈਰਾ ਕੋਈ ਪ੍ਰੋਬਲਮ ਨਹੀਂ। ਪੌੜੀਆਂ ਚੜ੍ਹਨੀਆਂ ਔਖੀਆਂ ਨੇ। ਦ ਮੋਮੈਂਟ ਤੁਸੀਂ ਆਪਣਾ ਦਬਾਅ ਪਾਓ ਨਾ ਪੈਰਾਂ 'ਤੇ, ਬੈਕ 'ਤੇ ਪੇਨ ਆ ਜਾਂਦੀ ਹੈ। ਉਹ ਹੁਣ ਬਹੁਤ ਹੱਦ ਤੱਕ ਕੰਟਰੋਲ 'ਚ ਹੈ, ਬਟ ਉਦੋਂ ਮੇਰਾ ਖਿਆਲ 17 ਮਹੀਨੇ ਤੱਕ ਤਾਂ ਖਤਮ ਹੋ ਜਾਣੀ ਹੈ। ਇਟ ਸ਼ੁੱਡ ਬੀ ਆਲ ਰਾਈਟ। ਠੀਕ ਹੈ, ਬਹੁਤ ਬਹੁਤ ਧੰਨਵਾਦ ਥੈਂਕ ਯੂ ਗੱਲਬਾਤ ਬੇਟਾ, ਕਰਨ ਦੇ ਥੈਂਕ ਲਈ। ਯੂ। ਸੋ ਤਕਰੀਬਨ 60 ਸਾਲ ਦਾ ਸਿਆਸੀ ਤਜਰਬਾ, ਇਸ ਤਜਰਬੇ 'ਚ ਉਹਨਾਂ ਨੇ ਪੰਜਾਬ ਦੀ ਸਿਆਸਤ ਬਾਰੇ ਬਹੁਤ ਕੁਝ ਸਮਝਾਇਆ ਤੇ ਅੱਗੇ ਇਹਨਾਂ ਦੇ ਕੀ ਪਲਾਨਸ ਰਹਿਣ ਵਾਲੇ ਨੇ, ਰਣਨੀਤੀ ਨੂੰ ਲੈ ਕੇ ਵੀ ਬਹੁਤ ਕੁਝ ਦੱਸਿਆ। ਬਾਕੀ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਦੈਨਿਕ ਸਵੇਰਾ।
ਸਤਿ ਸ਼੍ਰੀ ਅਕਾਲ।